सो अखा बंद कर सकते जेडे कर लो, अपनी पिठ सीधी कर लो, थोड़ा अपने अंदर नाल कनैक्ट करने की कोशिश करो। अंदर ही है सब कुछ, अंदर झात मार के देखो किवें फील हो रहा, तुहानू किवें महसूस हो रहा है। जे तुहानू कोई सवाल पूछे किवें हो तुसी, हाउ आर यू, ते तुहाडा जवाब की होएगा तुहाडे अपने नाल। एक ऑनेस्ट आंसर अपने आप नू दो। और जो भी तुहानू जवाब मिल रहा है उन्होंने परखो कि ये जवाब क्यों मिल रहा मैनू, क्योंकि तुसी अपने आप दे मालक हो। तुहानू पता होना चाहिए कि ये क्यों मैनू इस तरह की फीलिंग क्यों है। जो भी है उन्होंने ये नहीं कहना, अपने आप नू जज नहीं करना चंगी है या माड़ी है, सिर्फ परखना, एक्नॉलेज करना सिर्फ। जो परख लिया इस चीज़ नू, तो अपने अंदर एक शुकराना लेके आओ। शुकराने दे कारण तो अरबां खरबां हो सकते हैं इस वेले, पर जिहड़ा तुहानू सब तो वड्डा कारण लगता है वो कारण अपने अगे लैके शुकराने विच आओ। और उसनू सिर्फ बोलना ही नहीं, मानते विच शुकराने, उन्होंने महसूस करना है। पूरा महसूस करो कि वाकई इन्ना कुछ है मेरे को इस वेले, इस मोमेंट ऑफ टाइम ते। उन्होंने पूरा महसूस करो अंदरों, दिल तो, हिरदे तो। और जदों तुसी अकाल पुरख दे शुकराने चाहोगे, तुहाडे अंदर दी फीलिंग कुछ होर होएगी। जे वाकई तुसी शुकराने चाह रहे हो तो और जिवें आप जी सारे सवेर दी विचार सुन रहे सी कि सारा कुछ टैंपररी है, आई चलाई है। और अपने स्वास नू भी इत्थे देखो किवें स्वास तुहाडा आई चलाई है, पर है इस वेले। ਆਪਾਂ गुरु महाराज की असीस लवांगे, सारे रल के गावांगे। जैसा रंग कसुंब का तैसा यह संसार, जैसा रंग जैसा रंग कसुंब का तैसा ये हो संसार, मेरे रमैये रंग मजीठ का कहो रविदास चमार, मेरे रमैये रंग मजीठ का कहो रविदास चमार, मेरे रमैये
मेरे रमैये रंग मजीठ का, मेरे रमैये रंग मजीठ का, रमैये रंग रंग मजीठ का, मेरे रमैये रंग मजीठ का, मेरे रमैये। सो इसे ही रंग विच रवांगे कि मजीठ के रंग विच ही बैठांगे। गुरु साहब किरपा करन इस चीज़ की सानू समझ पै जाए कि जिहड़ी विचार चल रही है ਉਹਦਾ ਸਾਨੂੰ ਕੀ ਲੋੜ ਕੀ ਹੈਗੀ ਹੈ ਅੱਜ ਦੇ ਯੁੱਗ ਵਿੱਚ। ਤਾਂ ਆਪਾਂ ਸ਼ੁਰੂ ਕਰਾਂਗੇ। ਸੋ ਆਪਾਂ ਸਵੇਰੇ ਗੱਲ ਸੁਣ ਰਹੇ ਸੀ ਸੋਸ਼ਲ ਮੀਡੀਆ ਦੀ। ਸੋ ਥੋੜ੍ਹਾ ਇਹਨੂੰ ਇੰਟਰੈਕਟਿਵ ਹੀ ਕੋਸ਼ਿਸ਼ ਕਰਾਂਗੇ ਰੱਖਣ ਦੀ, ਕਿਉਂਕਿ ਤੁਸੀਂ ਕਾਫੀ ਚਿਰ ਦੇ ਬੈਠੇ ਵੀ ਹੋ। ਅਤੇ ਕੌਣ ਕੌਣ ਹੈ ਫੇਸਬੁੱਕ 'ਤੇ? ਜਿਹੜੀ ਚੀਜ਼ ਕਰੀਦੀ ਹੈ ਉਹਨੂੰ ਸ਼ਰਮ ਦੀ ਲੋੜ ਨਹੀਂ, ਜੋ ਹੈ ਸੋ ਹੈ ਨਾ। ਓਕੇ, ਕੌਣ ਕੌਣ ਇੰਸਟਾਗ੍ਰਾਮ 'ਤੇ? ਇੱਕ ਹੀ ਹੋਰ ਸੀ ਸਨੈਪਚੈਟ। ਸਨੈਪਚੈਟ 'ਤੇ ਕੌਣ ਕੌਣ ਹੈ? ਟਿਕਟੋਕ। ਓ ਵਾਹ, ਬੈਨ। ਅੱਛਾ ਅੱਛਾ, ਮੈਨੂੰ ਪਤਾ ਨਹੀਂ, ਮੈਂ ਉੱਥੇ ਹੈ ਨਹੀਂ। ਅੱਛਾ ਚਲੋ, ਇਹ ਵੀ ਚੰਗਾ ਹੋ ਗਿਆ। ਠੀਕ ਹੈ, ਤਰੱਕੀ ਹੈ। ਓਕੇ, ਸੋ ਹੁਣ ਥੋੜ੍ਹਾ ਜਿਹਾ ਇਹ ਸੋਚਾਂਗੇ ਕਿ ਠੀਕ ਹੈ, ਜਿੱਥੇ ਜਿੱਥੇ ਵੀ ਅਸੀਂ ਹੈਗੇ ਹਾਂ, ਮੈਂ ਤੁਹਾਨੂੰ ਇਹ ਨਹੀਂ ਕਹਿਣਾ ਕਿ ਅੱਜ ਹੀ ਤੁਸੀਂ ਆਪਣਾ ਅਕਾਊਂਟ ਡਿਲੀਟ ਕਰ ਦਿਓ। ਮੈਂ ਇਹ ਨਹੀਂ ਕਹਿਣਾ, ਕਿਉਂਕਿ ਮੇਰਾ ਆਪਣਾ ਅਕਾਊਂਟ ਹੈਗਾ, ਮੇਰੇ ਕੋਲ ਹੱਕ ਹੀ ਨਹੀਂ ਹੈਗਾ ਤੁਹਾਨੂੰ ਕਹਿਣ ਦਾ ਨਾ। ਪਿਤਾ ਜੀ ਤਾਂ ਕਹਿ ਸਕਦੇ ਆ, ਮੇਰੇ ਕੋਲ ਤਾਂ ਹੱਕ ਨਹੀਂ। ਪਰ ਅਸੀਂ ਉਹਨੂੰ ਸਮਝਾਂਗੇ ਕਿ ਉਹਦੇ ਵੇ ਆਊਟ ਕਰਾਂਗੇ। ਸੋ ਹੁਣ ਤੁਸੀਂ ਇੱਕ ਆਪਣੇ ਆਪ ਨੂੰ ਫਿਰ ਓਨੈਸਟ ਆਨਸਰ ਦੇਣਾ ਹੈ ਕਿ ਤੁਸੀਂ ਔਨ ਐਨ ਐਵਰੇਜ ਪਰ ਡੇ ਕਿੰਨਾ ਟਾਈਮ ਫੇਸਬੁੱਕ 'ਤੇ ਸਪੈਂਡ ਕਰਦੇ ਹੋ। ਠੀਕ ਹੈ, ਆਪਣੇ ਆਪ ਨੂੰ ਤੁਸੀਂ ਜੇ ਕਹਾਂ ਮੈਂ 0 ਇਜ਼ ਲੀਸਟ ਅਤੇ 10 ਇਜ਼ ਮੈਕਸੀਮਮ, ਆਪਣੇ ਆਪ ਨੂੰ ਸਕੋਰ ਦਿਓ ਕੋਈ। ਸੋ ਪਰ ਡੇ ਫੇਸਬੁੱਕ 'ਤੇ ਤੁਸੀਂ ਕਿੰਨਾ ਟਾਈਮ ਸਪੈਂਡ ਕਰਦੇ ਹੋ। ਸੋ ਤੁਸੀਂ ਜਿਹੜੇ 0 to 5 ਨੇ ਉਹ ਹੱਥ ਖੜਾ ਕਰਨ। ਓਕੇ, 5 to 10। ਓਕੇ, ਹੁਣ ਇਹੀ ਇੰਸਟਾਗ੍ਰਾਮ ਵੀ ਲਾ ਲਓ। ਇੰਸਟਾਗ੍ਰਾਮ ਆਪਾਂ ਕਿਉਂਕਿ ਇੰਸਟਾਗ੍ਰਾਮ ਤਾਂ ਜ਼ਿਆਦਾ ਸੀ, ਉਹ 'ਤੇ ਜਾਂਦੇ ਹਾਂ। ਸੋ 0 to 5 ਇੰਸਟਾਗ੍ਰਾਮ ਕਿੰਨੇ ਨੇ? ਓਕੇ, 5 to 10। ਸੋ ਕਾਫੀ ਜ਼ਿਆਦਾ ਨੇ 5 to 10। ਹੁਣ ਤੁਸੀਂ ਇਹਨੂੰ ਐਨਾਲਾਈਜ਼ ਕਰਨਾ ਹੈ ਕਿ ਜਿਹੜੇ 5 to 10 ਜਾਂ 0 to 5 ਵਾਲੇ, ਕਿਉਂਕਿ 5 to 6 ਜਾਂਦੇ ਪਤਾ ਨਹੀਂ ਲੱਗਦਾ ਕਦੋਂ ਹੋ ਜਾਂਦਾ ਨਾ, ਪਤਾ ਨਹੀਂ। ਇਹਦੀ ਪ੍ਰੋਬਲਮ ਇਹੀ ਹੈ ਕਿ ਜਦੋਂ ਉਂਗਲੀ ਚੱਲ ਰਹੀ ਹੈ ਉਹ 40 ਮਿੰਟਸ ਲੰਘ ਗਏ, ਪਤਾ ਨਹੀਂ ਲੱਗਾ। ਮੈਂ ਤੁਹਾਨੂੰ ਹੁਣੇ ਇੱਕ ਸਟੋਰੀ ਦੱਸਦੀ ਹਾਂ, ਐਗਜ਼ਾਮਪਲ ਦੱਸਦੀ ਹਾਂ, ਮੈਨੂੰ ਯਾਦ ਆ ਗਈ। ਹੁਣ ਤੁਸੀਂ ਸਿਰਫ ਐਨਾਲਾਈਜ਼ ਕਰੋ ਕਿ ਉਹ ਜਿਹੜਾ ਟਾਈਮ ਤੁਸੀਂ ਸਪੈਂਡ ਕਰ ਰਹੇ ਹੋ ਉਹ ਕਿਸ ਚੀਜ਼ 'ਤੇ ਸਪੈਂਡ ਕਰ ਰਹੇ ਹੋ, ਕਿਉਂਕਿ ਦੈਟ ਮੈਟਰਸ। ਸਮਝ ਰਹੇ ਹੋ ਨਾ? ਭਾਵੇਂ ਤੁਸੀਂ 0 to 5 ਕਰ ਰਹੇ ਹੋ, ਭਾਵੇਂ 5 to 10 ਕਰ ਰਹੇ ਹੋ, ਉਹ ਕਿਸ ਚੀਜ਼ 'ਤੇ ਸਪੈਂਡ ਕਰ ਰਹੇ ਹੋ। ਇਹ ਥੋੜ੍ਹਾ ਜਿਹਾ ਆਪਣੇ ਆਪ ਨੂੰ ਵਿਚਾਰੋ ਇਹਦੇ 'ਤੇ। ਉਹ ਕੀ ਚੀਜ਼ ਹੈ ਜਿਹੜੀ ਤੁਸੀਂ ਦੇਖ ਰਹੇ ਹੋ, ਸੁਣ ਰਹੇ ਹੋ, ਸਕਰੋਲ ਕਰ ਰਹੇ ਹੋ। ਆਨਸਰ ਆ ਰਿਹਾ? ਪਤਾ ਲੱਗ ਰਿਹਾ? ਕੋਈ ਇਸ ਤਰ੍ਹਾਂ ਦਾ ਬੰਦਾ ਜਿਹਨੂੰ ਨਹੀਂ ਪਤਾ ਕਿ ਮੈਨੂੰ ਪਤਾ ਹੀ ਨਹੀਂ? ਪਤਾ ਸਾਰਿਆਂ ਨੂੰ। ਓਕੇ, ਹੁਣ ਉਹ ਵਾਲੇ ਹੱਥ ਖੜਾ ਕਰਨ ਜਿਨ੍ਹਾਂ ਦੀ ਉਹ ਕਰਨ ਨਾਲ, ਉਹਦੇ 'ਤੇ ਜਾਣ ਨਾਲ, ਭਾਵੇਂ ਉਹ ਕਿਸੇ ਵੀ ਸਕੋਰ 'ਚ ਹੈ, ਤੁਹਾਡੀ ਗਰੋਥ ਹੋ ਰਹੀ ਹੈ। ਮਤਲਬ ਤੁਸੀਂ ਖੋਜ ਰਹੇ ਹੋ ਕੁਛ ਔਰ ਤੁਹਾਨੂੰ ਭਲਾ ਹੋ ਰਿਹਾ। ਇਹ ਓਨੈਸਟ ਹੋਣਾ ਚਾਹੀਦਾ। ਇੱਥੇ ਕੋਈ ਤੁਹਾਨੂੰ ਰਿਵਾਰਡ ਤਾਂ ਮਿਲਣਾ ਨਹੀਂ, ਨਾ ਹੀ ਪਨਿਸ਼ਮੈਂਟ ਮਿਲਣੀ ਹੈ। ਓਕੇ, ਸੋ ਮੈਨੂੰ ਲੱਗਦਾ 2-3% ਵੀ ਨਹੀਂ ਹੈਗੇ, ਰਾਈਟ? ਓਕੇ, ਬਾਕੀ ਸਾਰੇ ਕੀ ਫੀਲ ਕਰਦੇ ਨੇ? ਹਾਂ, ਲੋਸ ਹੋ ਰਿਹਾ। ਓਕੇ, ਵੇਸਟ ਆਫ ਟਾਈਮ ਹੋ ਰਿਹਾ, ਮਤਲਬ ਤੁਹਾਨੂੰ ਪਤਾ ਹੈ ਆਲਰੇਡੀ। ਅਤੇ ਜਿਹੜੇ ਓਕੇ ਜਿਨ੍ਹਾਂ ਨੇ ਹੱਥ ਖੜਾ ਕੀਤਾ ਸੀਗਾ ਕਿ ਸਾਡੀ ਗਰੋਥ ਹੋ ਰਹੀ ਹੈ, ਮਤਲਬ ਸਾਨੂੰ ਭਲਾ ਹੋ ਰਿਹਾ, ਅਸੀਂ ਕੁਛ ਸਿੱਖ ਰਹੇ ਹਾਂ। ਹੋ ਸਕਦਾ ਤੁਸੀਂ ਕੋਈ ਗੁਰਸਿੱਖਾਂ ਦੀ ਕੁਛ ਯੂਟਿਊਬ ਕੁਛ ਸੁਣ ਰਹੇ, ਯੂਟਿਊਬ ਵੀ ਵਿੱਚ ਹੀ ਆ ਜਾਂਦਾ ਸਾਰਾ ਕੁਛ, ਸਾਰੇ ਲੈ ਲਓ। ਜਾਂ ਤੁਸੀਂ ਕੋਈ ਫੇਸਬੁੱਕ 'ਤੇ ਕਿਸੇ ਦੀ ਕਥਾ ਆ ਗਈ, ਕੀਰਤਨ ਆ ਗਿਆ, ਕੋਈ ਵਿਚਾਰ ਆ ਗਈ, ਅਤੇ ਤੁਹਾਨੂੰ ਉਹ ਸੁਣ ਕੇ ਤੁਹਾਨੂੰ ਲੱਗਿਆ ਕਿ ਨਹੀਂ ਮੈਂ ਤਾਂ ਢਿੱਲਾ ਵਾਂ, ਵੀ ਮੈਂ ਕੱਸਣਾ ਆਪਣੇ ਆਪ ਨੂੰ, ਥੋੜ੍ਹਾ ਸ਼ਿਫਟ ਆ ਗਈ ਲਾਈਫ 'ਚ। ਉਹਨੂੰ ਕਹਿੰਦੇ ਅਸੀਂ ਗਰੋਥ। ਜੇ ਕਿਸੇ ਨੂੰ ਨਹੀਂ ਸਮਝ ਲੱਗੀ ਕਿ ਕੀ ਗੱਲ ਹੋ ਰਹੀ ਹੈ, ਉਹ ਹੁੰਦੇ ਹੁੰਦੇ ਹੋ ਸਕਦਾ ਥੱਲੇ ਬਾਲੀਵੁੱਡ ਦਾ ਸੌਂਗ ਵੀ ਆ ਜਾਏ, ਹੋ ਜਾਂਦਾ ਇੱਦਾਂ ਵੀ, ਜਾਂ ਕੁਛ ਹੋਰ ਵੀ ਆ ਜਾਏ। ਉਹ ਕਿੰਨਾ ਕੁ ਸੌਖਾ ਉਸ ਵੇਲੇ ਆਪਣੇ ਆਪ ਨੂੰ ਸਟੋਪ ਲਾਉਣਾ? ਔਖਾ ਨਾ? ਹਾਂ, ਮੈਂ ਉਹ 'ਚੋਂ ਲੰਘੀ ਹਾਂ। ਇੱਦਾਂ ਨਹੀਂ ਕਿ ਮੈਂ ਇੱਥੇ ਸੰਤਾਂ 'ਤੇ ਖੜੀ ਹਾਂ ਤੁਹਾਨੂੰ ਉਹ ਦੇ ਰਹੀ ਹਾਂ, ਮੈਂ ਤਾਂ ਤੁਹਾਡੇ ਨਾਲ ਕਨੈਕਟ ਕਰ ਸਕਦੀ ਹਾਂ ਕਿਉਂਕਿ ਆਈ ਬੀਨ ਥਰੂ ਦਿਸ, ਹੈ ਨਾ। ਮੈਂ ਨੁਕਸਾਨ ਵੀ ਦੇਖਿਆ ਉਸ ਚੀਜ਼ ਦਾ ਅਤੇ ਫਾਇਦਾ ਵੀ ਦੇਖਿਆ। ਇਸ ਕਰਕੇ ਇਹ ਓਨੈਸਟ ਟਾਕ ਹੈਗੀ ਹੈ। ਐਵੇਂ ਨਾ ਸੋਚਿਓ ਕਿ
ਕਿ ਦੁੱਧ ਨਾਤੇ ਕਹਿ ਦਿੰਦੇ ਨਾ ਵੀ ਇਹ ਦੁੱਧ ਨਾਤੇ ਨੇ ਅਤੇ ਅਸੀਂ ਐਵੇਂ ਨਹੀਂ, ਵੀ ਆਰ ਟਾਕਿੰਗ ਐਟ ਦ ਸੇਮ ਲੈਵਲ। ਠੀਕ ਹੈ, ਇਹ ਜ਼ਰੂਰੀ ਹੈਗਾ ਕਿ ਤੁਹਾਨੂੰ ਇਹ ਨਾ ਲੱਗੇ ਕਿ ਕੋਈ ਤੁਹਾਨੂੰ ਗਿਲਟ ਜਾਂ ਸ਼ੇਮ ਨਹੀਂ ਫੀਲ ਮਤਲਬ ਮੇਰਾ ਮਕਸਦ ਇਹ ਨਹੀਂ ਹੈਗਾ ਕਿ ਤੁਸੀਂ ਮਾੜੇ ਹੋ, ਤੁਸੀਂ ਆ ਕਰ ਰਹੇ ਹੋ, ਦੈਟਸ ਨਾਟ ਮਾਈ ਪਰਪਸ। ਪਰ ਉਹਨੂੰ ਅਸੀਂ ਐਨਾਲਾਈਜ਼ ਕਰਨਾ ਹੈ। ਸੋ ਤੁਸੀਂ ਆਪੇ ਇਸ ਚੀਜ਼ ਨੂੰ ਮੰਨ ਲਿਆ ਪਹਿਲਾਂ ਕਿ ਤਕਰੀਬਨ 85% 90% ਸਾਡੇ ਪਹਿਲਾਂ ਵੇਸਟ, ਲੋਸ, ਟਾਈਮ ਵੇਸਟ, ਜਿੱਦਾਂ ਟਾਈਮ ਵੇਸਟ ਉਹਦਾ ਸਾਰਾ ਕੁਛ ਹੀ ਵੇਸਟ ਹੈ ਬਾਏ ਦ ਵੇ ਲਾਈਫ 'ਚ, ਸਾਰਾ ਕੁਛ ਹੀ ਵੇਸਟ ਹੋ ਗਿਆ। ਅਤੇ ਜਿਹੜੇ ਕਰ ਵੀ ਰਹੇ ਨੇ ਗਰੋਥ ਲਈ ਵੀ ਯੂਜ਼ ਕਰ ਰਹੇ ਨੇ, ਬਹੁਤ ਪੈਰਾ ਦੇਣਾ ਪੈਂਦਾ ਸਟ੍ਰਿਕਟ, ਕਿਉਂਕਿ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕੁਛ ਹੋਰ ਆ ਗਿਆ ਸਾਹਮਣੇ। ਅਤੇ ਇਸ ਤੋਂ ਪਹਿਲਾਂ ਕਿ ਤੁਸੀਂ ਆਪਣੀਆਂ ਅੱਖਾਂ ਵੀ ਬੰਦ ਕਰੋ, ਤੁਹਾਡੀਆਂ ਅੱਖਾਂ ਨੇ ਆਲਰੇਡੀ ਮਤਲਬ ਉਹਨੂੰ ਇਨਟੇਕ ਹੋ ਗਈ ਹੈ, ਇਨਟੇਕ ਆਲਰੇਡੀ ਚਲੀ। ਇੱਦਾਂ ਕਹਿ ਲਓ ਵੀ ਮੂੰਹ 'ਚ ਕੁਛ ਪਾਇਆ ਸੀਗਾ, ਉਹ ਲੰਘਾਉਣ ਤੋਂ ਪਹਿਲਾਂ ਹੁਣ ਇਟਸ ਟੂ ਲੇਟ ਟੂ ਬਾਹਰ ਥੁੱਕਣ ਲਈ। ਆਲਰੇਡੀ ਉਹ ਅੱਧਾ ਪਚੱਧਾ ਅੰਦਰ ਚਲਾ ਗਿਆ, ਜਿਹੜਾ ਚਲਾ ਗਿਆ ਉਹਨੇ ਅਸਰ ਤਾਂ ਕਰਨਾ ਹੀ ਹੈ ਫਿਰ, ਹੈ ਨਾ। ਫਿਰ ਜਦੋਂ ਅਸੀਂ ਬੈਠਣਾ, ਭਾਵੇਂ ਅਭਿਆਸ 'ਚ ਬੈਠਣਾ, ਭਾਵੇਂ ਪੜ੍ਹਾਈ 'ਚ ਬੈਠਣਾ, ਉਹ ਅੱਖਾਂ ਸਾਹਮਣੇ ਉਹੀ ਚੀਜ਼ ਆਉਣੀ ਹੈ। ਇਹ ਬੜਾ ਕਾਮਨ ਕੁਐਸਚਨ ਹੈ ਕੈਂਪਸ 'ਤੇ ਵੀ ਜਾਂ ਕਿਤੇ ਹੋਰ ਵੀ ਜਾਂਦੇ ਹਾਂ। ਮੇਰਾ ਮਨ ਨਹੀਂ ਲੱਗਦਾ, ਜੇ ਮੈਂ ਗੁਰਬਾਣੀ ਪੜ੍ਹਦਿਆਂ ਨਾਮ ਸਿਮਰਨ 'ਚ ਬੈਠਦੇ ਹਾਂ ਆਪਾਂ, ਪੜ੍ਹਾਈ 'ਚ ਵੀ, ਹੈ ਨਾ। ਮਨ, ਕਿਉਂਕਿ ਮਨ ਕਿਤੇ ਹੋਰ ਜੁੜਿਆ ਹੈ ਨਾ, ਇਹ ਤੁਸੀਂ ਇਹ ਵੀ ਸਵੇਰੇ ਸੁਣ ਲਿਆ, ਮਨ ਜਦੋਂ ਕਿਤੇ ਹੋਰ ਜੁੜਿਆ ਹੈ, ਉਹ ਵਿਚਾਰਾ ਮਨ ਕੀ ਕਰੇ, ਉਹ ਆਲਰੇਡੀ ਕਿਤੇ। ਔਰ ਮਨ ਦਾ ਕੰਮ ਹੈਗਾ ਕਿ ਮਨ ਇਜ਼ ਕਲੈਕਸ਼ਨ ਆਫ ਥਾਟਸ, ਹੈ ਨਾ, ਜਿਹੜੇ ਸਾਰੇ ਆਪਾਂ ਫੁਰਨੇ ਕਹਿੰਦੇ ਹਾਂ, ਉੱਥੋਂ ਉਹਨੂੰ ਰੰਗ ਬਿਰੰਗੇ ਫੁਰਨੇ ਮਿਲ ਰਹੇ ਨੇ, ਅਤੇ ਉਹਦੇ ਦੇ ਨਾਲ ਨੈਚੁਰਲੀ ਉਹਨੇ ਜ਼ਿਆਦਾ ਜੁੜਨਾ ਹੈਗਾ। ਉਸ ਤੋਂ ਤੋੜ ਕੇ ਇੱਧਰ ਲਾਣਾ ਫਿਰ ਇੱਕ ਬੜਾ ਵੱਡਾ ਸੰਘਰਸ਼ ਹੋ ਜਾਂਦੀ ਹੈ। ਤਾਂ ਬੜਾ ਈਜ਼ੀ ਹੋਏਗਾ ਜੇ ਪਹਿਲਾਂ ਹੀ ਸਾਡੀ ਇਨਟੇਕ ਜਿਹੜੀ ਹੈਗੀ ਉਹ ਸਮੂਥ ਹੋ ਜਾਵੇ। ਸੋ ਇੱਕ ਭੈਣ ਜੀ ਨੇ, ਉਹਨਾਂ ਨੇ ਮੇਰੇ ਨਾਲ ਸ਼ੇਅਰ ਕੀਤਾ ਲਾਸਟ ਵੀਕ ਹੀ, ਤਾਂ ਉਹਨਾਂ ਨੂੰ ਮੈਂ ਕੁਛ ਹੋਮਵਰਕ ਦਿੱਤਾ ਸੀ, ਕੁਛ ਉਹਨਾਂ ਦੀ ਕੋਈ ਚੱਲ ਰਹੀ ਸੀ ਕੁਛ ਆਪਣੀ ਗਰੋਥ, ਤਾਂ ਕਿ ਅਸੀਂ ਆ ਵੀਕ 'ਚ ਤੁਸੀਂ ਆਹ ਵਾਲਾ ਕੰਮ ਕਰਿਓ, ਦੇਖੋ ਜੇ ਤੁਹਾਨੂੰ ਭਲਾ ਹੁੰਦਾ ਤਾਂ ਗੁਰਬਾਣੀ ਦੇ ਆਧਾਰ 'ਤੇ ਐਵੇਂ ਤੁਸੀਂ ਆਪਣਾ ਟਾਈਮ ਯੂਟੀਲਾਈਜ਼ ਕਰਨਾ। ਉਹਨਾਂ ਨੂੰ ਬੜਾ ਔਖਾ ਲੱਗ ਰਿਹਾ ਸੀ, ਅਤੇ ਮੈਨੂੰ ਹਰ ਵਾਰੀ ਉਹਨਾਂ ਨੇ ਵੀਕ ਬਾਅਦ ਮੈਂ ਉਹਨਾਂ ਦੀ ਚੈੱਕ ਕਰਦੀ ਸੀ ਕਿਵੇਂ ਚੱਲ ਰਿਹਾ, ਅਤੇ ਉਹਨਾਂ ਨੇ ਵੀਕ ਬਾਅਦ ਕਹਿਣਾ ਟਾਈਮ ਨਹੀਂ ਹੈਗਾ, ਟਾਈਮ ਨਹੀਂ ਮਿਲਦਾ। ਓਕੇ, ਮੈਂ ਫਿਰ ਉਹਨਾਂ ਨੂੰ ਪੁੱਛਿਆ ਵੀ ਕਿਵੇਂ ਤੁਹਾਡੀ ਰੂਟੀਨ ਹੈ। ਉਹਨਾਂ ਕੋਲ ਇੱਕ ਕਿਡ ਹੈ, ਮਤਲਬ ਇੱਕ ਬੱਚਾ, ਅਤੇ ਜੋਬ ਨਹੀਂ ਕਰਦੇ ਭੈਣ ਜੀ ਨੇ, ਤਾਂ ਜਿੱਦਾਂ ਉੱਥੇ ਆਮ ਤੌਰ 'ਤੇ ਤਕਰੀਬਨ ਸਾਰੇ ਜੋਬ ਕਰਦੇ ਨੇ। ਤਾਂ ਮੈਂ ਉਹਨਾਂ ਨੂੰ ਪੁੱਛ ਰਹੀ ਸੀ ਤੁਹਾਨੂੰ ਟਾਈਮ ਕਿਉਂ ਨਹੀਂ ਮਿਲ ਰਿਹਾ, ਘਰ ਦੇ ਕੰਮ ਜਿੰਨੇ ਵੀ ਹੋਣ, ਐਵੇਂ ਨਹੀਂ ਹੈਗਾ ਕਿ ਤੁਸੀਂ ਆਪਣੇ ਲਈ 20-25 ਮਿੰਟ ਕੱਢ ਨਹੀਂ ਸਕਦੇ ਦਿਹਾੜੀ 'ਚ। 20-25 ਮਿੰਟ ਹੀ ਕਿਹਾ ਸੀ ਉਹਨਾਂ ਨੂੰ ਕੱਢਣ ਲਈ, ਕਹਿੰਦੇ ਟਾਈਮ ਨਹੀਂ ਮਿਲਦਾ। ਫਿਰ ਮੈਂ ਦੱਸਿਆ, ਮੈਂ ਕਿ ਤੁਸੀਂ ਕਿੰਨੇ ਵਜੇ ਉੱਠਦੇ ਹੋ ਸਵੇਰੇ, ਸਾਰਾ ਅਸੀਂ ਬ੍ਰੇਕ ਡਾਊਨ ਕੀਤਾ। ਕਹਿੰਦੇ ਮੈਂ ਉੱਠਦੀ ਹਾਂ ਸਵੇਰੇ, ਤਕਰੀਬਨ ਮੇਰੇ 40-45 ਮਿੰਟ ਸਿਰਫ ਇੰਸਟਾਗ੍ਰਾਮ 'ਤੇ ਨੇ, ਉੱਠਦੇ ਸਾਰ 40 to 45 ਮਿੰਟਸ, ਅਤੇ ਉਹ ਵੀ ਮਾਰਨਿੰਗ ਟਾਈਮ। ਤਾਂ ਆਪਾਂ ਸਵੇਰੇ ਵੀਰ ਜੀ ਕਹਿ ਰਹੇ ਸੀ ਨਾ ਵੀ ਉਹ ਟਾਈਮ ਬੜਾ ਪ੍ਰੈਸ਼ੀਅਸ ਹੁੰਦਾ, ਕਿਉਂਕਿ ਉਸ ਵੇਲੇ ਸਾਰਾ ਕੁਛ ਟਿਕਿਆ ਹੁੰਦਾ, ਔਰ ਸਾਡੇ ਕੋਲ ਇੱਕ ਓਪਰਚੁਨਿਟੀ ਹੁੰਦੀ ਹੈ ਉਹਦਾ ਬੈਸਟ ਯੂਜ਼ ਕਰਨ ਲਈ। ਜਿੱਦਾਂ ਤੁਹਾਡੇ ਪੇਰੈਂਟਸ ਵੀ ਕਹਿੰਦੇ ਹੋਣਗੇ ਸਵੇਰੇ ਉੱਠ ਕੇ ਪੜ੍ਹ ਲਈ, ਫਰੈਸ਼ ਹੈ, ਕਹਿੰਦੇ ਆ ਨਾ, ਉਹ ਕਿਉਂ ਵੀ ਤੁਸੀਂ ਵਾਕਈ ਫਰੈਸ਼ ਹੋ, ਫੁਰਨੇ ਥੋੜ੍ਹੇ ਟਿਕੇ ਹੋਏ ਨੇ, ਬਾਹਰਲਾ ਸਿਸਟਮ ਵੀ ਟਿਕਿਆ ਹੋਇਆ। ਉਹ ਕਹਿੰਦੇ 40-45 ਮਿੰਟ। ਅਸੀਂ ਮਤਲਬ ਉਦੋਂ ਤਾਂ ਮੈਂ ਪਿਆਰ ਨਾਲ ਹੀ ਗੱਲ ਕਰਦੀ ਹਾਂ, ਪਰ ਉੱਥੇ ਮੇਰੇ ਕੋਲ ਪਿਆਰ ਨਾਲ ਗੱਲ ਨਹੀਂ ਹੋਈ ਕਿ ਇੰਨੀ ਜ਼ਿਆਦਾ ਵੇਸਟੇਜ, ਇੰਨੀ ਜ਼ਿਆਦਾ ਵੀ ਸਵੇਰੇ ਉੱਠਦੇ ਸਾਰੀ। ਔਰ ਕਿਸ 'ਤੇ ਕੋਈ ਤੁਹਾਡੀ ਬਿਜ਼ਨਸ ਹੈ, ਕਈਆਂ ਦਾ ਬਿਜ਼ਨਸ ਹੀ ਸੋਸ਼ਲ ਮੀਡੀਆ 'ਤੇ ਚੱਲਦਾ ਨਾ, ਤੁਹਾਡਾ ਬਿਜ਼ਨਸ ਹੈ, ਕੁਛ ਨਹੀਂ ਕਹਿੰਦੇ ਬਸ ਮਾੜੀ ਜਿਹੀ ਚੀਜ਼ ਖੋਲੀ ਦੀ ਹੈ, ਕੁਛ ਹੋਰ ਆ ਜਾਂਦਾ, ਫਿਰ ਕੁਛ ਹੋਰ ਆ ਜਾਂਦਾ, ਔਰ ਕਹਿੰਦੇ ਮੈਨੂੰ ਪਤਾ ਹੀ ਨਹੀਂ ਲੱਗਦਾ ਮੇਰਾ ਘੰਟਾ ਕਦੋਂ ਲੰਘ ਗਿਆ। ਔਰ ਬਾਅਦ 'ਚ ਕੀ ਆਉਂਦਾ ਫਿਰ ਘੰਟੇ ਬਾਅਦ? ਰਿਗਰੈਟ। ਯੂ ਗੋਨ ਥਰੂ ਦੈਟ। ਪਤਾ ਨਾ ਕੀ ਹੁੰਦੀ ਉਹ ਚੀਜ਼। ਘੰਟੇ ਬਾਅਦ ਕੀ ਹੁੰਦਾ, ਹਾਏ ਮੈਂ ਘੰਟਾ ਖਰਾਬ ਕਰ ਲਿਆ, ਹੁਣ ਅਗਲਾ ਘੰਟਾ ਕਾਹਦੇ 'ਚ, ਮੈਂ ਕੁਛ ਨਹੀਂ ਕਰ ਸਕਦੀ ਲਾਈਫ 'ਚ, ਰਿਐਕਸ਼ਨ। ਹਾਂ, 100% ਲੋਸ ਆਫ ਕੌਨਫੀਡੈਂਸ। ਜਿੱਦਾਂ ਰਾਤੀ ਵੀਰ ਜੀ ਵੀ ਗੱਲ ਕਰ ਰਹੇ ਸੀ, ਕੌਨਫੀਡੈਂਸ ਕਿੱਥੇ ਜਾ ਰਿਹਾ ਸਾਡਾ? ਕੌਨਫੀਡੈਂਸ ਅੰਦਰੋਂ ਅੰਦਰੀ ਹੀ ਖਾਈ ਜਾ ਰਿਹਾ, ਸਾਨੂੰ ਹੀ ਖਾਈ ਜਾ ਰਿਹਾ। ਉਹ ਅਗਲਾ ਕੀ ਹੋ ਗਿਆ, ਦੇਖੋ ਮੈਂ ਅੱਜ ਵੀ ਸੋਚਿਆ ਸੀ, ਇਹੀ ਉਹਨਾਂ ਦੇ ਵਰਡਸ ਨੇ, ਕਹਿੰਦੇ ਮੈਂ ਰੋਜ਼ ਸੋਚਦੀ ਹਾਂ ਮੈਂ ਸਵੇਰੇ ਉੱਠ ਕੇ ਸਿਮਰਨ ਕਰਨਾ, ਮੈਂ ਪਾਠ ਕਰਨਾ। ਉਹ ਕਹਿੰਦੇ ਹੁੰਦਾ ਹੀ ਨਹੀਂ। ਫਿਰ ਜਦੋਂ 40-45 ਮਿੰਟ ਲੱਗ ਜਾਂਦੇ ਆ, ਫਿਰ ਬੱਚਿਆਂ ਦਾ ਟਾਈਮ ਹੋ ਗਿਆ, ਭੱਜਾ ਦੌੜੀ ਹੋ ਗਈ, ਕਿਸੇ ਨੂੰ ਭੇਜਣਾ ਕੰਮ 'ਤੇ, ਬੱਚੇ ਨੂੰ ਤਿਆਰ ਕਰਨਾ, ਜਾਂ ਘਰ ਦੇ ਕੰਮ ਸ਼ੁਰੂ ਹੋ ਗਏ। ਯੂ ਹੈਵ ਲੋਸਟ ਦੈਟ ਓਪਰਚੁਨਿਟੀ ਜਿਹੜੀ ਸੀਗੀ। ਔਰ ਜਿਹੜੀ ਸਭ ਤੋਂ ਵੱਡਾ ਸਾਡੀ ਰਿਐਕਸ਼ਨ ਹੈ, ਜਿਹੜਾ ਗਿਲਟ, ਸ਼ੇਮ ਦਾ, ਉਹਦੇ ਕਿਸ 'ਤੇ ਅਸਰ ਕਰਨਾ ਉਹਨੇ? ਤੁਹਾਡੇ ਸਾਰੇ 'ਤੇ, ਤੁਹਾਡੀ ਹੋਲਿਸਟਿਕ ਵੀ, ਤੁਹਾਡੀ ਐਗਜ਼ਿਸਟੈਂਸ 'ਤੇ, ਤੁਹਾਡੇ ਮਨ 'ਤੇ, ਤਨ 'ਤੇ, ਧਨ 'ਤੇ ਵੀ। ਕਿਉਂਕਿ ਤੁਹਾਡਾ ਕੌਨਫੀਡੈਂਸ ਲੋਸ ਹੋ ਗਿਆ, ਤੁਹਾਨੂੰ ਲੱਗਣਾ ਆਮ ਨੋ ਗੁੱਡ, ਮੈਂ ਕਿਸੇ ਜੋਗਾ ਨਹੀਂ, ਮੇਰੇ ਕੋਲ ਤਾਂ ਕੁਛ ਹੁੰਦਾ ਹੀ ਨਹੀਂ, ਮੈਂ ਪ੍ਰਣ ਕਰਦੀ ਹਾਂ। ਤੁਸੀਂ ਇਹ ਵੀ ਗੱਲ ਸੁਣੋਗੇ, ਇੱਥੇ ਹੋਏਗੀ ਵੀ ਗੱਲ ਕਿ ਮੈਂ ਬੜੀ ਵਾਰ ਕੋਸ਼ਿਸ਼ ਕੀਤੀ ਪਰ ਹੁੰਦਾ ਨਹੀਂ। ਜੇ ਵਾਕਈ ਕੋਸ਼ਿਸ਼ ਕੀਤੀ ਨਾ, ਹੋਏਗਾ। ਕੋਸ਼ਿਸ਼ ਕੀਤੀ, ਜੇ ਨਹੀਂ ਹੋਇਆ ਮਤਲਬ ਇਨਫ ਕੋਸ਼ਿਸ਼ ਨਹੀਂ ਕੀਤੀ,
ਕਿਸੇ ਦਾ ਹੋ ਗਿਆ ਇਹਦਾ ਮਤਲਬ ਉਹਨੇ ਕੋਸ਼ਿਸ਼ ਜ਼ਿਆਦਾ ਕੀਤੀ ਸੀ। ਜੇ ਵਾਕਈ ਪ੍ਰੇਮ ਹੈ ਤਾਂ ਉਹ ਫਿਰ ਨਹੀਂ ਉਹ ਫਿਰ ਇਹ ਵਾਲੀ ਗੱਲਾਂ ਨਹੀਂ ਚੱਲਦੀਆਂ ਕਿ ਮੇਰੇ ਕੋਲ ਹੁੰਦਾ ਨਹੀਂ। ਜਿੱਥੇ ਪ੍ਰੇਮ ਹੈ ਉੱਥੇ ਬੰਦਾ ਇਹ ਵੀ ਨਹੀਂ ਦੇਖਦਾ ਕਿ ਕਿੱਥੇ ਜਾ ਰਿਹਾ ਕਿੱਥੇ ਨਹੀਂ ਜਾ ਰਿਹਾ, ਤਾਂ ਫਿਰ ਬੰਦਾ ਸਿਰਫ ਤੁਰਦਾ ਨਾ। ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਉਹ ਨਾ, ਉੱਥੇ ਅਗਲੀ ਸਟੇਜ ਆ ਜਾਂਦੀ ਹੈ। ਫਿਰ ਜਾਏ ਮਿਲਾਂ ਤੇ ਨਾ ਸੱਜਣਾ ਟੁੱਟੋ ਨਾ ਹੀ ਨੇ, ਉਹ ਤਾਂ ਫਿਰ ਤੁਰਨ ਵਾਲੀ ਗੱਲ ਹੈ। ਕੋਈ ਗੱਲ ਨਹੀਂ ਜੇ ਫੁਰਨੇ ਤੰਗ ਕਰ ਰਹੇ ਨੇ, ਕੋਈ ਗੱਲ ਨਹੀਂ ਜੇ ਬਾਹਰਲਾ ਪਾਸਾ ਵੀ ਤੰਗ ਕਰ ਰਿਹਾ, ਕੋਈ ਗੱਲ ਨਹੀਂ ਜੇ ਕੱਲ੍ਹ ਨੂੰ ਇੱਦਾਂ ਹੋ ਗਿਆ ਅੱਜ, ਹੈ ਨਾ। ਪਿਛਲੀ ਗੱਲ ਨੂੰ ਅਸੀਂ ਲੈ ਕੇ ਨਹੀਂ ਚੱਲਣਾ, ਅੱਜ ਤੋਂ ਮੇਰਾ ਨਵਾਂ ਜੀਵਨ ਹੈ। ਅਤੇ ਜਿਹੜੀ ਕੱਲ੍ਹ ਰਾਤੀ ਵੀ ਗੱਲ ਹੋ ਰਹੀ ਸੀ ਕਿ ਜੇ ਅੱਜ ਤੋਂ ਰਾਈਟ ਨਾਓ ਇਸ ਮੋਮੈਂਟ ਤੋਂ ਹੀ, ਕਿਉਂਕਿ ਹਰ ਇੱਕ ਜਿਹੜਾ ਤੁਹਾਡਾ ਸਾਹ ਹੈ ਜਾਂ ਹਰ ਇੱਕ ਮੋਮੈਂਟ ਕਹਿ ਦਿੰਦੇ ਹਾਂ ਅਸੀਂ, ਹਰ ਇੱਕ ਪਲ ਹੈ, ਉਹ ਇੱਕ ਤੁਹਾਡੇ ਲਈ ਓਪਰਚੁਨਿਟੀ ਲੈ ਕੇ ਆਉਂਦਾ ਹੈ। ਇਸ ਚੀਜ਼ ਨੂੰ ਮੰਨਦੇ ਹੋ ਤੁਸੀਂ? ਇਸੇ ਕਰਕੇ ਸਾਵਾਂ ਦੀ ਇੰਨੀ ਵੈਲਿਊ ਵੀ ਦੱਸੀ ਹੈਗੀ ਹੈ ਗੁਰਬਾਣੀ ਦੇ ਵਿੱਚ, ਗੁਰਮਤਿ ਦੇ ਵਿੱਚ। ਪਲ ਪਲ ਅਸੀਂ ਸਾਵਾਂ ਦੀ ਗੱਲ ਕਰਦੇ ਹਾਂ, ਕਿਉਂਕਿ ਹਰ ਇੱਕ ਸਾਹ ਤੁਹਾਨੂੰ ਇੱਕ ਓਪਰਚੁਨਿਟੀ ਦੇ ਰਿਹਾ। ਹੋ ਸਕਦਾ ਅਗਲੇ ਸਾਹ 'ਚੋਂ ਨਾ ਮਿਲੇ। ਇਸ ਚੀਜ਼ ਨੂੰ ਵੀ ਮੰਨਦੇ ਆ। ਕਿਸੇ ਦੇ ਕੰਟਰੋਲ 'ਚ ਹੋਈ ਉਹ ਚੀਜ਼ ਜੇ ਹੈ ਤਾਂ ਮਤਲਬ ਇਟਸ ਗ੍ਰੇਟ, ਪਰ ਸਾਰਿਆਂ ਨੂੰ ਪਤਾ ਹੈ, ਇਹ ਵੀ ਰਾਤੀ ਗੱਲ ਹੋ ਚੁੱਕੀ ਹੈ ਕਿ ਦੋ ਹੀ ਸੱਚ ਨੇ, ਇੱਕ ਜੰਮਣਾ ਇੱਕ ਮਰਨਾ। ਸਾਡੇ ਸਾਰਿਆਂ ਲਈ ਸੇਮ ਹੈਗਾ। ਵਿੱਚ ਵਿਚਾਲੇ ਕੀ ਹੁੰਦਾ ਉਹ ਅਸੀਂ ਚੇਂਜ ਕਰ ਪਾਉਂਦੇ ਹਾਂ ਨਾ, ਠੀਕ ਹੈ। ਉਹ ਜਿਹੜਾ ਸਾਡੇ 'ਤੇ ਫਰਕ ਪੈ ਰਿਹਾ, ਸਾਡੇ ਮਨ ਤਨ ਧਨ 'ਤੇ ਬਾਕੀ ਸਾਰਿਆਂ 'ਚ ਰਿਸ਼ਤਿਆਂ 'ਤੇ, ਸਾਡੀ ਹੋਲਿਸਟਿਕ ਬੀਇੰਗ ਦੇ ਉੱਤੇ, ਉਹਦਾ ਸਾਨੂੰ ਚਾਰਜ ਲੈਣਾ ਪਏਗਾ ਤਾਂ ਕਿ ਅਸੀਂ ਉਹ ਸਾਰੀਆਂ ਚੀਜ਼ਾਂ ਵਾਪਸ ਲੈ ਕੇ ਆ ਸਕੀਏ। ਔਰ ਗੁਰੂ ਸਾਹਿਬ ਨੇ ਸਾਨੂੰ ਇੰਨੀ ਕਲੀਅਰ ਸੇਧ ਦੇ ਦਿੱਤੀ ਹੈ ਕਿ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ। ਸਾਰਾ ਕੁਝ ਗੁਰਮਤਿ ਵਿੱਚ ਹੈ, ਪਰ ਅਸੀਂ ਉਹਨੂੰ ਖੋਜੀਏ। ਆਪਾਂ ਥੋੜ੍ਹਾ ਜਿਹਾ ਇਹਦੇ 'ਤੇ ਵੀ ਨਾਲ ਚੱਲਾਂਗੇ, ਪਰ ਜ਼ਰੂਰੀ ਨਹੀਂ ਕਿ ਅਸੀਂ ਇਹਦੇ 'ਤੇ ਟਿਕਾਂਗੇ। ਡਿਪੈਂਡ ਕਰਦਾ ਕਿ ਕਿਵੇਂ ਫਲੋ ਚੱਲਦਾ ਹੈਗਾ। ਜੋ ਕੁਛ ਪਿਤਾ ਜੀ ਸਵੇਰੇ ਗੱਲ ਕਰ ਰਹੇ ਸੀ, ਤਾਂ ਅਸੀਂ ਉੱਥੋਂ ਹੀ, ਮੈਂ ਪਿੱਛੇ ਬੈਠ ਕੇ ਥੋੜ੍ਹਾ ਜਿਹਾ ਉਹਨੂੰ ਉੱਥੋਂ ਕੋਸ਼ਿਸ਼ ਕਰਾਂਗੇ ਕਿ ਪਿਕਅਪ ਕਰਨ ਦੀ। ਅੱਛਾ, ਜਿਹੜੀ ਅਸੀਂ ਗੱਲ ਕਰ ਰਹੇ ਸੀ ਹੁਣੇ ਕਿ ਐਵੇਂ ਮੈਨੂੰ ਮਨ 'ਚ ਲੈਕ ਆਫ ਕੌਨਫੀਡੈਂਸ ਜਾਂ ਰਿਗਰੈਟ ਹੈ ਜਾਂ ਸ਼ੇਮ ਹੈ ਕੁਛ, ਔਰ ਇਸ ਕੁਛ ਤੁਹਾਡੇ ਉਮਰ ਦੇ ਬੱਚਿਆਂ ਦੇ ਨਾਲ ਜਾਂ ਕੁਛ ਮੇਰੇ ਹਾਣ ਦੇ ਵੀ ਹੋਣਗੇ। ਇਸ ਵੇਲੇ ਐਂਗਜ਼ਾਇਟੀ ਡਿਪਰੈਸ਼ਨ ਬਹੁਤ ਜ਼ਿਆਦਾ ਇੱਥੇ ਵੀ ਹੈਗਾ। ਸਟ੍ਰੈਸ, ਐਂਗਜ਼ਾਇਟੀ, ਡਿਪਰੈਸ਼ਨ ਇੰਨਾ ਕਦੀ ਸੁਣਿਆ ਨਹੀਂ ਸੀ ਇਹ ਨਾਮ। ਹੁੰਦਾ ਹੋਏਗਾ ਪਹਿਲਾਂ ਵੀ, ਪਰ ਇੱਦਾਂ ਨਹੀਂ ਸੀ। ਹੁਣ ਤਾਂ ਇਹ ਕਹਿੰਦੇ 3 ਤੋਂ 4 ਸਾਲ ਦੇ ਬੱਚੇ ਦੇ ਵਿੱਚ ਵੀ ਡਾਇਗਨੋਸ ਹੋ ਗਈ ਹੈ ਇਹ ਚੀਜ਼ ਹੁਣ, ਐਂਗਜ਼ਾਇਟੀ ਐਂਡ ਡਿਪਰੈਸ਼ਨ। ਵੀ ਇਹ ਕਿੱਥੋਂ ਆ ਰਿਹਾ? ਕੁਛ ਤਾਂ ਪਿੱਛੋਂ ਹੀ ਮਾਂ ਦੇ ਥਰੂ ਹੀ ਆ ਰਿਹਾ ਹੈ, ਕਿਉਂਕਿ ਮਾਂ ਜਦੋਂ ਐਂਗਜ਼ਾਇਟੀ ਡਿਪਰੈਸ਼ਨ 'ਚ ਹੈ ਤਾਂ ਬੱਚੇ ਨੇ ਕੀ ਬਣਨਾ ਨਾ। ਅਤੇ ਜਿੱਦਾਂ ਉਹ ਰਾਤੀ ਭੂਤਨੇ ਦੀ ਗੱਲ ਚੱਲ ਰਹੀ ਸੀ, ਉਹ ਹੁਣ ਇਹ ਵੀ ਅਸੀਂ ਨਾ ਜਦੋਂ ਗੱਲ ਚੱਲਦੀ ਸੀ ਪ੍ਰੈਗਨੈਂਸੀ ਵੇਲੇ ਕਿਵੇਂ ਤਾਂ ਅਸੀਂ ਹਾਸੋਹੀਣੀ ਉੱਥੇ ਗੱਲ ਕੀਤੀ ਵੀ ਜਿਹੜਾ ਸ਼ਾਹਰੁਖ ਖਾਨ ਦੇਖ ਰਿਹਾ ਉਹਨੇ ਸ਼ਾਹਰੁਖ ਖਾਨ ਹੀ ਪੈਦਾ ਕਰਨੇ ਨੇ, ਉਹਨੇ ਜੱਸਾ ਸਿੰਘ ਰਾਮਗੜੀਆ ਥੋੜ੍ਹੀ ਪੈਦਾ ਕਰਨਾ ਹੈ ਨਾ। ਜੋ ਕੁਛ ਦੇਖੋਗੇ ਉਹੀ ਪੈਦਾ ਕਰਨਾ। ਔਰ ਇਕੱਲਾ ਹੀ ਬੀਬੀਆਂ ਲਈ ਨਹੀਂ ਹੈ, ਮਤਲਬ ਸਾਰਿਆਂ ਲਈ ਇਹ ਚੀਜ਼ ਹੈਗੀ ਹੈ ਕਿ ਹੁਣੇ ਤੋਂ ਤੁਹਾਡੀ ਉਹ ਤਿਆਰੀ ਹੋਏ ਕਿ ਤੁਹਾਡੀ ਅੱਗੇ ਦੇਣ ਕੀ ਹੈ ਪੰਥ ਨੂੰ, ਤੁਹਾਡੀ ਕਿਵੇਂ ਦੀ ਸੋਚ ਹੈਗੀ ਹੈ, ਤੁਹਾਡਾ ਮਨ ਤਨ ਕਿਵੇਂ ਦਾ ਹੈਗਾ ਉਸ। ਔਰ ਜਿਵੇਂ ਕਾਮ ਦੀ ਵੀ ਰਾਤੀ ਗੱਲ ਹੋਈ ਸੀ, ਉਸ ਤਰ੍ਹਾਂ ਦੀ ਹੀ ਤੁਸੀਂ ਦੇਣ ਪੰਥ ਨੂੰ ਦਿਓਗੇ। ਔਰ ਇਹ 'ਤੇ ਬਹੁਤ ਸਾਵਧਾਨ ਹੋਣ ਦੀ ਲੋੜ ਹੈ, ਬਹੁਤ ਜ਼ਿਆਦਾ। ਔਰ ਬੜੀ ਖੁੱਲ੍ਹ ਕੇ ਗੱਲ ਕਰੋ ਇੱਥੇ, ਕਿਉਂਕਿ ਇਹ ਗੱਲ ਬਾਹਰ ਨਹੀਂ ਹੋਣੀ ਕਿਤੇ, ਇੱਥੇ ਹੋ ਸਕਦੀ ਹੈ। ਦਿਸ ਇਜ਼ ਅ ਸੇਫ ਸਪੇਸ ਟੂ ਟਾਕ ਦਿਸ। ਤੁਸੀਂ ਕਿਸੇ ਨਾਲ ਵੀ ਕੰਫਰਟੇਬਲ ਹੋ, ਕਿਸੇ ਸੇਵਾਦਾਰ ਨਾਲ ਜਾ ਕੇ 1 to 1 ਵੀ ਗੱਲ ਕਰ ਸਕਦੇ ਹੋ, ਪਰ ਹੌਲੇ ਹੋ ਕੇ ਜਾਓ ਇੱਥੋਂ, ਫੀਲ ਲਾਈਟਰ। ਕਿਉਂਕਿ ਅਸੀਂ ਸਾਰੇ ਇਸ ਚੀਜ਼ 'ਚੋਂ ਲੰਘਦੇ ਹਾਂ। ਕੋਈ ਐਵੇਂ ਨਹੀਂ ਕਿ ਤੁਹਾਨੂੰ ਕੋਈ ਕਹਿ ਰਿਹਾ, ਅਸੀਂ ਸਾਰੇ ਉਸ ਚੀਜ਼ 'ਚੋਂ ਲੰਘਦੇ ਹਾਂ। ਅਤੇ ਇਹ ਕਿੱਥੋਂ ਆ ਰਹੀਆਂ ਨੇ ਚੀਜ਼ਾਂ ਜਿਹੜੀਆਂ ਕਿ ਮੈਨੂੰ ਸਟ੍ਰੈਸ ਹੋ ਰਿਹਾ, ਮੇਰੇ ਕੋਲ ਕੁਛ ਹੁੰਦਾ ਨਹੀਂ, ਇੰਨੀ ਪਰੇਸ਼ਾਨੀ ਹੋ ਗਈ ਹੈ। ਸਾਨੂੰ ਤਕਰੀਬਨ 1.5 ਦਿਨ ਹੀ ਹੋਇਆ ਸੀ ਇੱਥੇ ਪੰਜਾਬ 'ਚ ਆਏ, ਔਰ ਇੱਥੇ ਕੈਂਪ 'ਤੇ ਪਹੁੰਚੇ ਹਾਂ। ਔਰ ਮੈਨੂੰ ਜਿੰਨੀ ਕੁ ਗੱਲਬਾਤ ਹੋਈ ਹੈ, ਸ਼ੁਕਰਾਨਾ ਬਹੁਤ ਘੱਟ ਮਿਲਿਆ। ਇੱਥੇ ਆ ਕੇ ਥੋੜ੍ਹਾ ਰਸਤੇ 'ਚ ਵੀਰ ਜੀ ਉਹਨਾਂ ਨਾਲ ਗੱਲ ਹੋਈ ਸੀ, ਉਹ ਕਹਿ ਰਹੇ ਸੀ ਕਿ ਹਾਂ ਅਸੀਂ ਖੁਸ਼ ਹਾਂ, ਟਿਕੇ ਹੋਏ ਹਾਂ, ਪਰ ਸ਼ੁਕਰਾਨਾ ਨਹੀਂ ਹੈ। ਜ਼ਿਆਦਾ ਹੀ ਹੈ ਕਿ ਨਹੀਂ ਆ ਨਹੀਂ ਠੀਕ, ਉੱਧਰ ਨੂੰ ਚੱਲੀਏ, ਇੱਧਰ ਨੂੰ ਚੱਲੀਏ, ਇੱਥੋਂ ਨਿਕਲੀਏ, ਇੱਥੇ ਠੀਕ ਨਹੀਂ ਹੈਗਾ। ਔਰ ਜਿੰਨਾ ਕਿ ਮੈਨੂੰ ਨਿਚੋੜ ਨਿਕਲਿਆ ਉਹ ਇਹ ਕਿ ਮਾਈਂਡ ਸੈੱਟ, ਜੋ ਤੁਹਾਡਾ ਮਨ ਹੈ ਬਾਹਰ ਉਹੀ ਦਿਖਣਾ ਹੈ ਨਾ, ਜੋ ਅੰਦਰ ਹੈ ਉਹੀ ਦਿਖੇਗਾ ਨਾ। ਉਹ ਕਹਿੰਦੇ ਵੀ ਆਪਣਾ, ਹੁਣ ਤੁਹਾਨੂੰ ਮੈਂ ਗਲਾਸਿਸ ਕੋਈ ਹੋਰ ਦੇ ਦੇਵਾਂ, ਤੁਹਾਡੀਆਂ ਗਲਾਸਿਸ ਲਾ ਕੇ ਤੁਹਾਨੂੰ ਦਿਖੇਗਾ ਕੁਛ ਹੋਰ। ਮੰਨਦੇ ਆ ਇਸ ਚੀਜ਼ ਨੂੰ ਨਾ? ਤੁਸੀਂ ਆ ਰਿਕਾਰਡਿੰਗ ਕਰਦੇ ਪਿਆ, ਯੂ ਚੇਂਜ ਦਾ ਲੈਂਸ, ਤੁਹਾਡੀ ਇਮੇਜ ਚੇਂਜ ਹੋ ਜਾਣੀ ਹੈ। ਇਹ ਵੀ ਮੰਨਦੇ ਆ। ਸਾਡੇ ਇੱਕ ਟੀਚਰ ਹੁੰਦੇ ਸੀਗੇ, ਤੁਹਾਡੇ ਸੁਕ੍ਰਿਤ ਦੇ ਹੀ ਨੇ, ਪ੍ਰੋਫੈਸਰ ਸਰਬਜੀਤ ਸਿੰਘ ਲੁਧਿਆਣੇ ਦੇ। ਉਹ ਸਾਨੂੰ ਪੜ੍ਹਾਉਂਦੇ ਤਾਂ ਨਹੀਂ ਸੀ, ਪਰ ਸਟੱਡੀ ਸਰਕਲ ਯੂਨੀਵਰਸਿਟੀ 'ਚ ਉਹ ਉਦੋਂ ਸੇਵਾ ਕਰਦੇ ਸੀ। ਇੱਕ ਸਾਡਾ ਗਰੁੱਪ ਬਣਿਆ ਸੀਗਾ।
ਤੇ ਉਹ ਕਹਿੰਦੇ ਹੁੰਦੇ ਸੀ ਚੇਂਜ ਯੂਰ ਆਈਜ਼ ਦ ਵਰਲਡ ਵਿਲ ਚੇਂਜ। ਅੱਖਾਂ ਬਦਲ ਲਓ ਸਾਰਾ ਸੰਸਾਰ ਬਦਲ ਜਾਏਗਾ। ਉਹਨਾਂ ਦੀ ਗੱਲ ਮੈਨੂੰ ਯਾਦ ਹੈ, ਉਦੋਂ ਅਸੀਂ ਗ੍ਰੈਜੂਏਸ਼ਨ 'ਚ ਸੀਗੇ, ਪਰ ਮੈਨੂੰ ਅੱਜ ਵੀ ਯਾਦ ਹੈ। ਅੱਖਾਂ ਬਦਲਣੀਆਂ ਪਰ ਔਖੀਆਂ ਨੇ ਬੜੀਆਂ, ਪਰ ਇੰਪੋਸੀਬਲ ਨਹੀਂ ਹੈਗੀਆਂ। ਮੰਨਦੇ ਹੋ ਉਸ ਚੀਜ਼ ਨੂੰ? ਕੀ ਮਤਲਬ ਇਹਦਾ ਅੱਖਾਂ ਬਦਲਣ ਦਾ ਮਤਲਬ ਕੀ ਹੈ? ਜਾ ਕੇ ਸਰਜਰੀ ਕਰਾ ਲਓ, ਮਾਈਂਡ ਚੇਂਜ ਕਰ ਲਓ। ਐਗਜ਼ੈਕਟਲੀ। ਅੱਛਾ, ਮਾਈਂਡ ਕੀ ਚੇਂਜ ਕਿਵੇਂ ਹੋ ਸਕਦਾ? ਓਕੇ, ਮੈਂ ਤੁਹਾਨੂੰ ਰੈਂਡਮ ਰੀਸੈਂਟ ਐਗਜ਼ਾਮਪਲ, ਹੁਣ ਕੱਲ੍ਹ ਤੁਸੀਂ ਸਫ਼ਰ ਕਰਕੇ ਆਏ ਹੋ, ਕਾਫੀਆਂ ਦਾ ਮੈਨੂੰ ਲੱਗਦਾ ਤਕਰੀਬਨ ਸਾਰਿਆਂ ਦਾ ਹੀ ਲੰਬਾ ਸਫ਼ਰ ਸੀ ਨਾ, ਮੋਰ ਔਰ ਲੈਸ ਸਾਰੇ ਇੱਕ ਜਗ੍ਹਾ ਤੋਂ ਹੀ ਆਏ ਆ। ਫਿਰ ਇੱਥੇ ਆ ਕੇ ਵੀ ਇੱਦਾਂ ਨਹੀਂ ਵੀ ਤੁਹਾਨੂੰ ਰੈੱਡ ਕਾਰਪਟ ਮਿਲਿਆ। ਰੈੱਡ ਕਾਰਪਟ ਸਮਝਦੇ ਹੋ ਵੀ ਫੁੱਲਾਂ ਦੇ ਹਾਰ ਲਾ ਕੇ ਕੋਈ ਖੜਾ ਹੈ ਤਾਂ ਆ ਕੇ ਬੜੀ ਸੇਵਾ ਹੋ ਰਹੀ ਹੈ। ਤੁਸੀਂ ਆ ਰਹੇ ਹੋ, ਪਹਿਲਾਂ ਥੋੜ੍ਹੇ ਬਿਖੜੇ ਰਾਹ ਤੋਂ ਆਏ ਵੀ ਹੋ, ਆਉਂਦਿਆਂ ਫਿਰ ਅੱਛਾ ਰੂਮ ਨਹੀਂ ਠੀਕ ਜਾਂ ਠੀਕ ਹੈ, ਜਾਂ ਮੇਰੇ ਨਾਲ ਕੌਣ ਪੈ ਗਿਆ ਜਾਂ ਕੌਣ ਨਹੀਂ ਪਿਆ। ਉਹ ਇੱਥੇ ਪਾਣੀ ਵੀ ਠੰਡਾ, ਸਾਨੂੰ ਤਾਂ ਠੰਡਾ ਲੱਗਦਾ ਤਾਂ, ਅਤੇ ਪਾਣੀ ਵੀ ਠੰਡਾ ਹੈ। ਫਿਰ ਇੱਥੇ ਲੰਘਣ ਦੀ ਥਾਂ ਕੱਚੀ ਹੈ। ਮਤਲਬ ਮੈਂ ਤੁਹਾਨੂੰ ਸਾਰੀਆਂ ਨੈਗੇਟਿਵਸ ਦੱਸ ਰਹੀ ਹਾਂ, ਤੁਹਾਡੇ ਮਨ 'ਚ ਹੋਰ ਵੀ ਹੋ ਸਕਦੀਆਂ, ਹੋ ਸਕਦਾ ਕੋਈ ਵੀ ਨਾ ਹੋਏ। ਅਤੇ ਇਹ ਸਾਰਾ ਕੁਛ ਐਡਜਸਟਮੈਂਟ ਹੈ ਨਾ ਸ਼ੁਰੂ। ਅੱਛਾ, ਇੱਕ ਬਾਥਰੂਮ ਹੈ, 8 ਜਾਣੇ ਆ ਰੂਮ ਦੇ ਵਿੱਚ, ਸਵੇਰੇ ਉੱਠਣਾ ਹੈਗਾ, ਰਾਤੀ ਲੇਟ ਸੌਂ ਰਹੇ ਹਾਂ, ਐਨੀਥਿੰਗ, ਲਿਸਟ ਕੈਨ ਬੀ ਵੈਰੀ ਲੌਂਗ। ਜਾਂ ਕੋਈ ਇਸ ਤਰ੍ਹਾਂ ਇੱਕ ਲੈਂਸ ਹੋ ਗਿਆ, ਇੱਕ ਲੈਂਸ ਹੋ ਸਕਦਾ ਜਿਹਨੂੰ ਦਿਖਿਆ ਸਾਰਾ ਕੁਛ, ਉਹਨੂੰ ਵੀ ਦਿਖਿਆ, ਪਰ ਉਹਨੇ ਇਹ ਦੇਖਿਆ ਕਿ ਮੇਰਾ ਪਰਪਸ ਕੀ ਇੱਥੇ ਆਉਂਦਾ ਹੈ ਨਾ, ਮੇਰਾ ਪਰਪਸ ਕੀ ਇੱਥੇ ਆਉਂਦਾ, ਮੇਰਾ ਪਰਪਸ ਇਸ ਤੋਂ ਵੱਡਾ ਹੈ, ਜੋ ਮੈਨੂੰ ਇਸ ਤੋਂ ਮਿਲਣਾ ਹੈ ਸਾਰਾ ਕੁਛ ਉਹ ਇਸ ਤੋਂ ਵੱਡਾ ਹੈ ਕਿ ਇਜ਼ ਇਟ ਵਰਥ ਇਟ। ਆਪਾਂ ਘਾਲਣਾ ਘਾਲਦੇ ਹਾਂ ਨਾ ਕੋਈ ਲਾਈਫ ਦੇ ਵਿੱਚ, ਕਿ ਘਾਲਣੀ ਵੀ ਪਰਪਸਫੁਲ ਹੈਗੀ ਹੈ ਕਿ ਨਹੀਂ, ਇਹ ਸੋਚੋ। ਫਿਰ ਉਸ ਵੇਲੇ ਤੁਹਾਡੇ ਕੋਲ ਇੱਕ ਓਪਰਚੁਨਿਟੀ ਹੈ, ਤੁਸੀਂ ਉਸ ਵੇਲੇ ਆਪਣਾ ਲੈਂਸ ਚੇਂਜ ਕਰ ਸਕਦੇ ਹੋ। ਜੇ ਤਾਂ ਲੈਂਸ ਚੇਂਜ ਕਰ ਲਿਆ ਫਿਰ ਤਾਂ ਟਿਕੇ ਰਹੋਗੇ, ਫਿਰ ਇੱਥੋਂ ਕੁਛ ਲੈ ਕੇ ਵੀ ਜਾਓਗੇ। ਫਿਰ ਤੁਹਾਡੀ ਜਿਹੜੀ ਤੁਹਾਡਾ ਫੋਕਸ ਹੈਗਾ ਉਹ ਕਿਸੇ ਹੋਰ ਚੀਜ਼ 'ਤੇ ਹੋਏਗਾ, ਕੰਪਲੀਟਲੀ ਚੇਂਜ। ਤੁਹਾਨੂੰ ਉਹ ਰੂਮ ਵੀ ਨਹੀਂ ਦਿਖਣਾ, ਬਾਥਰੂਮ ਵੀ ਨਹੀਂ ਦਿਖਣਾ, ਮਿੱਟੀ ਵੀ ਨਹੀਂ ਦਿਖਣੀ, ਉਹ ਬਿਖੜਾ ਰਾਹ ਵੀ ਨਹੀਂ ਦਿਖਣਾ, ਸਫ਼ਰ ਵੀ ਨਹੀਂ ਦਿਖਣਾ, ਵਾਪਸ ਵੀ ਤਾਂ ਜਾਣਾ ਨਾ, ਉਹ ਸਾਰਾ ਕੁਛ ਫਿਰ ਚੇਂਜ ਹੋ ਜਾਏਗਾ ਪਰਸਪੈਕਟਿਵ। ਜੇ ਤੁਸੀਂ ਉਹ ਲੈਂਸ ਚੇਂਜ ਨਹੀਂ ਕੀਤਾ, ਫਿਰ ਐਵਰੀ ਮੋਮੈਂਟ ਇਜ਼ ਗੋਇੰਗ ਟੂ ਬੀ ਹੈਵੀ। ਕਹਿਣਾ ਕਦੋਂ 4-5 ਦਿਨ ਲੰਘਣੇ ਆ, ਇੱਦਾਂ ਹੋ ਜਾਂਦਾ। ਮੈਨੂੰ ਯਾਦ ਹੈ ਪਿਛਲੀ ਵਾਰ ਜਦੋਂ ਅਸੀਂ ਮਸੂਰੀ ਕੈਂਪ 'ਤੇ ਆਏ ਸੀਗੇ, ਪਹਿਲੇ ਦਿਨ ਹੀ ਮੇਰੇ ਕੋਲ ਕੁਛ ਵੀ ਭੈਣਾਂ ਆਈਆਂ ਸੀਗੀਆਂ ਅਤੇ ਰੋ ਰਹੀਆਂ ਸੀ ਕਿ ਉਹ ਕਿਤੇ ਕੀੜੇ ਬਹੁਤ ਸੀ, ਸਲੱਗਸ ਬਹੁਤ ਸੀਗੀਆਂ, ਲੀਚੀਜ਼ ਬਹੁਤ ਸੀ, ਤਾਂ ਉਹ ਕਹਿ ਰਹੇ ਸੀ ਅਸੀਂ ਇੱਥੇ ਨਹੀਂ ਰਹਿ ਸਕਦੇ। ਔਰ ਜਿੱਦਣ ਜਾਣਾ ਸੀ ਵਾਪਸ, ਉਦੋਂ ਰੋ ਰਹੀਆਂ ਸੀ ਵੀ ਅਸੀਂ ਉੱਥੋਂ ਜਾਣਾ ਨਹੀਂ। ਇਹ ਮੈਨੂੰ ਐਗਜ਼ੈਕਟਲੀ ਚਿਹਰੇ ਵੀ ਯਾਦ ਨੇ ਉਹਨਾਂ ਦੇ ਕਿ ਉਹਨਾਂ ਨੇ ਕਿੱਦਾਂ ਗੱਲ, ਕਿਉਂਕਿ ਨੈਚੁਰਲ ਹੈ ਨਾ, ਤੁਸੀਂ ਆਓ, ਕੁਛ ਡਿਫੀਕਲਟੀਜ਼ ਨੇ, ਪਰ ਉਹ ਟਿਕ ਗਏ, ਥੋੜ੍ਹਾ ਸਹਾਰਿਆ ਵੀ, ਥੋੜ੍ਹੀ ਰੈਜ਼ੀਲੀਅੰਸ ਸ਼ੋ ਕੀਤੀ, ਲੈਂਸ ਚੇਂਜ ਕਰ ਲਿਆ ਕਿ ਮੇਰਾ ਪਰਪਸ ਕੀ ਇੱਥੇ ਆਉਣ ਦਾ। ਔਰ ਅੱਛਾ ਲੱਗਿਆ ਸੀ ਜਦੋਂ ਰਾਤ ਦਿਨ ਰੋ ਕੇ ਉਹ ਕਹਿ ਰਹੇ ਕਿ ਹੁਣ ਸਾਡਾ ਜਾਣ ਨੂੰ ਜੀ ਨਹੀਂ। ਨਾ ਉਹਨਾਂ ਨੂੰ ਲੀਚੀਜ਼ ਦੇਖਦੀਆਂ ਸੀ, ਨਾ ਮੀਂਹ, ਉੱਥੇ ਮੀਂਹ ਬਹੁਤ ਜ਼ਿਆਦਾ ਸੀ, ਨਾ ਮੀਂਹ ਦਿਖਦਾ ਸੀ, ਨਾ ਔਖੀ ਅਕੋਮੋਡੇਸ਼ਨ ਦਿਖਦੀ ਸੀ। ਦਿਸ ਇਜ਼ ਵਾਟ ਆਈ ਮੀਨ ਕਿ ਤੁਸੀਂ ਲੈਂਸ ਕਿੱਦਾਂ ਚੇਂਜ ਕਰਨਾ। ਇੱਥੇ ਕੀ ਮੈਂ ਲਿਖਿਆ ਹੈਗਾ, ਇਹ ਜਿਹੜੇ ਸਾਡੇ ਕੁਛ ਮੇਨ ਕਾਰਨ ਨੇ, ਬੜੇ ਕੰਡੈਂਸਡ ਫਾਰਮ 'ਚ ਲਿਖੇ ਨੇ ਸਾਡੀਆਂ ਪ੍ਰੋਬਲਮਸ ਦੇ। ਪ੍ਰੋਬਲਮਸ ਦੀ ਗੱਲ ਚੱਲ ਰਹੀ ਸੀ ਨਾ, ਭਾਵੇਂ ਉਹ ਸੋਸ਼ਲ ਮੀਡੀਆ ਤੋਂ ਪ੍ਰੋਬਲਮਸ ਆਈਆਂ ਨੇ ਜਾਂ ਕਿਸੇ ਹੋਰ ਕਾਰਨ ਕਰਕੇ। ਇੱਕ ਇੱਥੇ ਲਿਖਿਆ ਹੈ ਪਾਸਟ ਸਾਰੇ ਸਮੇਂ ਦਾ ਜਿਹੜਾ ਸਮਾਂ ਲੰਘ ਗਿਆ, ਭਾਵੇਂ ਉਹ ਇੱਕ ਮੂਮੈਂਟ ਜਿਹੜਾ ਲੰਘ ਕੇ ਗਿਆ ਉਹ ਹੈ, ਭਾਵੇਂ ਉਹ 10 ਸਾਲ ਪਹਿਲਾਂ ਦੀ ਗੱਲ ਹੈ। ਇੱਕ ਤੁਹਾਡਾ ਜਿਹੜਾ ਆਉਣ ਵਾਲਾ ਸਮਾਂ, ਉਹ ਭਾਵੇਂ ਅਗਲਾ ਮੂਮੈਂਟ ਹੈ, ਭਾਵੇਂ 10 ਸਾਲ ਅਗਲੇ ਦੀ ਗੱਲ ਹੈ, ਅਤੇ ਇੱਕ ਜਿੱਥੇ ਅਸੀਂ ਹੁਣ ਬੈਠੇ ਹਾਂ। ਅੱਛਾ, ਹੁਣ ਅਗੇਨ ਟਾਈਮ ਟੂ ਐਨਾਲਾਈਜ਼, ਆਪਣੇ ਆਪ 'ਚ ਤੁਸੀਂ ਫਿਰ ਵਿਚਾਰਨਾ 2 ਮਿੰਟ ਲਈ। ਕੱਲ੍ਹ ਕਿਸੇ ਵੀਰ ਜੀ ਨੇ ਕਿਹਾ ਵੀ ਸੀ ਓਵਰ ਥਿੰਕਿੰਗ ਬਾਰੇ ਵੀ ਕਿਸੇ ਨੇ ਕਿਹਾ ਸੀਗਾ, ਹੋਰ ਵੀ ਕਈ ਕੁਛ ਆਇਆ ਸੀਗਾ ਤੁਹਾਡੀ ਇੰਟਰੋਡਕਸ਼ਨ ਦੇ ਵਿੱਚ। ਕੌਣ ਫੀਲ ਕਰਦਾ ਕਿ ਉਹ ਪਾਸਟ ਵਿੱਚ ਰਹਿੰਦਾ, ਭਾਵੇਂ ਉਹ ਇੱਕ ਸਮਾਂ ਪਹਿਲਾਂ ਅਤੇ ਭਾਵੇਂ ਉਹ 10 ਸਾਲ 15 ਸਾਲ ਪਹਿਲਾਂ। ਸੋ ਜੇ ਤੁਹਾਨੂੰ ਸ਼ਰਮ ਆਉਂਦੀ, ਹੱਥ ਖੜੇ ਕਰਨ 'ਚ ਨਾ ਕਰਿਓ, ਪਰ ਇੱਕ ਓਨੈਸਟ ਆਪਣੇ ਆਪ ਨੂੰ ਪੁੱਛੋ ਪਾਸਟ ਵਿੱਚ ਕੌਣ ਰਹਿੰਦਾ। ਉਹ ਭਾਵੇਂ ਆਲ ਦਾ ਟਾਈਮ ਹੋ ਸਕਦਾ, ਭਾਵੇਂ ਉਹ ਤੁਸੀਂ ਪਾਠ ਕਰਨ ਬੈਠਦੇ ਹੋ ਉਦੋਂ ਚਲੇ ਜਾਂਦੇ ਹੋ, ਕੱਲ੍ਹ ਕੀ ਹੋਇਆ ਸੀ, ਜਾਂ ਤੁਸੀਂ ਪੜ੍ਹਾਈ ਕਰਨ ਬੈਠੇ ਹੋ ਉਦੋਂ ਚਲੇ ਗਏ, ਜਾਂ ਜੋਬ ਕਰਨ ਬੈਠੇ ਹੋ। ਓਕੇ, 50%। ਓਕੇ, ਫਿਊਚਰ 'ਚ ਓਕੇ, ਠੀਕ ਹੈ। ਸੋ ਫਿਊਚਰ 'ਚ ਕਾਫੀ ਜ਼ਿਆਦਾ ਹੈ। ਪਾਸਟ ਵਿੱਚ ਮੈਂ ਸੋਚਿਆ ਵੀ ਸੀ ਕਿਉਂਕਿ ਤੁਹਾਡੀ ਹਾਲੇ ਉਮਰ ਉਹ ਵਾਲੀ ਹੋਈ ਨਹੀਂ ਕਿ ਜਿੱਥੇ ਪਾਸਟ ਇਕੱਠਾ ਤੁਸੀਂ ਬੈਗੇਜ ਥੈਂਕਫੁਲੀ ਘੱਟ ਹੈ, ਪਰ ਤੁਹਾਡੇ ਕੋਲ। ਅੱਛਾ, ਪਾਸਟ ਵਿੱਚ ਜਦੋਂ ਅਸੀਂ ਰਹਿੰਦੇ ਹਾਂ ਤਾਂ ਕੀ ਹੁੰਦਾ, ਜਿਹੜੇ ਜਿਨ੍ਹਾਂ ਨੇ ਹੱਥ ਖੜਾ ਕੀਤਾ ਸੀਗਾ, ਤੁਹਾਡੇ ਕੀ ਵਿਚਾਰ ਨੇ ਜੇ ਅਸੀਂ? ਹਾਂਜੀ, ਗਿਲਟ, ਓਕੇ, ਰਿਗਰੈਟਸ, ਮਿਸਟੇਕਸ। ਅੱਛਾ, ਆਈ ਵਿਸ਼ ਆਈ ਕੈਨ ਗੋ ਬੈਕ ਇਨ ਟਾਈਮ ਮਸ਼ੀਨ। ਤੁਸੀਂ ਕੀ ਕਿਹਾ ਸੀ? ਅੱਛਾ, ਹਾਂ, ਇਹ ਵੀ ਹੈ ਅਟੈਚਮੈਂਟ। ਉਹ ਸਮਾਂ ਚੰਗਾ ਸੀ, ਐਵੇਂ ਹੋ ਜਾਂਦਾ ਨਾ, ਉਹ ਚੰਗੇ ਦਿਨ ਸੀਗੇ। ਹੋਰ ਕੁਛ?
ਡੈਫੀਨੇਟਲੀ ਯਾ ਕੰਸੈਂਟਰੇਸ਼ਨ ਘੱਟ। ਅੱਛਾ ਇੱਕ ਹੋਰ, ਪਾਸਟ ਵਿੱਚ ਮੈਨੂੰ ਕਿਸੇ ਨੇ ਕੁਛ ਕਿਹਾ ਐਵੇਂ, ਉਹਦੇ ਕਰਕੇ ਮੈਨੂੰ ਇੱਦਾਂ ਫੀਲ ਹੁੰਦਾ ਹੈ। ਮੰਨ ਲਓ ਤੁਹਾਡਾ ਕੋਈ ਫਰੈਂਡ ਹੋ ਸਕਦਾ ਹੈ, ਆਈ ਥਿੰਕ ਤੁਸੀਂ ਹਾਲੇ ਰਿਸ਼ਤੇਦਾਰੀਆਂ 'ਚ ਤਾਂ ਨਹੀਂ ਪਏ, ਜਿਹੜੇ ਪੈ ਗਏ ਨੇ ਉਹਨਾਂ ਨੂੰ ਪਤਾ ਹੋਏਗਾ ਕਿ ਮੈਨੂੰ ਕਿਸੇ ਨੇ ਉਦੋਂ ਕੁਛ ਕਿਹਾ ਸੀਗਾ, ਇਸ ਕਰਕੇ ਅੱਜ ਮੈਂ ਉਹਨਾਂ ਨਾਲ ਬੋਲਦੀ ਨਹੀਂ। ਮੈਂ ਆਪਣੀ ਗੱਲ ਨਹੀਂ ਕਰ ਰਹੀ ਬਾਅਦ ਵਿੱਚ, ਪਰ ਮੈਂ ਇਸ ਚੀਜ਼ 'ਚੋਂ ਲੰਘੀ ਜ਼ਰੂਰ ਆ। ਐਵੇਂ ਨਹੀਂ ਕਹਿ ਸਕਦੇ ਕਿ ਉਹ ਸਿੱਧਾ ਬਾਈਪਾਸ ਨਹੀਂ ਹੋਇਆ, ਲੰਘ ਕੇ ਹੀ ਸਿੱਖਿਆ। ਔਰ ਮੈਂ ਵੀ ਸ਼ੁਕਰਾਨਾ ਵੀ ਕਰਦੀ ਹਾਂ ਕਿ ਲੰਘੀ ਹਾਂ, ਕਿਉਂਕਿ ਮੈਂ ਉਸ ਚੀਜ਼ ਨੂੰ ਸਮਝ ਸਕਦੀ ਹਾਂ ਨਾ। ਅੱਛਾ ਉਹਦੇ 'ਚੋਂ ਕੀ ਉਪਜਿਆ, ਉਹਨੇ ਕਿਹਾ ਸੀ, ਇਸ ਕਰਕੇ ਮੇਰੇ ਅੰਦਰ ਕੀ ਉਪਜਿਆ, ਜਿਹੜਾ ਬੰਦਾ ਪਾਸਟ ਵਿੱਚ ਹੈ ਉਹ ਨਿਰਵੈਰ ਨਹੀਂ ਹੋ ਸਕਦਾ ਕਦੀ ਵੀ। ਇਹਨੂੰ ਸੋਚੋ 2 ਮਿੰਟ ਲਈ। ਜਿਹੜਾ ਬੰਦਾ ਪਾਸਟ ਦਾ ਵੇਟ ਚੱਕ ਕੇ ਚੁੱਕ ਰਿਹਾ, ਹੁਣ ਆਪਾਂ ਇੱਥੋਂ ਕੱਲ੍ਹ ਵੇਟ ਚੱਕ ਕੇ ਇੰਨੇ ਕੁ ਰਸਤੇ 'ਚੋਂ ਲੰਘਿਆ, ਔਖਾ ਲੱਗਦਾ ਸੀ ਨਾ। ਸੋਚੋ ਤੁਸੀਂ ਆਪਣੇ ਮੋਢਿਆਂ 'ਤੇ ਕਿੰਨਾ ਕੁ ਭਾਰ ਚੱਕ ਕੇ ਕੌਂਸਟੈਂਟਲੀ ਤੁਰ ਫਿਰ ਰਹੇ ਹੋ, ਕੌਂਸਟੈਂਟਲੀ। ਉਹ ਨਿਰਵੈਰ ਨਹੀਂ ਹੋ ਸਕਦਾ। ਅਤੇ ਪਹਿਲਾ ਗੁਣ ਹੈਗਾ 8 ਗੁਣਾਂ ਦੇ ਵਿੱਚੋਂ ਸਾਨੂੰ ਇੱਕ ਗੁਣ ਦਿੱਤਾ ਗੁਰੂ ਸਾਹਿਬ ਨੇ, ਨਿਰਵੈਰ। ਕਿਹਦਾ ਗੁਣ ਹੈ ਨਿਰਵੈਰ? ਤੁਸੀਂ ਕੌਣ ਹੋ? ਹਾਂ, ਅਤੇ ਫਿਰ ਸਾਡੇ 'ਚ ਉਹਦੀ ਲੋੜ ਹੈਗੀ ਕਿ ਨਹੀਂ? ਅਦਰਵਾਈਜ਼ ਅਸੀਂ ਉਹਦੀ ਜੋਤ ਬਣ ਨਹੀਂ ਸਕਦਾ ਹੈ। ਮੰਨਦੇ ਹੋ ਉਸ ਚੀਜ਼ ਨੂੰ? ਜੇ ਨਹੀਂ ਕਲੀਅਰ ਇੱਥੇ ਦੱਸ ਦਿਓ। ਜੇ ਅਸੀਂ ਅਕਾਲ ਪੁਰਖ ਦੇ ਗੁਣ ਨੂੰ ਨਿਰਵੈਰ ਕਹਿੰਦੇ ਹਾਂ, ਤਾਂ ਅਸੀਂ ਕਹਿੰਦੇ ਹਾਂ ਅਸੀਂ ਵਾਹਿਗੁਰੂ ਜੀ ਦੇ ਬੱਚੇ ਹਾਂ, ਅਸੀਂ ਉਹਦੀ ਜੋਤ ਹੈਗੇ ਹਾਂ। ਉਹਦੀ ਜੋਤ ਤੇ ਤਾਂ ਹੀ ਹੋਵਾਂਗੇ ਨਾ ਜੇ ਉਹ ਵਾਲੇ ਗੁਣ ਸਾਡੇ 'ਚ ਹੋਣਗੇ। ਤਾਂ ਸੋ ਜੇ ਅਸੀਂ ਇੱਕ ਹੀ ਗੁਣ ਜੇ ਚੱਲੀਏ ਕਿ ਜੇ ਵਾਹਿਗੁਰੂ ਜੀ ਨਿਰਵੈਰ ਨੇ, ਅਕਾਲ ਪੁਰਖ ਨਿਰਵੈਰ ਹੈ, ਕਿ ਕੀ ਮੈਂ ਨਿਰਵੈਰ ਹਾਂ? ਜੇ ਨਹੀਂ ਹਾਂ ਤਾਂ ਕੀ ਮੇਰੇ 'ਚ ਚਾਅ ਹੈਗਾ ਨਿਰਵੈਰ ਬਣਨ ਦਾ? ਔਰ ਕਿਹੜਾ ਸਟੈਪ ਮੈਨੂੰ ਲੈਣਾ ਪਏਗਾ ਟੂ ਬਿਕਮ ਨਿਰਵੈਰ? ਨਿਰਵੈਰ ਸਾਰੇ ਸਮਝਦੇ ਆ ਨਾ, ਛੋਟੇ ਬੱਚੇ ਵੀ, ਠੀਕ ਹੈ। ਆ ਜਿਹੜੀ ਸਵੇਰੇ ਲੜਾਈ ਹੋਈ ਸੀ ਸ਼ਾਵਰ ਪਿੱਛੇ, ਉੱਥੇ ਨਿਰਵੈਰ ਦਾ ਕੀ ਕਰਾਂਗੇ? ਮੈਨੂੰ ਨਹੀਂ ਪਤਾ, ਬਾਏ ਦ ਵੇ ਮੈਂ ਕਿਸੇ ਵੱਲ ਨਹੀਂ ਦੇਖ ਰਹੀ, ਮੈਂ ਤਾਂ ਸੁਣਿਆ ਹੀ ਸੀ ਸਵੇਰੇ, ਤੁਸੀਂ ਦੱਸਿਆ ਸੀ। ਉੱਥੇ ਨਿਰਵੈਰ ਦਾ ਕੀ ਕਰਾਂਗੇ? ਸਪੈਸ਼ਲੀ ਇੱਥੇ ਆ ਕੇ ਤਾਂ ਅਸੀਂ ਜਿੱਦਾਂ ਵਿਜੇ ਨੇ ਰਾਤੀ 24 ਉਹ ਚਬਾਣੀਆਂ ਨੇ, ਤਾਂ ਰਾਤੀ ਉਹ ਕੀਤਾ ਸੀਗਾ, ਮੈਂ ਟਰਾਈ ਕੀਤਾ ਸੀ ਪੂਰਾ, ਤਾਂ ਮੇਰੇ ਕੋਲ ਮਸੀਂ ਕੁਆਟਰ ਪ੍ਰਸ਼ਾਦਾ ਛਕਿਆ ਗਿਆ ਕਿ ਇੱਕ ਤਾਂ ਲੰਗਰ ਦੀ ਰਸਤ ਵੀ ਬਚੂਗੀ, ਇੱਕ ਤੁਹਾਡੇ ਢਿੱਡ ਠੀਕ ਰਹਿਣਗੇ, ਕਿਉਂਕਿ ਥੋੜ੍ਹੇ 'ਚ ਹੀ ਸੰਤੋਖ ਆ ਜਾਣਾ ਨਾ ਪੂਰਾ। ਉਹਨੂੰ ਜਦੋਂ ਅਸੀਂ ਇਹਨੂੰ ਵੈਸਟ ਵਿੱਚ ਮਾਈਂਡਫੁਲ ਈਟਿੰਗ ਕਹਿੰਦੇ ਹਾਂ। ਔਰ ਇਹ ਬਹੁਤ ਵੱਡਾ ਇੱਕ ਕੋਰਸ ਹੈ, ਇਹ ਵੀ ਬਤਾਉਂਦਾ, ਇੱਕ ਪੂਰਾ ਫੁੱਲ ਫਲੈਜ ਕੋਰਸ ਹੈ। ਲੋਕ ਪੈਸੇ ਦਿੰਦੇ ਨੇ ਕਿ ਸਾਨੂੰ ਮਾਈਂਡਫੁਲ ਈਟਿੰਗ ਸਿਖਾਓ। ਕਿਉਂਕਿ ਬਿਮਾਰੀਆਂ ਲੱਗੀਆਂ ਖਾ ਕੇ ਉਹਦੇ 'ਚ। ਪਰ ਸਾਨੂੰ ਗੁਰੂ ਸਾਹਿਬ ਨੇ ਪਹਿਲਾਂ ਦੱਸ ਦਿੱਤਾ ਸੀ, ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ। ਜਦੋਂ ਸਾਡੇ ਸਾਹਮਣੇ ਉਹ ਚੀਜ਼ ਆਈ ਤਾਂ ਅਸੀਂ ਬਿਲਕੁਲ ਪ੍ਰੈਜ਼ੈਂਟ ਦੇ ਵਿੱਚ ਆ ਜਾਣਾ। ਜੇ ਅਸੀਂ ਮੰਨ ਲਓ ਜਿਹੜਾ ਪ੍ਰਸ਼ਾਦਾ ਬਣਾ ਰਹੇ ਨੇ ਜਾਂ ਤੁਸੀਂ ਛਕਣ ਲੱਗੇ ਹੋ, ਜੇ ਤੁਸੀਂ ਪਾਸਟ ਵਿੱਚ ਹੋ ਤਾਂ ਕੀ ਪਾ ਰਹੇ ਹੋ ਉਹਦੇ ਵਿੱਚ? ਉਹ ਸਾਰਾ ਜਿਹੜਾ ਭਾਰ ਚੱਕਿਆ ਹੋਇਆ, ਉਹ ਸਾਰੀ ਐਨਰਜੀ ਉਹ ਤੁਹਾਡੇ ਪ੍ਰਸ਼ਾਦੇ 'ਚ ਚਲੀ ਗਈ। ਤੁਸੀਂ ਕਰਕੇ ਦੇਖ ਲਿਓ, ਉਵੇਂ ਨਹੀਂ ਸ਼ਾਇਦ ਸਮਝ ਲੱਗੇਗਾ। ਜਦੋਂ ਤੁਸੀਂ ਸ਼ੁਕਰਾਨੇ 'ਚ ਆ ਗਏ, ਰਾਈਟ ਦੇਅਰ ਰਾਈਟ ਨਾਓ, ਉਸ ਮੋਮੈਂਟ 'ਚ ਤੁਸੀਂ ਪਿੱਛੇ ਜਾ ਨਹੀਂ ਸਕਦੇ, ਨਹੀਂ, ਕਿਉਂਕਿ ਤੁਸੀਂ ਸ਼ੁਕਰਾਨੇ 'ਚ ਹੋ ਨਾ ਉਸ ਵੇਲੇ, ਕਿ ਤੁਹਾਡੇ ਸਾਹਮਣੇ ਇੰਨਾ। ਕੱਲ੍ਹ ਬੜੀ ਭੁੱਖ ਲੱਗੀ ਸੀ ਜਦੋਂ ਅਸੀਂ ਆਏ ਸੀ, ਤਾਂ ਉਹ ਵਾਕਈ ਸ਼ੁਕਰਾਨਾ ਨਿਕਲਦਾ ਕਿ ਵਾਹ ਵੀ ਇਹ ਤੁਹਾਨੂੰ ਇਹ ਚੀਜ਼ ਮਿਲੀ ਹੈ। ਔਰ ਉਹਨੂੰ ਪੂਰੇ ਰਸ ਨਾਲ ਛਕੋ। ਔਰ ਜਦੋਂ ਪੂਰੇ ਸ਼ੁਕਰਾਨੇ ਦੇ ਵਿੱਚ ਛਕਾਂਗੇ ਔਰ ਥਰੂ ਆਊਟ ਐਵੇਂ ਛਕਾਂਗੇ, ਮੈਨੂੰ ਪਤਾ ਸ਼ੁਰੂ 'ਚ ਹੋ ਜਾਂਦਾ, ਅਸੀਂ ਪਾਠ ਕਰਕੇ ਵੀ ਛਕਦੇ ਹਾਂ ਸ਼ੁਕਰਾਨਾ, ਫਿਰ ਭੁੱਲ ਜਾਂਦੇ ਹਾਂ, ਕਿਉਂਕਿ ਆਦਤ ਬਣੀ ਹੈ ਨਾ। ਆਟੋ ਪਾਇਲਟ, ਜਿਵੇਂ ਉਹ ਅੱਜ ਕੱਲ੍ਹ ਕਰੂਜ਼ 'ਤੇ ਗੱਡੀਆਂ ਚੱਲਦੀਆਂ, ਉਹ ਮੂੰਹ ਵੀ ਕਰੂਜ਼ 'ਤੇ ਚੱਲ ਰਿਹਾ, ਉਹ ਚੱਲੀ ਜਾਂਦਾ ਮੂੰਹ। ਪਰ ਜਦੋਂ ਯਾਦ ਆ ਜੇ ਫਿਰ ਉਸ ਦੇ ਵਿੱਚ ਜਾ ਕੇ ਤੁਹਾਡੀ ਸਿਰਫ ਸਿਹਤ ਲਈ ਉਹ ਚੰਗਾ ਨਹੀਂ, ਫਿਜ਼ੀਕਲ ਹੈਲਥ ਲਈ, ਮਨ ਲਈ ਵੀ, ਕਿਉਂਕਿ ਤੁਹਾਡੀ ਐਨਰਜੀ ਵਿੱਚ ਸਹੀ ਗਈ ਹੈ, ਤਾਂ ਉਹ ਪ੍ਰੈਜ਼ੈਂਟ 'ਚ ਆ ਗਏ। ਤਾਂ ਉਹੀ ਮੈਂ ਗੱਲ ਕਰ ਰਹੀ ਸੀ, ਤਾਂ ਉਹ ਗੱਲ ਸਿੱਖੀ। ਇੱਕ ਜੇ ਚੀਜ਼ ਅਸੀਂ ਇੱਥੇ ਹੋਰ ਕੋਸ਼ਿਸ਼ ਕਰੀਏ ਕਿ ਜਿੰਨੇ ਜਾਣੇ ਵੀ ਅਸੀਂ ਇੱਥੇ ਹੈਗੇ ਹਾਂ, ਅਸੀਂ ਸਾਰੇ, ਜੇ ਹੁਣੇ ਤੁਸੀਂ ਕਿਹਾ ਕਿ ਅਕਾਲ ਪੁਰਖ ਦੀ ਜੋਤ ਆ, ਸਾਡੇ 'ਚ ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਕੋਈ ਚੰਗਾ ਨਹੀਂ, ਕੋਈ ਮਾੜਾ ਨਹੀਂ, ਅਸੀਂ ਸਾਰੇ ਇੱਕ ਹਾਂ। ਕਿ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਕਿ ਜਦੋਂ ਸਾਡੇ ਸਾਹਮਣੇ ਕੋਈ ਆਏ, ਜਾਂ ਅਸੀਂ ਇੱਦਾਂ ਵੀ ਬੈਠੇ ਹਾਂ, ਅਤੇ ਮੇਰੇ ਨਾਲ ਵਾਹਿਗੁਰੂ ਹੀ ਬੈਠੇ ਨੇ, ਕਿ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਇੱਥੇ ਆਹ 4-5 ਦਿਨ ਲਈ। ਜਦੋਂ ਅਸੀਂ ਇੱਥੇ ਕੋਸ਼ਿਸ਼ ਕਰਾਂਗੇ, ਕਿ ਤੁਸੀਂ ਘਰ ਆਪਣੀ ਫੈਮਲੀਜ਼ 'ਚ ਜਾਂ ਆਪਣੇ ਜਿੱਥੇ ਵੀ ਜਾਓਗੇ, ਥੋੜ੍ਹੀ ਜਿਹੀ ਟ੍ਰੇਨਿੰਗ ਹੋ ਜਾਏਗੀ, ਕਿਉਂਕਿ ਕਰਨਾ ਤਾਂ ਅਸੀਂ ਉੱਥੇ ਹੀ, ਪਹੁੰਚਣਾ ਤਾਂ ਅਸੀਂ ਉੱਥੇ ਹੀ ਹੈ ਨਾ। ਇੱਕ ਓਂਕਾਰ ਦੇ ਕੌਨਸੈਪਟ ਨੂੰ ਅਸੀਂ ਜੀਣਾ ਹੈ, ਸਿਰਫ ਪੜ੍ਹਨਾ ਨਹੀਂ। ਪੜ੍ਹ ਤਾਂ ਅਸੀਂ ਬਹੁਤ ਰਹੇ ਹਾਂ, ਔਰ ਪੜ੍ਹਨ ਤੋਂ ਸ਼ੁਰੂਆਤ ਹੈ, ਪਰ ਜੇ ਅਸੀਂ ਜੀਣ ਤੱਕ ਨਹੀਂ ਪਹੁੰਚੇ ਅਤੇ ਜੇ ਸਵਾਸ ਖਤਮ ਹੋ ਗਏ, ਤਾਂ ਫਿਰ ਉਹ ਗੱਲ ਬਣੀ ਨਹੀਂ ਨਾ। ਉਹ ਤੁਸੀਂ ਇਹ ਗੱਲ ਸਮਝ ਲਓ ਕਿ ਤੁਸੀਂ ਟ੍ਰੇਨਿੰਗ ਹੀ ਕਰਦੇ ਰਹਿ ਗਏ, ਕੁਛ ਖੱਟਿਆ ਤਾਂ ਉਹ 'ਚੋਂ ਹੈ ਹੀ ਨਹੀਂ। ਮਤਲਬ ਸਾਰੀ ਉਮਰ ਤੁਸੀਂ ਫੋਰ ਐਗਜ਼ਾਮਪਲ ਡਾਕਟਰ ਬਣਨ ਦੀ ਟ੍ਰੇਨਿੰਗ ਕਰਦੇ ਰਹੇ, ਪਰ ਕਿਸੇ ਮਰੀਜ਼ ਦੀ ਸੇਵਾ ਤਾਂ ਕੀਤੀ ਨਹੀਂ, ਉਹ ਫਿਰ ਕਿਸੇ ਹੱਦ ਤੱਕ ਉਹ ਵੇਸਟ ਹੋ ਜਾਏਗਾ ਕੰਮ।
ਪੂਰਾ ਨਹੀਂ ਹੋਏਗਾ, ਕਿਸੇ ਹੱਦ ਤੱਕ ਹੋ ਜਾਏਗਾ। ਸੋ ਐਵੇਂ ਜੇ ਅਸੀਂ ਇੱਥੇ ਟ੍ਰੇਨਿੰਗ ਥੋੜ੍ਹੀ ਜਿਹੀ ਕਰ ਲਈਏ ਕਿ ਅਸੀਂ ਇੱਕ ਓਂਕਾਰ ਦੇ ਧਾਰਨੀ ਕਿਵੇਂ ਹੋਣਾ ਹੈ। ਜੇ ਕੋਈ ਗੜਬੜ ਕਰ ਰਿਹਾ ਤੁਹਾਡੇ ਰੂਮ ਦੇ ਵਿੱਚ ਜਾਂ ਬਾਹਰ ਕਰ ਰਿਹਾ, ਤਾਂ ਉਹਨੂੰ ਉਵੇਂ ਹੀ ਪਿਆਰ ਨਾਲ ਕਹਿਣਾ, ਜਿਵੇਂ ਤੁਸੀਂ ਵਾਹਿਗੁਰੂ ਜੀ ਨਾਲ ਬੋਲੋਗੇ। ਕਹਿਣਾ ਤਾਂ ਪਏਗਾ ਹੀ, ਪਰ ਐਵੇਂ ਹੀ ਕਹਿਣਾ ਕਿ ਤੁਹਾਨੂੰ ਉਹਦੇ 'ਚ ਉਹ ਵਾਹਿਗੁਰੂ ਜੀ ਨਜ਼ਰ ਆਉਣ। ਸੋ ਕੀ ਮਤਲਬ, ਜਿਹੜਾ ਪਾਸਟ ਵਿੱਚ ਹੈ ਉਹ ਨਿਰਵੈਰ ਨਹੀਂ ਹੋ ਸਕਦਾ, ਕਿਉਂਕਿ ਉਹਦੇ ਅੰਦਰ ਕੀ ਹੈ, ਹੇਟਰਡ ਹੈ, ਹੇਟ ਹੈ ਨਾ, ਗ੍ਰਜਸ ਨੇ, ਹੇਟ ਹੈ, ਭਾਵੇਂ ਉਹ ਸਮੇਂ ਨਾਲ ਹੈ, ਭਾਵੇਂ ਉਹ ਪਰਸਨ ਨਾਲ ਹੈ, ਭਾਵੇਂ ਉਹ ਪਲੇਸ ਨਾਲ ਹੈ। ਭਾਰ ਤਾਂ ਚੱਕਿਆ ਹੀ ਹੈ ਨਾ, ਉੱਥੇ ਗਿਆ ਸੀ ਇੱਦਾਂ ਹੋਇਆ, ਉਹਨੇ ਮੈਨੂੰ ਇੱਦਾਂ ਕੀਤਾ ਸੀ ਤਾਂ ਮੇਰੀ ਲਾਈਫ ਇੱਦਾਂ ਹੋ ਗਈ, ਉਹ ਚੱਕਿਆ ਹੋਇਆ ਸੀ। ਓਕੇ, ਹੁਣ ਫਿਊਚਰ 'ਚ ਆ ਜਾਈਏ। ਜਿਹੜਾ ਬੰਦਾ ਫਿਊਚਰ 'ਚ ਰਹਿੰਦਾ ਉਹਨੂੰ ਕੀ ਪ੍ਰੋਬਲਮ, ਵਾਟਸ ਦ ਪ੍ਰੋਬਲਮ, ਕੀ ਗਲਤ ਹੈ ਉਹਦੇ ਵਿੱਚ? ਭਵਿੱਖ ਵਿੱਚ ਰਹਿਣਾ ਕੀ? ਹਾਂਜੀ ਵੀਰ ਜੀ, ਫੀਅਰ, ਹਾਂ ਹਾਂਜੀ, ਓਵਰ ਥਿੰਕਿੰਗ, ਹਾਂਜੀ, ਹੋਰ ਕੁਛ? ਹਾਂਜੀ ਸੌਰੀ, ਇੱਕ ਤੁਸੀਂ ਪਹਿਲਾਂ ਬੋਲੋ। ਲਾਲਚ, ਹਾਂਜੀ, ਤੁਸੀਂ ਕੀ ਕਿਹਾ? ਓਕੇ, ਇੰਸਟੇਬਿਲਿਟੀ, ਠੀਕ ਹੈ, ਹਾਂ, ਅਨਸਰਟਨ, ਸਟ੍ਰੈਸ, ਹਾਂਜੀ, ਮੇਰੇ ਪੁਆਇੰਟ, ਹਾਂ ਠੀਕ ਹੈ। ਉਹ ਹਾਂਜੀ, ਮੈਂ ਸੁਣਿਆ ਨਹੀਂ। ਫੇਕ ਹੈਪੀਨੈਸ, ਉਹ ਕਿਵੇਂ? ਅੱਛਾ ਅੱਛਾ, ਠੀਕ ਹੈ, ਖਿਆਲੀ ਪਿਲਾਓ, ਐਵੇਂ ਕਹਿ ਲਓ। ਉਹਦਾ ਡਰੀਮ ਕਰਨਾ ਮਾੜੀ ਚੀਜ਼ ਹੈ? ਮਾੜੀ ਚੀਜ਼ ਹੈ ਡਰੀਮ ਕਰਨਾ? ਹਾਂ, ਇਸ ਚੀਜ਼ ਨੂੰ ਸਮਝਣਾ ਪਏਗਾ। ਜੇ ਡਰੀਮ ਨਹੀਂ ਹੋਏਗਾ, ਐਂਬੀਸ਼ਨ ਨਹੀਂ ਹੋਏਗਾ, ਆਪਾਂ ਕਰਾਂਗੇ ਕੀ? ਪਰ ਜਿਹਦੇ ਨਾਲ ਅਸੀਂ ਆਸਾਂ ਜੋੜ ਲਈਆਂ, ਐਕਸਪੈਕਟੇਸ਼ਨਸ ਜੋੜ ਲਈਆਂ, ਉੱਥੇ ਗੜਬੜ ਹੋ ਜਾਏਗੀ। ਬੜੀ ਫਾਈਨ ਲਾਈਨ ਹੈ ਇਹਦੇ ਵਿੱਚ, ਕਿਉਂਕਿ ਤੁਸੀਂ ਕੁਛ ਵੀ ਲਾਈਫ 'ਚ ਕਰਨਾ, ਪਹਿਲਾਂ ਤਾਂ ਤੁਹਾਡੇ ਅੰਦਰ, ਜਿੱਦਾਂ ਤੁਸੀਂ ਰਾਤੀ ਕਿਸੇ ਨੇ ਕਿਹਾ ਸੀ ਮੈਂ ਬੜਾ ਉੱਚੇ ਪੱਧਰ 'ਤੇ ਤਬਲੇ ਦੀ ਸੇਵਾ ਕਰਨਾ ਚਾਹੁੰਦਾ। ਮੈਂ ਧਿਆਨ ਨਾਲ ਸੁਣੀ ਤੁਹਾਡੀ ਸਾਰੀ ਗੱਲ, ਇਸ ਕਰਕੇ ਮੈਨੂੰ ਯਾਦ ਹੈ। ਕਿਸੇ ਨੇ ਕਿਹਾ ਸੀ ਨਾ, ਅੱਛੀ ਗੱਲ ਹੈ, ਕੋਈ ਮਾੜੀ ਗੱਲ ਤਾਂ ਨਹੀਂ ਹੈ। ਜੋ ਸੋਚਣਗੇ ਹੀ ਨਹੀਂ ਤੇ ਵਰਕ ਟੂਵਰਡਸ ਕਿੱਦਾਂ ਕਰਨਗੇ? ਕੋਈ ਕਹੇ ਮੈਂ ਫਿਜ਼ੀਓਥੈਰੇਪਿਸਟ ਬਣਨਾ ਹੈ ਜਾਂ ਬਣ ਗਿਆ, ਤਾਂ ਉਹ ਪਹਿਲਾਂ ਉਸ ਚੀਜ਼ 'ਚ ਐਡਮਿਸ਼ਨ ਲੈਣਗੇ ਤਾਂ ਹੀ ਬਣਨਗੇ ਨਾ। ਸੋ ਡਰੀਮ ਕਰਨਾ ਮਾੜੀ ਨਹੀਂ, ਪਰ ਜਦੋਂ ਉਹਦੇ ਨਾਲ ਅਸੀਂ ਐਕਸਪੈਕਟੇਸ਼ਨਸ ਜੋੜ ਦਿੱਤੀਆਂ ਔਰ ਦੁੱਖ ਜੋੜ ਦਿੱਤਾ ਕਿ ਮੈਂ ਬਣ ਨਹੀਂ ਰਿਹਾ, ਹੁਣੇ ਹੀ ਬਣ ਜਾਵਾਂ, ਜਾਂ ਮੇਰੀ ਐਕਸਪੈਕਟੇਸ਼ਨ ਦੇ ਲੈਵਲ ਦੇ ਨਾਲ ਕੰਮ ਨਹੀਂ ਹੋਇਆ, ਉੱਥੇ ਫਿਰ ਸਾਨੂੰ ਦੁੱਖ ਮਿਲੇਗਾ, ਕਿਉਂਕਿ ਆਸਾ ਦੇ ਵਿੱਚ ਸਾਨੂੰ ਉਹ ਦੁੱਖ ਮਿਲੇਗਾ ਨਾ। ਕਿਸੇ ਨੇ ਕਿਹਾ ਸੀ ਫੀਅਰ ਹੋਏਗਾ ਜਦੋਂ ਅਸੀਂ ਫਿਊਚਰ ਦੇ ਵਿੱਚ ਰਵਾਂਗੇ। ਮੰਨਦੇ ਹਾਂ ਇਸ ਚੀਜ਼ ਨੂੰ? ਜੇ ਅਸੀਂ ਫੀਅਰ 'ਚ ਆ ਗਏ, ਭੌ 'ਚ ਆ ਗਏ, ਤਾਂ ਕਿਹੜਾ ਗੁਣ ਚਲਾ ਗਿਆ ਦੂਰ? ਹਾਂ, ਦੋ ਤਾਂ ਸਿੱਧੇ ਹੀ ਚਲੇ ਗਏ। ਔਰ ਬੜੇ ਲੋ ਸਾਰੇ ਜਿਹੜੇ 8 ਗੁਣ ਨੇ ਪਰਮਾਤਮਾ ਦੇ ਦੱਸੇ ਮੰਗਲਾਚਰਨ ਦੇ ਵਿੱਚ, ਉਹ ਇੱਕ ਇੱਕ ਅਸੀਂ ਅਪਣਾਉਣਾ ਹੈ। ਪਰ ਜੇ ਅਸੀਂ ਸਿਰਫ 2 ਤੇ ਹੀ ਹਾਲੇ ਗੱਲ ਕਰੀਏ, ਜੇ ਇਹ ਦੋਨੋਂ ਵੀ ਸਾਡੀ ਲਾਈਫ 'ਚੋਂ ਚੱਲ ਗਏ ਨਾ, ਸਾਡੇ ਬੇਸਿਕ ਸਕਿੱਲਸ ਨਿਕਲ ਗਏ ਲਾਈਫ 'ਚੋਂ। ਬੇਸਿਕ ਸਕਿੱਲਸ ਅਸੀਂ ਨਿਵੈਰ ਦੇ ਵਿੱਚ ਹਾਂ, ਭੌ ਦੇ ਵਿੱਚ ਹਾਂ। ਭੌ ਦੇ ਵਿੱਚ ਤਾਂ ਜੀਣਾ ਇੱਕ ਮਰਨਾ ਹੀ ਆ, ਅਣਖ ਵੀ ਖਤਮ ਹੋ ਗਈ। ਸੋਵਰਨ, ਅਸੀਂ ਕਹਿੰਦੇ ਅਸੀਂ ਰਾਇਲ ਹਾਂ, ਅਸੀਂ ਕਹਿੰਦੇ ਹਾਂ ਨਾ, ਅਸੀਂ ਬਾਦਸ਼ਾਹ ਹੈਗੇ ਹਾਂ, ਅਸੀਂ ਸਰਦਾਰ ਹਾਂ, ਅਸੀਂ ਸਿੰਘ ਹਾਂ, ਅਸੀਂ ਸਿੰਘਣੀ ਹਾਂ। ਇਹ ਜਿੱਥੇ ਭੌ ਆ ਗਿਆ, ਬਾਕੀ ਸਾਰੀਆਂ ਚੀਜ਼ਾਂ ਖਤਮ ਹੋ ਗਈਆਂ। ਅਸੀਂ ਰਾਇਲ ਨਹੀਂ ਰਹੇ, ਅਸੀਂ ਬਾਦਸ਼ਾਹ ਨਹੀਂ ਰਹੇ। ਬਾਦਸ਼ਾਹ ਡਰਦਾ ਥੋੜ੍ਹੀ ਹੈ। ਨਾਲੇ ਜਿਹੜੇ ਪਾਤਸ਼ਾਹ ਦੇ ਅਸੀਂ ਬਾਦਸ਼ਾਹ ਵਾਂ, ਉਹ ਕਿਸੇ ਤੋਂ ਨਹੀਂ ਡਰਦਾ, ਕਿਉਂਕਿ ਉਹ ਆਪ ਨਿਰਭਉ ਹੈਗਾ। ਠੀਕ ਹੈ, ਤੁਸੀਂ ਮੇਰੇ ਨਾਲ ਹੀ ਹੋ, ਸਮਝ ਰਹੇ ਹੋ? ਜੇ ਉਹ ਨਿਰਭਉ ਹੈਗਾ ਤਾਂ ਅਸੀਂ ਵੀ ਨਿਰਭਉ ਹੋਣਾ। ਇੱਥੇ ਸਿਰਫ ਨਿਰਮਲ ਭੈ ਦੀ ਗੱਲ ਕੀਤੀ ਹੈ, ਜਿਹੜਾ ਸਾਡੇ ਸਾਰਿਆਂ ਦੇ ਵਿੱਚ ਲੋੜ ਹੈਗੀ ਹੈ, ਪਰ ਭਉ ਨਹੀਂ, ਜਿਹੜਾ ਡਰ ਕੇ ਜੀਣਾ। ਕਿਸ ਤੋਂ ਡਰਨਾ? ਆਣਾ ਹੋ ਜਾਏ, ਵੱਧ ਤੋਂ ਵੱਧ ਕੀ ਹੋ ਜਾਏਗਾ? ਕੱਲ੍ਹ ਇੱਕ ਛੋਟਾ ਜਿਹਾ ਬੱਚਾ ਖੇਲ ਰਿਹਾ ਸੀ, ਅਸੀਂ ਕਿਸੇ ਨੂੰ ਵਿਜ਼ਿਟ ਕਰਨ ਗਏ ਸੀ, ਅਤੇ ਉਹ ਕੁਛ ਜਿੱਦਾਂ ਅੰਬ ਉਹਨੇ ਮੱਲ ਲਏ ਆਪਣੇ ਉੱਤੇ, ਜਾਂ ਇੱਧਰ ਉੱਧਰ ਭੱਜ ਰਹੀ ਸੀ, ਛੋਟੀ ਜਿਹੀ ਬੱਚੀ 1.5 ਸਾਲ ਦੀ। ਮੈਨੂੰ ਬੜਾ ਚੰਗਾ ਲੱਗ ਰਿਹਾ ਸੀ ਉਹਦੇ ਵੱਲ ਵੇਖ ਕੇ, ਕਿੰਨੀ ਫਰੀਡਮ ਹੈ ਉਹਦੇ ਕੋਲ। ਤਾਂ ਉਹਦੇ ਘਰ ਦੇ ਮੈਂਬਰ, ਇੱਕ ਕਹਿ ਰਿਹਾ ਸੀ ਡੋਰ ਨਾ ਖੁੱਲ੍ਹਾ ਕਰਿਓ, ਉਹਦਾ ਹੱਥ ਆ ਜਾਏਗਾ। ਦੂਸਰਾ ਕਹਿ ਰਿਹਾ ਸੀ ਕੀ ਹੋ ਜਾਏਗਾ ਵੱਧ ਤੋਂ ਵੱਧ। ਮਤਲਬ ਡਿਫਰੈਂਟ ਪਰਸਪੈਕਟਿਵ ਹੈ ਨਾ। ਔਰ ਮੈਂ ਸਿਰਫ ਅਬਜ਼ਰਵ ਕਰ ਰਹੀ ਸੀ ਕਿ ਇਹ ਬੱਚੇ ਦੇ ਮਨ ਵਿੱਚ ਸਾਰੀ ਚੀਜ਼ ਜਾ ਰਹੀ ਹੈ। ਡਰ ਉਹਨੂੰ ਹੈ ਨਹੀਂ, ਪਰ ਪੈਦਾ ਕੀਤਾ ਜਾ ਰਿਹਾ ਕਿ ਜੇ ਤੇਰੇ ਹੱਥ ਲਿਬੜ ਗਏ ਤਾਂ ਗੰਦੀ ਚੀਜ਼ ਹੈ, ਜਾਂ ਜੇ ਤੂੰ ਬਾਹਰ ਨਿਕਲ ਗਈ ਡੋਰ ਤੋਂ ਤਾਂ ਗੰਦੀ ਚੀਜ਼ ਹੈ। ਅਸੀਂ ਸਮਝਾਉਣਾ ਤਾਂ ਹੈ, ਪਰ ਡਰ ਤੋਂ ਬਿਨਾਂ, ਇੱਕ ਬਾਊਂਡਰੀ ਸੈੱਟ ਕਰਕੇ। ਸੋ ਹੁਣ ਕੋਈ ਪ੍ਰੈਜ਼ੈਂਟ 'ਚ ਵੀ ਜਿੰਦਾ, ਵਰਤਮਾਨ 'ਚ ਵੀ ਜਿੰਦਾ। ਵਰਤਮਾਨ ਸਮਝਦੇ ਆ ਨਾ, ਕਿਉਂਕਿ ਸਾਨੂੰ ਹੁਕਮ ਵਰਤਮਾਨ 'ਚ ਹੀ ਜੀਂਦਾ ਹੈਗਾ। ਆਪਾਂ ਗੁਰਬਾਣੀ 'ਚ ਕਿੰਨੀਆਂ ਪੰਕਤੀਆਂ ਪੜ੍ਹਦੇ ਹਾਂ, ਆਪਣੇ ਪ੍ਰਭ ਸਿਓ ਹੋ ਸਾਵਧਾਨ। ਸਾਵਧਾਨ ਕਿੱਦਾਂ ਹੋ ਜਾਏਗਾ ਜੇ ਉੱਥੇ ਆ ਜਾਂ ਉੱਥੇ ਆ? ਇੱਥੇ ਤਾਂ ਹੈ ਹੀ ਨਹੀਂ, ਮੈਂ ਤਾਂ ਹਾਜ਼ਰ ਹੀ ਨਹੀਂ। ਉਹ ਸੁਣਿਆ ਨਾ ਸਾਖੀ, ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਜੇ ਮੈਂ ਹਾਜ਼ਰ ਹੀ ਨਹੀਂ ਤਾਂ ਉਹ ਘੰਟਾ ਵਾਹਿਗੁਰੂ ਵੀ ਕਹਿ ਲਿਆ। ਮੈਂ ਹਾਜ਼ਰ ਕਿੱਥੇ ਸੀ, ਕਿਹਦੀ ਅਟੈਂਡੈਂਸ 'ਚ ਸੀ? ਮੈਂ ਅਟੈਂਡੈਂਸ ਕਿ ਮੇਰੀ ਕਿੱਥੇ ਲੱਗ ਰਹੀ ਹੈ? ਹੁਣ ਇੱਥੇ ਵੀ ਆਪਾਂ ਕਿੰਨੇ ਜਾਣੇ ਬੈਠੇ ਹਾਂ, ਕੁਛ ਹਾਜ਼ਰ ਹੋਣਗੇ, ਕੁਛ ਨਹੀਂ ਹਾਜ਼ਰ ਹੋਣਗੇ। ਕਿਉਂ ਹੋਣਗੇ?
ਕਿਉਂਕਿ ਬੇਸਡ ਔਨ ਕਿਸ ਚੀਜ਼ 'ਤੇ ਕਿ ਤੁਹਾਡੀ ਸਟੋਰੀ ਕੀ ਹੈ। ਜਿਹੜੇ ਹੁਣ ਇਸ ਵੇਲੇ ਪਾਸਟ ਜਾਂ ਫਿਊਚਰ 'ਚ ਨੇ ਰਾਈਟ ਨਾਓ, ਆਪਣੇ ਆਪ ਨੂੰ ਪੁੱਛੋ ਮੇਰੀ ਸਟੋਰੀ ਕੀ ਹੈ ਹੁਣੇ ਹੀ। ਤੁਹਾਨੂੰ ਮੈਂ ਸ਼ੁਰੂ 'ਚ ਕਿਹਾ ਸੀ ਨਾ ਆਪਣੇ ਆਪ ਨੂੰ ਪੁੱਛੋ ਹਾਊ ਆਰ ਯੂ, ਤੁਹਾਡਾ ਹਾਲ ਕੀ ਹੈ। ਤੁਹਾਨੂੰ ਜਵਾਬ ਮਿਲਿਆ ਸੀ ਨਾ। ਫਿਰ ਇਹ ਵੀ ਪੁੱਛਿਆ ਸੀ ਕਿਉਂ, ਫਿਰ ਉਹਦੇ ਕੋਈ ਸਟੋਰੀ ਆਈ ਹੋਣੀ ਤੁਹਾਡੀ, ਤੁਹਾਨੂੰ ਆਪਣੀ ਆਈ ਹੋਣੀ ਸਾਰੀ ਸਟੋਰੀ। ਤੁਹਾਡੀ ਸਟੋਰੀ ਕੀ ਹੈ। ਜੇ ਮੰਨ ਲਓ ਸੱਚ ਵੀ ਹੈ ਤੁਹਾਡੀ ਸਟੋਰੀ, ਤੁਸੀਂ ਆਪਣੇ ਆਪ ਨੂੰ ਕਿੰਨਾ ਕੁ ਮਸਾਲਾ ਲਾ ਕੇ ਉਹ ਸਟੋਰੀ ਦੱਸ ਰਹੇ ਹੋ। ਮਸਾਲਾ ਲਾਉਣ 'ਚ ਸਾਰਿਆਂ ਨੂੰ ਬੜਾ ਮਜ਼ਾ ਆਉਂਦਾ, ਸਪੈਸ਼ਲੀ ਅਸੀਂ ਆਪਣੇ ਆਪ ਨੂੰ ਵਿਕਟਿਮ ਆਪਾਂ ਸਮਝਦੇ ਨਾ, ਵਿਚਾਰੇ ਬਣਾਉਣ 'ਚ ਸਾਨੂੰ ਮਜ਼ਾ ਆਉਂਦਾ। ਤਾਂ ਅਸੀਂ ਮਸਾਲਾ ਥੋੜ੍ਹਾ ਹੋਰ ਲਾ ਦਿੰਦੇ ਹਾਂ। ਮੇਰੀ ਸੱਸ ਹੈ ਜੀ ਇਸ ਕਰਕੇ ਮੇਰਾ ਪੰਗਾ ਪਿਆ ਹੋਇਆ, ਜਾਂ ਮੇਰਾ ਭਰਾ ਇੱਦਾਂ ਦਾ, ਨਹੀਂ ਤਾਂ ਮੇਰਾ ਬੜਾ ਗੁੱਡ ਹੋਣਾ ਸੀ ਸਿਸਟਮ, ਜਾਂ ਮੇਰੇ ਘਰ ਦੇ ਹਾਲਾਤ ਇੱਦਾਂ ਦੇ ਨੇ, ਜਾਂ ਮੈਨੂੰ ਐਜੂਕੇਸ਼ਨ ਨਹੀਂ ਮਿਲੀ। ਉਹ ਤਾਂ ਅਸੀਂ ਬਲੇਮ ਗੇਮ 'ਚ ਆ ਗਏ ਨਾ। ਹੁਣ ਤੁਹਾਡੇ ਕੋਲ ਓਪਰਚੁਨਿਟੀ ਆ, ਹੋ ਸਕਦਾ ਤੁਹਾਡੇ ਘਰ ਦੇ ਹਾਲਾਤ ਬਹੁਤ ਖਰਾਬ ਵੀ ਹੋਣ, ਦੁਨਿਆਵੀ ਲੈਵਲ 'ਤੇ ਮੈਂ ਕਹਿ ਰਹੀ ਹਾਂ, ਫਾਈਨੈਂਸ਼ੀਅਲੀ ਕਹਿ ਲਓ ਜਾਂ ਸਰਕਮਸਟੈਂਸਿਸ ਕਹਿ ਲਓ, ਇਮੋਸ਼ਨਲ ਲੈਵਲ 'ਤੇ ਕਹਿ ਲਓ, ਹੋ ਸਕਦਾ ਤੁਹਾਨੂੰ ਪਿਆਰ ਵੀ ਨਾ ਮਿਲਦਾ ਹੋਏ। ਫਿਰ ਕਿਹਦੇ ਨਾਲ ਤੁਸੀਂ ਕੰਪੇਅਰ ਕਰ ਰਹੇ ਹੋ। ਤੁਹਾਡੀ ਸਹੇਲੀ ਹੋਏਗੀ, ਕੋਈ ਤੁਹਾਡਾ ਦੋਸਤ ਮਿੱਤਰ ਹੋਏਗਾ, ਦੇਖੋ ਉਹਦੇ ਕੋਲ ਕਿੰਨਾ ਕੁਛ ਹੈ, ਜਾਂ ਉਹਦੇ ਪੇਰੈਂਟਸ ਉਹਨੂੰ ਕਿੰਨਾ ਕੁਛ ਲੈ ਕੇ ਦਿੰਦੇ ਨੇ, ਜਾਂ ਵਟਐਵਰ। ਇਹ ਕੀ ਆ ਗਈ ਸਟੋਰੀ। ਇੱਥੇ ਫਿਰ ਤੁਸੀਂ ਕੀ ਕਰਨਾ, ਇਹਨੂੰ ਮਸਾਲੇ ਲਾ ਕੇ ਆਪਣੇ ਆਪ ਨੂੰ ਦੁਖੀ ਕਰੀ ਜਾਣਾ। ਮਜ਼ਾ ਬਹੁਤ ਆਉਂਦਾ ਆਪਣੇ ਆਪ ਨੂੰ ਦੁਖੀ ਕਰਨ 'ਚ, ਕਿਉਂਕਿ ਦੁਨੀਆ ਨਹੀਂ ਨਾ ਇਨਫ ਦੁਖੀ ਕਰਦੀ, ਫਿਰ ਅਸੀਂ ਕਹਿੰਦੇ ਆਪਣੇ ਆਪ ਨੂੰ ਆਪੇ ਹੀ ਦੁਖੀ ਕਰ ਲਈਏ। ਉਹ ਇੰਨਾ ਦੁੱਖ ਬਾਹਰੋਂ ਨਹੀਂ ਆ ਰਿਹਾ ਜਿੰਨਾ ਅਸੀਂ ਆਪਣੇ ਆਪ ਨੂੰ ਅੰਦਰੋਂ ਦੇ ਰਹੇ ਹਾਂ। ਸੋ ਆਪਣੇ ਆਪ ਨੂੰ ਥੋੜ੍ਹਾ ਜਿਹਾ ਐਨਾਲਾਈਜ਼ ਕਰ ਲਓ। ਇੱਥੇ ਅਸੀਂ ਅਗਲੀ ਸਲਾਈਡ 'ਤੇ ਨਾ ਵੀ ਜਾਈਏ ਨਾ, ਮੈਨੂੰ ਕੋਈ ਪਰਵਾਹ ਨਹੀਂ, ਜੇ ਤੁਸੀਂ ਆਪਣੇ ਆਪ ਨੂੰ ਇਸ ਚੀਜ਼ ਨੂੰ ਸਮਝ ਸਕੋ, ਕਿਉਂਕਿ ਇਹ ਹੈਲਪ ਕਰੇਗੀ। ਸਾਨੂੰ ਇਹ ਚੀਜ਼ਾਂ ਨਹੀਂ ਸੀ ਦੱਸੀਆਂ ਸੀ, ਤੁਹਾਡੀ ਉਮਰ ਸੀ ਉਦੋਂ ਖਾਲਸਾ ਕੈਂਪ ਨਹੀਂ ਹੁੰਦੇ ਸੀ। ਸੱਚੀ ਮੈਂ ਤੁਹਾਨੂੰ ਪਿਛਲੀ ਵਾਰ ਵੀ ਦੱਸਿਆ ਸੀ, ਮੈਨੂੰ ਬਹੁਤ ਕਈ ਵਾਰ ਉਹ ਫੀਲ ਹੁੰਦਾ ਹੈ ਜਿੱਦਾਂ ਕਹਿੰਦੇ ਨਾ ਬੈਕ ਇਨ ਟਾਈਮ ਮਸ਼ੀਨ, ਅਸੀਂ ਨਹੀਂ ਜਾ ਸਕਦੇ। ਪਰ ਸ਼ੁਕਰ ਹੈ ਸਾਨੂੰ ਸੰਗਤ ਮਿਲ ਗਈ ਬਾਅਦ ਵਿੱਚ, ਕਿ ਗੁਰੂ ਸਾਹਿਬ ਨੇ ਆਪੇ ਸੋਝੀ ਦਿੱਤੀ। ਸੋ ਆਪਣੇ ਆਪ ਨੂੰ ਪੁੱਛੋ ਇਹ ਸਟੋਰੀ ਕੀ ਹੈ। ਜੇ ਉਹ ਸਟੋਰੀ ਤੁਹਾਨੂੰ ਤੁਹਾਡਾ ਪਰਪਸ ਹੱਲ ਕਰ ਰਹੀ ਹੈ, ਮਤਲਬ ਤੁਹਾਨੂੰ ਹੈਲਪ ਕਰ ਰਹੀ ਹੈ, ਫਿਰ ਤਾਂ ਠੀਕ ਹੈ। ਜੇ ਉਹ ਸਟੋਰੀ ਨਹੀਂ ਤੁਹਾਨੂੰ ਹੈਲਪ ਕਰ ਰਹੀ, ਕੀ ਤੁਸੀਂ ਉਹਨੂੰ ਚੇਂਜ ਕਰ ਸਕਦੇ ਹੋ ਸਟੋਰੀ ਨੂੰ। ਨਹੀਂ ਕਰ ਸਕਦੇ। ਕਰ ਸਕਦੇ ਹੋ, 100% ਕਰ ਸਕਦੇ ਹੋ। ਕਿਵੇਂ ਕਰੋਗੇ। ਅੱਛਾ ਕੌਣ ਕਹਿ ਰਿਹਾ ਕਰ ਸਕਦੇ ਹਾਂ, ਕਿਸੇ ਨੇ ਕਿਹਾ ਸੀ। ਹਾਂਜੀ ਦੱਸੋ ਵੀਰ ਜੀ, ਤੁਸੀਂ ਕਿੱਦਾਂ ਕਰੋਗੇ। ਹਾਂ ਵੈਰੀ ਗੁੱਡ। ਤੁਸੀਂ ਸਾਈਕੋਲੋਜਿਸਟ ਤਾਂ ਨਹੀਂ। ਓਕੇ ਯੂ ਆਰ ਗੁੱਡ ਚਾਂਸ। ਕਿ ਪਿੱਛੇ ਤੁਸੀਂ ਕਿਹਾ ਵੀ ਪਿਛਲਾ ਛੱਡ ਕੇ ਜੇ ਹੁਣ ਦਾ ਫੋਕਸ ਕਰੀਏ ਤਾਂ ਅਗਲਾ ਤਾਂ ਹੀ ਠੀਕ ਹੋਏਗਾ ਨਾ, ਨਹੀਂ ਤਾਂ ਅਗਲਾ ਸੋਚਦੇ ਸੋਚਦੇ ਹੁਣ ਵਾਲਾ ਸਮਾਂ ਵੀ ਗਵਾ ਲੈਣਾ। ਉਹ 'ਚ ਤੁਸੀਂ ਚੇਂਜ ਨਹੀਂ ਕਰ ਸਕਦੇ, ਸਰਕਮਸਟੈਂਸਿਸ ਨਹੀਂ ਚੇਂਜ ਕਰ ਸਕਦੇ। ਸਰਕਮਸਟੈਂਸਿਸ ਉਹੀ ਰਹਿਣਗੇ, ਪਰ ਤੁਸੀਂ ਮਿਰਚ ਮਸਾਲਾ ਲਾਣਾ ਨਾ, ਉਹ ਚੇਂਜ ਕਰ ਸਕਦੇ ਹੋ। ਠੀਕ ਹੈ, ਤੁਸੀਂ ਉਹਨੂੰ ਚੇਂਜ ਕਰਕੇ ਐਵੇਂ ਕਹਿ ਦਿਓ ਕਿ ਹਾਂ ਭਾਵੇਂ ਹਾਲਾਤ ਇੱਦਾਂ ਦੇ ਨੇ, ਪਰ ਮੈਂ ਫਿਰ ਵੀ ਦ੍ਰਿੜ ਹਾਂ, ਮੈਂ ਕਰ ਸਕਦਾ। ਕਿਸ ਤਰ੍ਹਾਂ ਦੇ ਹਾਲਾਤ ਵਿੱਚ ਸਾਡੇ ਪੰਥ ਲੰਘਿਆ, ਕੋਈ ਸਾਡੇ ਲਈ ਕੋਈ ਨਵੀਆਂ ਗੱਲਾਂ ਨਹੀਂ ਹੈਗੀਆਂ। ਕਿੱਦਾਂ ਦੇ ਹਾਲਾਤ ਸੀ, ਫਿਰ ਵੀ ਅਸੀਂ ਇੱਥੇ ਬੈਠੇ ਹਾਂ, ਤਿਆਰ ਸਾਰੇ ਬੈਠੇ ਹਾਂ, ਹੈ ਨਾ। ਦਸਤਾਰਾਂ ਦੇ ਮੁੱਲ ਸੀ ਨਾ, ਸਿਰਾਂ ਦੇ ਮੁੱਲ ਸੀਗੇ। ਕਿੱਥੇ ਕੀ ਨਹੀਂ ਹੋਇਆ ਸਾਡੀ ਕੌਮ ਦੇ ਨਾਲ, ਫਿਰ ਵੀ ਅਸੀਂ ਇੱਥੇ ਜੇ ਖੜ੍ਹੇ ਹਾਂ। ਇੱਥੇ ਅਸੀਂ ਸੰਗਤ ਤੌਰ 'ਤੇ ਇਕੱਠੇ ਬੈਠੇ ਹਾਂ ਔਰ ਗੁਰੂ ਦਾ ਜਸ ਇਕੱਠੇ ਗਾ ਸਕਦੇ ਹਾਂ ਪੂਰੇ ਹੱਕ ਦੇ ਨਾਲ। ਦ੍ਰਿੜਤਾ ਹੈ ਨਾ, ਇੱਕ ਭਰੋਸਾ ਵੀ ਹੈਗਾ ਗੁਰੂ 'ਤੇ। ਸੋ ਅਸੀਂ ਆਪਣੀ ਸਟੋਰੀ ਨੂੰ ਚੇਂਜ ਕਰੀਏ, ਅੱਜ ਹੀ ਚੇਂਜ ਕਰੀਏ ਜੇ ਸਾਡੀ ਸਟੋਰੀ ਸਾਨੂੰ ਕੰਮ ਨਹੀਂ ਦੇ ਰਹੀ। ਔਰ ਥੱਲੇ ਮੈਂ ਲਿਖਿਆ ਹੈ ਵਰਡ ਵਿਊ ਸਮਝਦੇ ਹਾਂ ਆਪਾਂ, ਕੋਈ ਸਮਝਦਾ। ਹਾਂਜੀ ਤੁਸੀਂ ਕਿਹੜਾ ਲੈਂਸ ਲਾਇਆ, ਸਿੰਪਲ ਜੀ ਗੱਲ ਭਈ ਅਸੀਂ ਲੈਂਸ ਦੀ ਗੱਲ ਚੱਲ ਰਹੀ ਸੀ ਨਾ, ਤੁਸੀਂ ਕਿਹੜਾ ਲੈਂਸ ਲਾਇਆ। ਇਹ ਲੈਂਸ ਜਿਹੜਾ ਹੋ ਸਕਦਾ ਤੁਹਾਡੀ ਅਪਬ੍ਰਿੰਗਿੰਗ, ਤੁਹਾਡਾ ਕਿਸ ਤਰ੍ਹਾਂ ਦੇ ਪਰਿਵਾਰ 'ਚ ਜਨਮ ਹੋਇਆ, ਤੁਹਾਨੂੰ ਕੀ ਸਿਖਾਇਆ ਗਿਆ। ਹੁਣ ਕੱਲ੍ਹ ਕੋਈ ਗੱਲ ਕਰ ਰਿਹਾ ਸੀ ਅਤੇ ਬੱਚਾ ਹੀ ਬੋਲ ਰਿਹਾ ਸੀ ਮਾਊ ਆ ਜਾਏਗਾ। ਮਾਊ ਕਿੱਥੋਂ ਆਏਗਾ, ਕਿਹੜਾ ਮਾਊ। ਅਸੀਂ ਵੀ ਬੜਾ ਡਰਦੇ ਸੀ ਮਾਊ ਤੋਂ, ਸ਼ੁਕਰ ਹੈ ਹੁਣ ਛੁਟਕਾਰਾ ਹੋਇਆ ਮਾਊ ਤੋਂ। ਕਿਉਂਕਿ ਇਹ ਨਿੱਕੀ ਜਿਹੀ ਗੱਲ ਮਾਊ ਆ ਜਾਏਗਾ। ਉਹ ਸ਼ੁਰੂ 'ਚ ਹੀ, ਓ ਮਾਈ ਗੋਡ, ਸ਼ੁਰੂ 'ਚ ਹੀ ਤਾਂ ਅਸੀਂ ਬਣਾਉਣੇ ਸੀ ਉਹਨਾਂ ਨੂੰ। ਕੀ ਬਣਾਉਣਾ ਸੀ ਅਸੀਂ, ਕਿ ਜੇ ਤੁਸੀਂ ਨੇਸ਼ਨ ਲੀਡ ਕਰਨਾ ਨਾ, ਤਾਂ ਉਹ ਮਾਊ ਤੋਂ ਹੀ ਡਰ ਕੇ ਬਹਿ ਜਾਏਗਾ, ਉਹਨੇ ਨੇਸ਼ਨ ਕੀ ਲੀਡ ਕਰਨਾ। ਇਹ ਬੜੀਆਂ ਲੱਗਦੀਆਂ ਥੋੜ੍ਹੀਆਂ ਹਾਸੋਹੀਣੀਆਂ ਗੱਲਾਂ, ਚਲੋ ਠੀਕ ਹੈ, ਪਰ ਇਹਦੇ 'ਚ ਬੜਾ ਵੱਡਾ ਕੌਨਸੈਪਟ ਹੈਗਾ। ਜੇ ਤੁਹਾਡੇ 'ਚ ਹੁਣ ਵੀ ਮਾਊ ਬੈਠਾ ਨਾ, ਉਹਨੂੰ ਇੱਥੇ ਸੁੱਟ ਜਾਓ, ਕੋਈ ਮਾਊ ਨਹੀਂ ਹੈਗਾ। ਆਪਣੇ ਬੱਚਿਆਂ ਨੂੰ ਵੀ ਦੱਸ ਦਿਓ ਜਾ ਕੇ। ਉਹ ਮਾਵਾਂ ਲਈ ਅਤੇ ਡੈਡਸ ਲਈ ਸੌਖਾ ਹੁੰਦਾ, ਚੱਲ ਮਾਊ ਦਾ ਨਾਮ ਲਓ, ਬੱਚਾ ਟਿਕ ਕੇ ਬਹਿ ਜਾਊਗਾ। ਅੱਜ ਤਾਂ ਤੁਸੀਂ ਉਹਨੂੰ ਬਿਠਾ ਦੋਗੇ ਸਾਰੀ ਉਮਰ ਲਈ, ਫਿਰ ਉਹ ਖੁੱਲ੍ਹ ਨਹੀਂ ਪਾਏਗਾ, ਕਿਉਂਕਿ ਕਿਤੇ ਨਾ ਕਿਤੇ ਪਿੱਛੇ ਮਾਊ ਬੈਠਾ ਹੀ ਹੈ। ਉਹ ਇਹੋ ਜਿਹਾ ਜੁੜ ਜਾਂਦਾ ਤੁਹਾਡੇ ਨਾਲ ਮਾਊ, ਭਾਵੇਂ ਉਹ ਇਨਵਿਜ਼ੀਬਲ ਮਾਊ ਹੈ, ਭਾਵੇਂ ਤੁਹਾਨੂੰ ਕਿਸੇ ਹੋਰ ਚੀਜ਼ ਤੋਂ ਡਰਾਇਆ ਗਿਆ, ਇਹੋ ਜਿਹਾ ਜੁੜ ਜਾਂਦਾ ਹੈ ਕਿ ਤੁਸੀਂ ਲਾ ਕੇ ਵੀ ਸੁੱਟਣਾ ਦੀ ਕੋਸ਼ਿਸ਼ ਕਰੋ, ਫਿਰ ਛੱਡ ਨਹੀਂ ਹੁੰਦਾ।
ठीक है। ਵੱਧ ਤੋਂ ਵੱਧ ਕੀ ਹੋ ਜਾਏਗਾ, ਆਪਣੇ ਆਪ ਨੂੰ ਇਹ ਪੁੱਛਿਆ ਕਰੋ ਕੀ ਹੋ ਜਾਊਗਾ। ਠੀਕ ਹੈ। ਇੱਕ ਭਰੋਸਾ, ਫੇਥ ਹੋਏ ਆਪਣੇ ਗੁਰੂ 'ਤੇ। ਜੇ ਤੁਸੀਂ ਠੀਕ ਹੋ ਨਾ, ਗੁਰੂ ਦਾ ਹੱਥ ਹਮੇਸ਼ਾ ਤੁਹਾਡੇ ਸਿਰ 'ਤੇ ਹੈ। ਬਾਏ ਦਾ ਵੇ ਇਹ ਵੀ ਕਹਿਣਾ ਮੈਨੂੰ ਲੱਗਦਾ ਠੀਕ ਨਹੀਂ ਜੇ ਤੁਸੀਂ ਠੀਕ ਹੋ, ਕਿਉਂਕਿ ਗੁਰੂ ਤਾਂ ਸਾਰਿਆਂ ਨੂੰ ਪਿਆਰ ਕਰਦਾ। ਪਰ ਇੱਦਾਂ ਕਹਿ ਸਕਦੇ ਹਾਂ ਕਿ ਜੇ ਤੁਸੀਂ ਠੀਕ ਹੋ ਤੁਹਾਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਏਗਾ ਗੁਰੂ ਦਾ ਹੱਥ ਤੁਹਾਡੇ ਸਿਰ 'ਤੇ, ਕਿਉਂਕਿ ਤੁਹਾਨੂੰ ਪ੍ਰੈਜ਼ੈਂਸ ਫੀਲ ਹੋਣੀ ਸ਼ੁਰੂ ਹੋ ਜਾਏਗੀ ਨਾ, ਇਹ ਫ਼ਰਕ ਪੈ ਜਾਏਗਾ। ਸੋ ਅਸੀਂ ਆਪਣੇ ਆਪ 'ਤੇ ਪਹਿਲਾਂ ਝਾਤੀ ਮਾਰੀਏ ਕਿ ਮੇਰਾ ਵਰਡ ਵਿਊ ਕੀ ਹੈ, ਕੀ ਮੈਨੂੰ ਚੇਂਜ ਕਰਨ ਦੀ ਲੋੜ ਹੈ। ਇਹ ਵੀ ਆਪਣੇ ਨੂੰ ਪੁੱਛਣਾ ਪਏਗਾ ਕਿ ਮੈਂ ਇੱਥੇ ਆ ਕੇ ਵੀ ਜੱਜ ਤੇ ਨਹੀਂ ਕਰ ਰਿਹਾ ਸਾਰਿਆਂ ਨੂੰ। ਹੁਣ ਮੈਂ ਵੀ ਕਹਿ ਹੀ ਦੇਵਾਂ, ਹੁਣ ਕੱਲ੍ਹ ਤੁਸੀਂ ਜਦੋਂ ਅੱਗੇ ਬੋਲ ਰਹੇ ਸੀ, ਪਿੱਛੇ ਮੈਂ ਸਭ ਤੋਂ ਪਿੱਛੇ ਬੈਠੀ ਸੀ, ਪਿੱਛੇ ਕੁਛ ਹੱਸ ਵੀ ਰਹੇ ਸੀ ਜਦੋਂ ਕੋਈ ਬੋਲਦਾ ਸੀ ਕੁਛ ਪਿੱਛੇ, ਉਹ ਹੋ ਸਕਦਾ ਉਦੋਂ ਹੀ ਹੱਸਦੇ ਹੋਣ, ਮੈਂ ਉਹਨਾਂ ਨੂੰ ਵੀ ਜੱਜ ਨਹੀਂ ਕਰ ਰਹੀ। ਪਰ ਅਸੀਂ ਜੇ ਐਵੇਂ ਇੱਕ ਦੂਸਰੇ ਨੂੰ ਕਰਾਂਗੇ ਨਾ ਰਿਐਲਿਟੀ 'ਚ, ਇੱਥੇ ਤਾਂ ਚਲੋ ਤੁਸੀਂ ਸਾਰੇ ਇੱਕ ਦੂਸਰੇ ਨੂੰ ਜਾਣਦੇ ਹੋ, ਦੋਸਤ ਮਿੱਤਰ ਹੋ, ਕਹਿ ਸਕਦੇ ਹੋ, ਅਤੇ ਅਸੀਂ ਉਹਨੂੰ ਚੁੱਪ ਕਰਾ ਰਹੇ ਹਾਂ। ਤੁਸੀਂ ਕੁਛ ਕਿਹਾ, ਮੇਰੇ ਨਾਲ ਕੋਈ ਗੱਲ ਕੀਤੀ, ਮੈਂ ਅੱਗੋਂ ਤੁਹਾਡੀ ਖਿੱਲੀ ਉਡਾਤੀ, ਤੁਸੀਂ ਬੋਲੋਗੇ ਅੱਗੋਂ, ਤੁਹਾਡਾ ਜੀਅ ਕਰੇਗਾ, ਕਿਵੇਂ ਫੀਲ ਹੋਏਗਾ ਨਾ, ਬੰਦਾ ਚੁੱਪ ਕਰ ਜਾਏਗਾ ਨਾ। ਫਰੀਡਮ ਦਈਏ ਆਪਣੇ ਘਰਾਂ 'ਚ ਵੀ, ਇੱਕ ਦੂਸਰੇ ਨੂੰ ਵੀ, ਭਾਵੇਂ ਤੁਸੀਂ ਮੈਰਿਡ ਹੋ, ਨਹੀਂ ਮੈਰਿਡ, ਬੱਚੇ ਨੇ, ਜਿਵੇਂ ਵੀ ਹੈਗਾ, ਕਿ ਫਰੀਡਮ ਆਫ ਸਪੀਚ ਹੋਏ। ਇਸ ਚੀਜ਼ ਦਾ ਅਸੀਂ ਧਿਆਨ ਰੱਖਣਾ ਹੈ ਕਿ ਆਪਣਾ ਵਰਡ ਵਿਊ ਵੀ ਚੇਂਜ ਕਰਨਾ। ਇਹ ਅਸੀਂ ਹੁਣੇ ਪੜ੍ਹ ਕੇ ਆਏ ਹਾਂ, ਜੈਸਾ ਰੰਗ ਕੁਸੁੰਭ ਕਾ ਤੈਸਾ ਏ ਸੰਸਾਰ, ਮੇਰੇ ਰਮਈਏ ਰੰਗ ਮਜੀਠ ਕਾ ਕਹੋ ਰਵਿਦਾਸ ਚਮਾਰ। ਕਿਉਂਕਿ ਜਿਹੜਾ ਸੋਸ਼ਲ ਮੀਡੀਆ ਦੀ ਗੱਲ ਕੀਤੀ ਹੈ, ਜਾਂ ਪਾਸਟ ਦੀ ਹੈ ਜਾਂ ਫਿਊਚਰ ਦੀ ਹੈ, ਹੈਗਾ ਤਾਂ ਸਾਰਾ ਕੁਛ ਟੈਂਪਰੇਰੀ ਨਾ, ਇਹ ਰੰਗ ਸਾਰਾ ਟੈਂਪਰੇਰੀ ਹੈ। ਇਹ ਜ਼ਰੂਰੀ ਹੈ ਲਾਈਫ ਦੇ ਵਿੱਚ ਸੈਟਲ ਹੋਣਾ ਵੀ, ਪਰ ਸਾਡਾ ਪਰਪਸ, ਸਾਡਾ ਮੁੱਦਾ ਕੁਛ ਹੋਰ ਹੋਏ, ਸਾਡਾ ਮਿਸ਼ਨ ਕੁਛ ਹੋਰ ਹੋਏ। ਸਿਰਫ ਜੇ ਉਰੇ ਤੱਕ ਰਹਿ ਗਏ ਤਾਂ ਉਹ ਫਿਰ ਜਿੱਦਾਂ ਉਹਦਾ ਰੰਗ ਉਤਰ ਜਾਂਦਾ ਨਾ। ਤੁਸੀਂ ਤਾਂ ਇੱਥੇ ਦੇਖਿਆ ਹੋਣਾ, ਇਹ ਕਹਿੰਦੇ ਇਹ ਜਿਹੜਾ ਫੁੱਲ ਹੁੰਦਾ ਦੇਖਿਆ, ਸੈਫਲਾਵਰ ਫਲਾਵਰ ਕਹਿੰਦੇ ਨੇ, ਅਸੀਂ ਤਾਂ ਵੇਖਿਆ ਨਹੀਂ, ਕਹਿੰਦੇ ਬੜਾ ਕੱਚਾ ਰੰਗ ਹੁੰਦਾ ਹੈ। ਅੱਛਾ, ਮੈਂ ਕਿਹਾ ਸੀ ਵੀ ਸ਼ਾਇਦ ਇੱਥੇ ਦੇਖਣ ਨੂੰ ਮਿਲੇ ਬਈ। ਇੱਕ ਫਿਰ ਮਜੀਠ ਦਾ ਕਹਿੰਦੇ ਨੇ, ਇੱਕ ਮਜੀਠ ਦਾ ਕਹਿੰਦੇ ਨੇ, ਇੱਕ ਉਹਦਾ ਕਹਿੰਦੇ ਨੇ ਆਪਦਾ ਕਸੁੰਭ ਦਾ। ਪੁਰਾਣੇ ਕੱਪੜੇ ਰੰਗਦੇ ਸੀ, ਇਹਨਾਂ ਨੂੰ ਲੈ ਕੇ ਰੱਖਦੇ ਸੀ। ਹਾਂ, ਜਿਹੜਾ ਕਸੁੰਭ ਦਾ ਸੀ ਕਹਿੰਦੇ ਸੀ ਉਹ ਚੁੰਨੀ ਦਾ ਰੰਗ ਲੱਥ ਜਾਣਾ, ਪੱਗ ਦਾ ਰੰਗ ਲੱਥ ਜਾਣਾ। ਹਾਂਜੀ, ਅੱਛਾ, ਹਾਂ, ਮਤਲਬ ਪੱਕਾ ਰੰਗ ਹੈ ਨਾ। ਅਤੇ ਅਸੀਂ ਪੱਕੇ ਰੰਗ ਵਾਲਾ ਕੰਮ ਕਰਨਾ ਆਪਣੀ ਲਾਈਫ ਦੇ ਵਿੱਚ, ਕਿ ਠੀਕ ਹੈ ਤੁਸੀਂ ਆਪਣੀ ਜੋਬ ਜਾਂ ਪੜ੍ਹਾਈ ਉਹ ਸਾਰਾ ਕੁਛ ਕਰ ਰਹੇ ਹੋ, ਪਰ ਨਾਲ ਨਾਲ ਪੱਕੇ ਰੰਗ ਵਾਲਾ ਕੰਮ ਹੋ ਰਿਹਾ ਕਿ ਨਹੀਂ ਹੋ ਰਿਹਾ, ਇਹ ਵੀ ਤੁਸੀਂ ਆਪਣੇ ਆਪ ਨੂੰ ਐਨਾਲਾਈਜ਼ ਹੀ ਕਰਨਾ ਹੈਗਾ। ਠੀਕ ਹੈ, ਮੈਂ ਸਕਿਪ ਕਰਕੇ ਅੱਗੇ ਚੱਲ ਰਹੀ ਹਾਂ। ਸੋ ਗੁਰਮਤਿ ਕੀ ਕਹਿ ਰਹੀ ਹੈ, ਦਿਲ ਮੈਂ ਜਾਨੋ ਸਭ ਫਿਲਹਾਲਾ। ਫਿਲਹਾਲ ਕੀ ਹੁੰਦਾ, ਟੈਂਪਰਰੀ। ਫਿਲਹਾਲ ਤਾਂ ਇੱਦਾਂ ਆਪਾਂ ਕਹਿੰਦੇ ਨਾ, ਫਿਲਹਾਲ ਇੱਦਾਂ। ਇੱਕ ਹੋਰ ਤੁਹਾਨੂੰ ਤਾਂ ਜ਼ਿਆਦਾ ਸੋਝੀ ਹੋਣੀ ਹੈ ਇੱਥੇ, ਔਰ ਈਜ਼ੀ ਵੀ ਤੁਹਾਡੇ ਲਈ, ਜਿਹੜੇ ਗੁਰਬਾਣੀ 'ਚ ਅੱਖਰ ਵਰਤੇ ਗਏ ਨੇ ਨਾ, ਜੇ ਅਸੀਂ ਇਹਨਾਂ ਨੂੰ ਥੋੜ੍ਹਾ ਥੋੜ੍ਹਾ ਆਪਣੀ ਲਾਈਫ 'ਚ ਵਰਤਣ ਲੱਗ ਜਾਈਏ, ਮਤਲਬ ਆਮ ਕੈਜੂਅਲ ਚੈਟ ਦੇ ਵਿੱਚ, ਜਿੱਦਾਂ ਆਪਾਂ ਕਹਿ ਦਿੰਦੇ ਹਾਂ ਮੈਨੂੰ ਵਿਸਰ ਗਿਆ ਹੈ ਨਾ, ਇਹ ਤਾਂ ਰੰਗ ਕੁਸੁੰਭ ਦਾ ਸੀਗਾ। ਗੁਰਬਾਣੀ ਬੜੀ ਪਿਆਰੀ ਹੋਰ ਲਾਈਫ ਦੇ ਵਿੱਚ ਇੰਪਲੀਮੈਂਟੇਸ਼ਨ ਹੋਣ ਲੱਗ ਜਾਏਗੀ, ਕਿਉਂਕਿ ਸਮਝ ਆਉਣ ਲੱਗ ਜਾਏਗੀ ਨਾ। ਇੱਦਾਂ ਅਸੀਂ ਕਹਿੰਦੇ ਹਾਂ ਵੀ ਪਤਾ ਨਹੀਂ ਕੀ ਲਿਖਿਆ। ਹੁਣ ਫਿਲਹਾਲ ਤਾਂ ਜਿਹੜਾ ਅੱਖਰ ਹੈ ਤੁਸੀਂ ਆਮ ਵਰਤਦੇ ਹੋ ਨਾ। ਹੁਣ ਦਿਲ ਮੈਂ ਜਾਨੋ ਸਭ ਫਿਲਹਾਲਾ, ਕੋਈ ਔਖਾ ਤਾਂ ਨਹੀਂ ਜੇ ਇਹਨੂੰ ਬ੍ਰੇਕ ਡਾਊਨ ਕਰਨਾ ਹੋਏ। ਖਿਲਖਾਨਾ ਬਿਰਾਦਰ ਹਮੂ ਜੰਜਾਲਾ, ਥੱਲੇ ਲਿਖਿਆ ਹੋਇਆ ਟਰਾਂਸਲੇਸ਼ਨ ਉਹਦਾ, ਮੀਰ ਮਲਕ ਉਮਰੇ ਫਨ ਆਇਆ, ਏਕ ਮੁਕਾਮ ਖੁਦਾਏ ਦਰਾ। ਕਿਹੜੀ ਚੀਜ਼ ਪੱਕੀ ਦੱਸੀ ਇੱਥੇ, ਇੱਕ ਮੁਕਾਮ ਵੀ ਸਮਝਦੇ ਨਾ, ਆਪਣੇ ਮੁਕਾਮ 'ਤੇ ਪਹੁੰਚ ਗਿਆ। ਖੁਦਾਏ ਦਰਾ, ਖੁਦਾ ਦਾ ਦਰ। ਉਹ ਕਿੱਥੇ ਖੁਦਾ ਦਾ ਦਰ, ਸੱਚਖੰਡ ਕਿੱਥੇ ਹੈ। ਚਲੋ ਡਿਫਰੈਂਟ ਟੌਪਿਕ ਹੋ ਜਾਣਾ, ਮੈਂ ਨਾ ਹੀ ਖੋਲ੍ਹਾਂ। ਹਾਂ, ਪਰ ਹਾਲੇ ਅਸੀਂ ਇੱਥੇ ਪ੍ਰੈਜ਼ੈਂਟ 'ਤੇ ਹੀ ਲੈ ਕੇ ਚੱਲ ਰਹੇ ਹਾਂ। ਜਦੋਂ ਅਸੀਂ ਜਿਹੜੇ ਮੂਮੈਂਟ 'ਚ ਅਸੀਂ ਉਹਨੂੰ ਮਹਿਸੂਸ ਕਰ ਲਿਆ, ਉੱਥੇ ਅਸੀਂ ਹਾਜ਼ਰ ਹੋ ਗਏ। ਉਹ ਸਾਡੇ ਲਈ ਉਹ ਖੁਦਾ ਹਾਜ਼ਰ, ਅਸੀਂ ਹਾਜ਼ਰ ਹੋ ਗਏ ਖੁਦਾ ਲਈ। ਜਿਹੜੇ ਮੂਮੈਂਟ 'ਚ ਅਸੀਂ ਭੁੱਲ ਗਏ, ਉੱਥੇ ਅਸੀਂ ਬਿਲਕੁਲ ਵਿਸਰ ਗਏ, ਦੂਰ ਹੋ ਗਏ, ਉਹ ਦੂਰ ਚਲੇ ਗਏ। ਠੀਕ ਹੈ, ਮੇਰਾ ਸਮਾਂ ਤਾਂ ਤਕਰੀਬਨ ਹੋ ਗਿਆ ਨਾ, 10 ਮਿੰਟ ਨੇ ਹੈਗਾ। ਠੀਕ ਹੈ, ਅੱਛਾ, ਇੱਕ ਮੈਂ ਇੱਥੇ ਸਲਾਈਡ ਲਿਖੀ ਸੀ ਥੋੜ੍ਹਾ ਜਿਹਾ ਇਸ ਚੀਜ਼ ਨੂੰ ਸਮਝਣ ਲਈ। ਇਹ ਥੋੜ੍ਹਾ ਜਿਹਾ ਇਹਦੇ 'ਚ ਵੈਸਟਰਨ ਸਾਇੰਸ ਕਹਿ ਲਓ ਤਾਂ, ਕਿਉਂਕਿ ਜਿਹੜੀ ਗੁਰਮਤ ਹੈ ਨਾ ਵੈਸਟਰਨ ਸਾਇੰਸ ਤੋਂ ਬਹੁਤ ਉੱਤੇ ਹੈ। ਪਰ ਕਦੀ ਕਦੀ ਅਸੀਂ ਉਹਨੂੰ ਵਿਸਾਰ ਕੇ ਅਸੀਂ ਕਹਿੰਦੇ ਹਾਂ ਨਹੀਂ ਉਹਨੂੰ ਪੁੱਛ ਲਈਏ, ਠੀਕ ਹੈ। ਪਰ ਜਸਟ ਟੂ ਲੈਟ ਯੂ ਨੋ ਕਿ ਇਹ ਜਿਹੜੀਆਂ ਚੀਜ਼ਾਂ ਸਾਰੀਆਂ ਗੁਰਮਤ 'ਚੋਂ ਹੀ ਨਿਕਲੀਆਂ ਸਾਡੇ ਲਈ, ਕਿਉਂਕਿ ਸਾਨੂੰ ਇੱਕ ਖਜ਼ਾਨਾ ਦਿੱਤਾ ਹੈਗਾ, ਉਹਦੇ ਵਿੱਚ ਇੰਨੀ ਸਾਇੰਸ ਭਰੀ ਹੋਈ ਹੈ, ਕੋਈ ਦੂਰ ਦੀ ਗੱਲ ਨਹੀਂ ਹੈਗੀ। ਅੱਛਾ, ਨਿਊਰੋ ਟਰਾਂਸਮਿਟਰਸ ਦੀ ਗੱਲ ਕੀਤੀ ਹੈ। ਜੇ ਅਸੀਂ ਇਹਨੂੰ ਸਿੰਪਲ ਜੀ ਟਰਮਸ ਦੇ ਵਿੱਚ ਲੈ ਲਈਏ ਕਿ ਤੁਹਾਡੇ ਸਰੀਰ ਦੇ ਵਿੱਚ ਨਿਊਰੋ ਟਰਾਂਸਮਿਟਰਸ ਨੇ, ਜਿਹੜੇ ਟਰਾਂਸਮਿਟਰ ਸਮਝਦੇ ਨਾ ਆਪਾਂ, ਇੱਦਾਂ ਕਹਿ ਲਓ ਵੀ ਮੈਂ ਕੋਈ ਬਟਨ ਦੱਬਾਂ ਇੱਥੇ,
ਤਾਂ ਉਹ ਬਟਨ ਦੱਬਣ ਦੇ ਨਾਲ ਮੇਰੇ ਸਾਰੇ ਸਰੀਰ ਦੇ ਵਿੱਚ ਉਸ ਚੀਜ਼ ਦਾ ਰਿਸਪੌਂਸ ਹੋਏ। ਹਾਂ, ਸਟਿਮੂਲਸ ਕਹਿ ਲਓ ਬਈ, ਸਾਰਾ ਸੈੱਲ ਮੇਰੇ ਉਹਦੇ ਵਿੱਚ ਨਹਾ ਲੈਣ, ਇੱਦਾਂ ਕਹਿ ਲਓ ਵੀ ਮੈਂ ਇੱਥੇ ਕੁਛ ਲਾਇਆ ਅਤੇ ਸਾਰੇ ਸੈੱਲ ਅੰਦਰੋਂ। ਇਹ ਕੀ ਚੀਜ਼ ਹੈਗੀ ਹੈ? ਹੁਣ ਮੈਂ ਤੁਹਾਨੂੰ ਦੱਸਿਆ ਕਿ ਥੋੜ੍ਹਾ ਆਪਣੇ ਆਪ ਨੂੰ ਫੀਅਰ ਤੋਂ ਬਾਹਰ ਲੈ ਕੇ ਆਓ, ਨਿਰਭਉ 'ਚ ਜਾਓ, ਨਿਰਵੈਰ 'ਚ ਜਾਓ। ਇਹ ਇੱਥੇ ਦਾ ਕੀ ਮਤਲਬ ਹੈਗਾ ਇਸ ਚੀਜ਼ ਦਾ? ਆਪਾਂ ਥੋੜ੍ਹੀ ਜਿਹੀ ਐਕਸਰਸਾਈਜ਼ ਕਰਕੇ ਦੇਖ ਲੈਂਦੇ ਹਾਂ। ਮੈਂ ਇੱਥੇ ਲਿਖੀ ਵੀ ਹੋਈ ਹੈ ਇੱਕ, ਇਹ ਚਲੋ ਨੈਗੇਟਿਵ ਲਿਖੀ ਸੀ, ਇਹੀ ਕਰਕੇ ਦੇਖ ਲੈਂਦੇ ਹਾਂ, ਠੀਕ ਹੈ? ਚਲੋ ਤੁਸੀਂ ਫਿਰ ਆਪਣੀ ਪਿੱਠ ਸਿੱਧੀ ਕਰੋ, ਅੱਖਾਂ ਬੰਦ ਕਰੋ, 2 ਮਿੰਟ ਲਈ ਆਪਾਂ ਐਕਸਰਸਾਈਜ਼ ਕਰਕੇ ਦੇਖਦੇ ਹਾਂ। ਹੁਣ ਤੁਸੀਂ ਜਦੋਂ ਟਿਕ ਗਏ ਤਾਂ ਟਿਕਣ ਤੋਂ ਬਾਅਦ ਕੁਛ ਆਪਣੇ ਮਨ ਵਿੱਚ ਇਸ ਤਰ੍ਹਾਂ ਦੀ ਚੀਜ਼ ਲੈ ਕੇ ਆਓ ਜਿਹੜੀ ਤੁਹਾਨੂੰ ਚੰਗੀ ਨਹੀਂ ਲੱਗਦੀ ਆਪਣੇ ਬਾਰੇ ਹੀ, ਕੁਛ ਮਾੜਾ, ਕੁਛ ਨੈਗੇਟਿਵ, ਕਿ ਕਿਹੜੀ ਚੀਜ਼ ਹੈ ਜਿਹੜੀ ਨੈਗੇਟਿਵ ਹੈ ਤੁਹਾਡੇ ਅੰਦਰ, ਉਹਨੂੰ ਆਪਣੇ ਸੁਰਤ ਵਿੱਚ ਲੈ ਕੇ ਆਓ ਔਰ ਪੂਰਾ ਉਹਦੇ ਵਿੱਚ ਰੰਗ ਜਾਓ, ਉਸ ਨੈਗੇਟਿਵਿਟੀ ਦੇ ਵਿੱਚ। ਔਰ ਥੋੜ੍ਹਾ ਜਿਹਾ ਮਹਿਸੂਸ ਕਰੋ ਕਿ ਜਦੋਂ ਤੁਸੀਂ ਇਸ ਚੀਜ਼ ਨੂੰ ਲੈ ਆਏ ਤਾਂ ਤੁਹਾਨੂੰ ਫੀਲ ਕਿਵੇਂ ਹੋ ਰਿਹਾ ਤੁਹਾਡੇ ਮਨ ਦੇ ਵਿੱਚ, ਤੁਹਾਡੇ ਤਨ ਦੇ ਵਿੱਚ। ਕੋਈ ਰਿਸਪੌਂਸ ਹੈ, ਕੋਈ ਰਿਐਕਸ਼ਨ ਹੈ, ਕੋਈ ਬੋਡੀ ਦੇ ਵਿੱਚ ਕੋਈ ਹਲਚਲ ਹੈ, ਜਾਂ ਮਨ ਦੇ ਵਿੱਚ ਕਿੱਦਾਂ ਫੀਲ ਹੋ ਰਿਹਾ? ਔਰ ਜਦੋਂ ਤੁਸੀਂ ਇਸ ਚੀਜ਼ ਨੂੰ ਮਹਿਸੂਸ ਕਰ ਲਿਆ, ਉਦੋਂ ਤੁਸੀਂ ਥੋੜ੍ਹਾ ਜਿਹਾ ਵਾਪਸ ਸਾਹ 'ਤੇ ਜਾ ਕੇ ਵਾਹਿਗੁਰੂ ਜੀ ਨੂੰ ਯਾਦ ਕਰਕੇ ਵਾਪਸ ਆਉਣਾ, ਇੱਦਾਂ ਹੀ ਨਹੀਂ ਆਉਣਾ ਵਾਪਸ। ਜਦੋਂ ਵੀ ਤੁਸੀਂ ਰੈਡੀ ਹੋਏ ਤੁਸੀਂ ਵਾਪਸ ਆ ਸਕਦੇ ਹੋ। ਤਾਂ ਜਿਹੜਾ ਵੀ ਕੋਈ ਮਹਿਸੂਸ ਕਰ ਸਕਿਆ, ਉਹ ਜੇ ਕੋਈ ਕੰਫਰਟੇਬਲ ਹੈ ਸ਼ੇਅਰ ਕਰਨ 'ਚ, ਕੋਈ ਦੱਸ ਸਕਦਾ ਹੈ ਕਿ ਕੋਈ ਕਰ ਸਕਿਆ ਇਸ ਚੀਜ਼ ਨੂੰ? ਤੁਹਾਡੇ ਤੁਸੀਂ ਪਹਿਲਾਂ, ਸਭ ਤੋਂ ਪਹਿਲਾ ਸਟੈਪ ਸੀਗਾ ਕੁਛ ਨੈਗੇਟਿਵ, ਤੁਸੀਂ ਕੁਛ ਨੈਗੇਟਿਵ ਖਿਆਲ ਲੈ ਕੇ ਆ ਸਕੇ ਆਪਣੇ? ਓਕੇ, ਤੁਸੀਂ ਸ਼ੇਅਰ ਕਰੋਗੇ? ਮੈਂ ਕੰਮ ਬਹੁਤ ਘੱਟ ਕਰਦਾ। ਇੱਕ ਮਿੰਟ, ਸਾਰੇ ਸੁਣ ਪਾ ਰਹੇ ਵੀਰ ਜੀ ਨੂੰ ਪਿੱਛੇ? ਹਾਂਜੀ, ਪਿੱਛੇ ਨਹੀਂ ਤੇ ਉੱਚੀ ਬੋਲੋ। ਮੈਂ ਆਫਿਸ ਬੜਾ ਲੇਟ ਜਾਂਦਾ ਜੀ। ਅੱਛਾ। ਇਹ ਮੇਰੇ ਬੜਾ ਵੱਡਾ ਹੁਕਮ ਹੈ। ਅੱਛਾ, ਇਹ ਤੁਸੀਂ ਇਹ ਖਿਆਲ ਲੈ ਕੇ ਆਏ ਸੀ ਆਪਣਾ? ਮੇਰੇ ਆਫਿਸ ਬੜਾ ਵੱਡਾ ਹੁਕਮ ਹੈ, ਆਫਿਸ ਬੜਾ ਲੇਟ ਜਾਂਦਾ। ਓਕੇ, ਫਿਰ ਜਦੋਂ ਤੁਸੀਂ ਖਿਆਲ ਉਹ ਲੈ ਕੇ ਆਏ ਤੇ ਤੁਹਾਨੂੰ ਫੀਲਿੰਗ ਕਿੱਦਾਂ ਦੀ ਆਈ? ਬਹੁਤ ਖਰਾਬ ਜੀ ਵਾਈਬ੍ਰੇਸ਼ਨ ਹੈ ਜੀ। ਉਹ ਆਪਣੇ ਉੱਤੇ ਗੁੱਸਾ ਹੈ ਨਾ ਉਸ ਚੀਜ਼ ਦਾ, ਕਿਉਂ ਰੋਜ਼ ਆਫਿਸ ਲੇਟ। ਸਰੀਰ 'ਚ ਵੀ ਕੋਈ ਹਲਚਲ ਸੀ? ਨੈਗੇਟਿਵ ਬਲੱਡ ਫਲੋ ਰਿਸਟ੍ਰਿਕਸ਼ਨ ਜੀ ਜਿਵੇਂ? ਓਕੇ, ਠੀਕ ਹੈ, ਥੈਂਕ ਯੂ। ਕਿਉਂਕਿ ਆਪਣਾ ਇਹ ਸ਼ੇਅਰ ਕਰਨਾ ਔਖਾ ਹੁੰਦਾ ਨਾ, ਇਸ ਕਰਕੇ ਮੈਂ ਤੁਹਾਨੂੰ ਚੋਇਸ ਦਿੱਤੀ ਹੈ, ਜੇ ਕਰਨਾ ਕਰ ਸਕਦੇ ਹੋ। ਪਰ ਥੈਂਕ ਯੂ ਤੁਹਾਡੀ ਓਨੈਸਟਲੀ। ਹੋਰ ਕਿਸੇ ਨੇ? ਹਾਂਜੀ, ਅੱਛਾ, ਓਕੇ। ਇਹਦੀ ਗੱਲ ਤਾਂ ਆਪਾਂ ਬਾਅਦ 'ਚ ਕਰਾਂਗੇ ਕਿ ਕਿਉਂ ਨਹੀਂ ਕਰ ਪਾਉਂਦੇ। ਕੋਈ ਰੋਕਦਾ? ਅੱਛਾ, ਟਾਈਮ ਦੀ ਬੜੀ ਪ੍ਰੋਬਲਮ ਹੈ ਅੱਜ ਕੱਲ੍ਹ ਸਾਰਿਆਂ ਨੂੰ। ਹਾਂਜੀ, ਅੱਛਾ। ਅਤੇ ਤੁਸੀਂ ਇਹੀ ਸੋਚਿਆ ਸੀ, ਫਿਰ ਤੁਹਾਨੂੰ ਕਿਵੇਂ ਫੀਲ ਹੋਇਆ ਸੀ? ਹਾਂ, ਠੀਕ ਹੈ। ਅਤੇ ਤੁਸੀਂ ਉਦੋਂ, ਠੀਕ ਹੈ। ਇਹ ਕੀ ਹੋਇਆ ਹੁਣ? ਤੁਸੀਂ ਆਫਿਸ ਤਾਂ ਨਹੀਂ ਜਾਣਾ ਸੀ ਹੁਣ, ਹੈ ਨਾ? ਤੁਸੀਂ ਆਫਿਸ ਨਹੀਂ ਜਾਣਾ ਸੀ ਹੁਣ, ਤੁਸੀਂ ਵੀ ਹਾਲੇ ਨਿਤਨੇਮ ਨਹੀਂ ਕਰਨਾ ਸੀ, ਅਤੇ ਤੁਸੀਂ ਵੀ ਆਪਣਾ ਫਿਊਚਰ ਨਹੀਂ ਹਾਲੇ ਰਾਈਟ ਨਾਓ ਨਹੀਂ। ਪਰ ਹੋਇਆ ਕਿ ਉਸ ਖਿਆਲ ਲਿਆਉਣ ਦੇ ਨਾਲ ਤੁਸੀਂ ਉੱਥੇ ਪਹੁੰਚ ਗਏ ਨਾ? ਉਹ ਤੁਸੀਂ ਬਾਕੀ ਵੀ ਪਹੁੰਚੇ ਹੋਣੇ, ਸਿਰਫ ਖਿਆਲ ਹੀ ਲਿਆਂਦਾ। ਖਿਆਲ ਲਿਆਉਣ ਦੇ ਨਾਲ ਤੁਸੀਂ ਉੱਥੇ ਪਹੁੰਚ ਗਏ। ਇਹਦਾ ਮਤਲਬ ਕਿ ਇਹ ਨਿਊਰੋ ਟਰਾਂਸਮਿਟਰਸ ਨੇ। ਤੁਸੀਂ ਇੱਕ ਮੈਸੇਜ ਪਾਸ ਔਨ ਕੀਤਾ, ਸਿਰਫ ਇੱਕ ਛੋਟਾ ਜਿਹਾ ਮੈਸੇਜ, ਬੜਾ ਹਲਕਾ ਜਿਹਾ, ਉਹਨੇ ਸਿਰਫ ਤੁਹਾਡੇ ਦਿਮਾਗ 'ਤੇ ਨਹੀਂ, ਤੁਹਾਡੇ ਦਿਲ 'ਤੇ, ਤੁਹਾਡੇ ਸਰੀਰ 'ਤੇ ਅਸਰ ਕਰ ਦਿੱਤਾ। ਕਿਸੇ ਨੂੰ ਟਾਈਟ ਫੀਲਿੰਗ ਹੋਈ, ਕਿਸੇ ਨੂੰ ਰਿਸਟ੍ਰਿਕਟਿਡ ਫਲੋ ਹੋਇਆ, ਕਿਸੇ ਨੂੰ ਮਨ ਦੇ ਵਿੱਚ ਗਿਲਟ, ਸ਼ੇਮ, ਆਲ ਆਫ ਦੈਟ ਫੀਲ ਹੋ ਗਿਆ। ਕਿਵੇਂ ਹੋ ਗਿਆ? ਸੱਚ ਤਾਂ ਨਹੀਂ ਸੀ? ਸੱਚ ਤਾਂ ਨਹੀਂ ਸੀ ਕਿ ਸੀ? ਖਿਆਲ ਹੀ ਹੈ ਇੱਕ। ਜੇ ਹੁਣ ਮੈਂ ਤੁਹਾਨੂੰ ਉਲਟਾ ਕਰਾ ਦੇਵਾਂ ਇੱਥੇ, ਚਲੋ ਉਹ ਵੀ ਕਰ ਹੀ ਲੈਂਦੇ ਹਾਂ, ਲਿਖਿਆ ਤਾਂ ਨਹੀਂ ਸੀ, ਉਹ ਵੀ ਕਰ ਹੀ ਲੈਂਦੇ ਹਾਂ। ਮੈਂ ਕਿਹਾ ਚੰਗਾ ਹੀ ਕਰਾ ਦਈਏ। ਹੁਣ ਫਿਰ ਅੱਖਾਂ ਬੰਦ ਕਰ ਲਓ ਔਰ ਓਨੈਸਟਲੀ ਕਰਨਾ ਆਪਣੇ ਆਪ ਦੇ ਨਾਲ, ਜੇ ਤੁਸੀਂ ਪੂਰਾ ਉਸ ਨੂੰ ਮਹਿਸੂਸ ਕਰਨਾ ਚਾਹੁੰਦੇ ਹੋ। ਹੁਣ ਕੁਛ ਆਪਣੇ ਬਾਰੇ ਚੰਗਾ ਫੀਲ ਕਰੋ। ਸਾਰਿਆਂ 'ਚ ਗੁਣ ਵੀ ਹੁੰਦੇ ਨੇ। ਇੱਕ ਜਿਹੜੇ 'ਚ ਤੁਹਾਨੂੰ ਗੁਰੂ ਸਾਹਿਬ ਨੇ, ਪਰਮਾਤਮਾ ਨੇ ਗੁਣ ਦਿੱਤਾ, ਉਹ ਆਪਣੇ ਮਨ ਦੇ ਵਿੱਚ ਲੈ ਕੇ ਆਓ, ਖੁੱਲ੍ਹ ਕੇ ਲਿਆਓ। ਰਿਸਟ੍ਰਿਕਟ ਕਰਨ ਦੀ ਲੋੜ ਨਹੀਂ ਹੈ। ਗੁਰੂ ਸਾਹਿਬ ਨੇ ਦਿੱਤਾ ਹੈ,
ਇਹ 'ਚ ਕੋਈ ਮਾਣ ਵਾਲੀ ਗੱਲ ਨਹੀਂ ਹੈ, ਪਰ ਇੱਕ ਸ਼ੁਕਰਾਨੇ ਦੀ ਗੱਲ ਹੈ, ਕੋਈ ਹੰਕਾਰ ਵਾਲੀ ਗੱਲ ਨਹੀਂ ਹੈ। ਆਪਣੇ ਅੰਦਰ ਲੈ ਕੇ ਆਓ। ਔਰ ਜਦੋਂ ਲੈ ਆਏ ਉਸ ਤੋਂ ਬਾਅਦ ਮਹਿਸੂਸ ਕਰੋ ਕਿ ਕੀ ਐਕਸਪੀਰੀਅੰਸ ਹੈ ਤੁਹਾਡਾ ਮਨ ਦੇ ਵਿੱਚ ਜਾਂ ਤਨ ਦੇ ਵਿੱਚ। ਔਰ ਜਦੋਂ ਤੁਸੀਂ ਕਰ ਪਾਏ ਇਸ ਚੀਜ਼ ਨੂੰ, ਤੁਹਾਨੂੰ ਲੱਗਦਾ ਕਿ ਮੈਂ ਕਰ ਲਿਆ, ਤੁਸੀਂ ਵਾਪਸ ਆ ਸਕਦੇ ਹੋ। ਅੱਛਾ, ਇਹ ਵੀ ਕੋਈ ਸ਼ੇਅਰ ਕਰਨਾ ਚਾਹੇਗਾ? ਕੋਈ ਕਰ ਪਾਇਆ? ਹਾਂਜੀ ਵੀਰ ਜੀ। ਸੈਂਸ ਆਫ ਰਿਲੀਫ, ਓਕੇ, ਠੀਕ ਹੈ। ਹੋਰ ਕੋਈ? ਹਾਂਜੀ। ਬੜੀ ਦੇਰ ਬਾਅਦ ਜਦ ਕੇ ਗਿਆ ਤੇ ਉੱਥੇ ਸਾਰੇ ਨਵੇਂ ਬੱਚੇ ਸੀਗੇ ਤੇ ਮੈਂ ਉਹ ਸਾਰੇ ਬੱਚਿਆਂ ਨੂੰ ਨਹੀਂ ਜਾਣਦਾ ਸੀਗਾ ਤੇ ਫਿਰ ਮੈਨੂੰ ਬੜੀ ਖੁਸ਼ੀ ਹੋਈ ਕਿ ਮੈਂ ਹੁਣ ਨਵੀਂ ਸੰਗਤ ਕਰਾਂ। ਅੱਛਾ, ਠੀਕ ਹੈ, ਓਕੇ। ਹਾਂਜੀ। ਹਾਂ, ਜੋ ਤੁਸੀਂ ਉਹ ਮਹਿਸੂਸ ਕੀਤਾ ਹੁਣ, ਤੁਹਾਨੂੰ ਫੀਲਿੰਗ ਕਿੱਦਾਂ ਦੀ ਆਈ? ਉਹ ਤਾਂ ਸਮਾਈਲ ਤਾਂ ਮੈਂ ਨਹੀਂ ਦੇਖੀ ਤੁਹਾਡੀ, ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਮੈਂ ਫੋਟੋ ਵੀ ਖਿੱਚ ਲੈਣੀ ਸੀਗੀ ਕਿ ਵੀ ਉਹਦਾ ਸਮਾਈਲ ਹੈ ਨਹੀਂ ਜਿੱਦਾਂ ਤੁਸੀਂ ਹੈ ਹੀ ਨਹੀਂ, ਮੁਰਝਾਏ ਚਿਹਰੇ ਨੇ। ਤੁਸੀਂ ਤਾਂ ਐਂ ਪੂਰਾ ਖਿੜ ਇੱਥੇ ਭੈਣਾਂ ਬੈਠੀਆਂ ਖਿੜ ਰਹੀਆਂ ਸੀ, ਅਤੇ ਮੈਂ ਇਹਨਾਂ ਵੱਲ ਦੇਖ ਕੇ ਮੈਨੂੰ ਵੀ ਆ ਗਈ। ਕਿਉਂਕਿ ਉੱਥੇ ਪਹੁੰਚੇ ਥੋੜ੍ਹੀ, ਸਮਝ ਰਹੇ ਹੋ ਨਾ ਇਸ ਚੀਜ਼ ਨੂੰ, ਖਿੜ ਰਿਹਾ ਨਾ ਅੰਦਰ ਹੁਣੇ, ਸਿਰਫ ਸੋਚਿਆ ਹੈ। ਇਸ ਕਰਕੇ ਸੋਚ ਇਜ਼ ਸੋ ਪਾਵਰਫੁਲ। ਸੋਚ ਹੀ ਪਾਵਰਫੁਲ ਹੈ। ਸੋਚ ਤੋਂ ਹੀ ਸਾਰਾ ਕੁਝ ਸ਼ੁਰੂ ਹੁੰਦਾ। ਤੁਹਾਡਾ ਮਨ ਸੋਚ ਰਿਹਾ, ਥਾਟਸ ਨੇ ਮਾਈਂਡ ਤੋਂ ਸ਼ੁਰੂ ਹੋ ਰਿਹਾ। ਤੁਸੀਂ ਉੱਥੇ ਨਾ ਤਾਂ ਤੁਸੀਂ ਹਾਲੇ ਸਿੱਖ ਰਹੇ ਸੀ, ਤੁਸੀਂ ਕੀ ਕਿਹਾ ਸੀ ਗੱਤਕੇ 'ਤੇ, ਤੁਸੀਂ ਇੱਥੇ ਹੀ ਬੈਠੇ ਹੋ ਨਾ। ਹੋਰ ਵੀ ਤੁਸੀਂ ਵੀ ਸ਼ੇਅਰ ਕੀਤਾ, ਹੋਰ ਵੀ ਜਿੱਦਾਂ ਨੇ ਜਿਹੜੇ ਕਰ ਪਾਏ, ਤੁਹਾਨੂੰ ਕੁਛ ਇੱਕ ਸੈਂਸ ਆਫ ਰਿਲੀਫ, ਇੱਕ ਗਰਾਊਂਡਿੰਗ ਜੀ ਫੀਲ ਹੋਏਗੀ ਕਿ ਟਿਕਾ ਜਿਹਾ ਆ ਗਿਆ ਹੈ ਨਾ। ਔਰ ਇੱਕ ਸ਼ੁਕਰਾਨਾ ਵੀ ਆ ਗਿਆ ਕਿ ਸ਼ੁਕਰ ਹੈ ਵੀ ਮੈਨੂੰ ਵੀ ਕੋਈ ਗੁਣ ਮਿਲਿਆ ਹੈਗਾ, ਮੇਰੇ 'ਚ ਵੀ ਕੋਈ ਸਕਿੱਲ ਗੁਰੂ ਸਾਹਿਬ ਨੇ ਦਿੱਤਾ ਹੈਗਾ। ਔਰ ਜਿਹੜੀ ਸਮਾਈਲ ਹੈਗੀ ਹੈ ਇਹ ਆਟੋਮੈਟਿਕ ਹੈ। ਹੁਣ ਤੁਸੀਂ ਸੋਚੋ ਅਗਲੀ ਗੱਲ, ਵਾਟ ਇਫ ਜੇ ਤੁਸੀਂ ਇਸੇ ਸਟੇਟ 'ਚ ਰਹੋ, ਫਿਰ ਮੂੰਹ ਮੁਰਝਾਏਗਾ ਨਹੀਂ। ਤੁਸੀਂ ਨੈਚੁਰਲੀ ਖਿੜ ਜਾਓਗੇ। ਕੋਈ ਪੈਸੇ ਨਹੀਂ ਦੇਣੇ ਪਏ ਕਿਸੇ ਨੂੰ, ਕੁਛ ਮਿਹਨਤ ਨਹੀਂ ਲੱਗੀ, ਪਰ ਸਿਰਫ ਸਟੇਟ ਆਫ ਮਾਈਂਡ ਚੇਂਜ ਕਰ ਦਿੱਤੀ। ਇਹਨੂੰ ਕਹਿ ਦਿੱਤਾ ਲੈਂਸ ਚੇਂਜ ਕਰ ਦਿੱਤਾ, ਇਹਨੂੰ ਕਹਿ ਦਿੱਤਾ ਸਟੋਰੀ ਚੇਂਜ ਕਰ ਦਿੱਤੀ। ਨਾ 2 ਮਿੰਟ ਪਹਿਲਾਂ ਸਟੋਰੀ ਹੋਰ ਸੀ, ਹੁਣ ਸਟੋਰੀ ਕੀ ਹੋ ਗਈ? ਕੁਛ ਹੋਰ ਹੋ ਗਿਆ। ਸਟੋਰੀ ਚੇਂਜ ਹੋ ਗਈ, ਰਿਸਪੌਂਸ ਚੇਂਜ ਹੋ ਗਿਆ। ਤੁਹਾਡੇ ਈਵਨ ਤੁਹਾਡੀ ਬਾਡੀ ਜਿਹੜੀ ਹੈਗੀ ਹੈ ਉਹ ਤੁਹਾਡੇ ਨਾਲ ਇਨ ਲਾਈਨ ਕਨੈਕਸ਼ਨ 'ਚ ਆ ਗਈ, ਉਹਦਾ ਰਿਸਪੌਂਸ ਚੇਂਜ ਹੋ ਗਿਆ। ਕਿਸੇ ਦਾ ਸਿਰ ਦੁਖਦਾ ਹੋਏਗਾ, ਕੁਛ ਉਹ ਚੰਗਾ ਸੋਚ ਲਵੇ, ਉਹਦੀ ਮਾਈਲਡ ਹੋ ਜਾਏਗੀ ਪੇਨ। ਇਵੇਂ ਦੀਆਂ ਚੀਜ਼ਾਂ ਹੈ ਨੇ। ਔਰ ਜੇ ਤੁਸੀਂ ਕੁਛ ਅਨਈਜ਼ੀ 'ਚ ਰਹਿੰਦੇ ਹੋ ਨਾ ਜ਼ਿਆਦਾ ਦੇਰ, ਜਿੱਦਾਂ ਗਿਲਟ 'ਚ ਰਹੋ, ਜਿੱਦਾਂ ਤੁਸੀਂ ਗਿਲਟ ਦੀ ਗੱਲ ਕੀਤੀ, ਉਹ ਅਨਈਜ਼ੀ ਫੀਲਿੰਗ ਨੂੰ ਡਿਜ਼ੀਜ਼ ਕਹਿੰਦੇ ਨੇ। ਡਿਜ਼ੀਜ਼ ਸਮਝਦੇ ਸਾਰੇ ਨਾ, ਬਿਮਾਰੀ ਉਵੇਂ ਨਹੀਂ ਆਉਂਦੀ। ਉਹ ਅਨਈਜ਼ੀ ਰਹਿ ਕੇ ਉਹ ਸਰੀਰ ਵਿਚਾਰਾ ਕੀ ਕਰੇ। ਉਹ ਮਨ ਤੋਂ ਸ਼ੁਰੂ ਹੋਇਆ ਸੀ ਕੰਮ, ਹੁਣੇ 2 ਮਿੰਟ ਪਹਿਲਾਂ ਸਰੀਰ ਖੁਸ਼ ਸੀਗਾ ਕਿਉਂਕਿ ਚੰਗਾ ਸੋਚ ਰਹੇ ਸੀ, ਹੁਣ ਉਹਦੇ ਵਿੱਚ ਕੀ ਹੈ ਰਿਹਾ? ਸਪਰੈਸ਼ਨ ਹੈ, ਇਮੋਸ਼ਨਸ ਦੇ ਸਪਰੈਸ਼ਨਸ ਨੇ, ਗਿਲਟ ਦਾ ਸਪਰੈਸ਼ਨ ਹੈਗਾ, ਕੋਈ ਵੀ ਚੀਜ਼ ਦਾ, ਐਂਗਰ ਦਾ ਵੀ ਸਪਰੈਸ਼ਨ ਹੈਗਾ। ਉਹਦੇ ਨਾਲ ਕੀ ਹੁੰਦਾ, ਮੈਂ ਜ਼ਿਆਦਾ ਨਹੀਂ ਉਹਦੇ ਵਿੱਚ ਜਾਵਾਂਗੀ। ਤੁਹਾਡਾ ਇੱਕ ਚੇਤ ਮਨ ਹੁੰਦਾ, ਇੱਕ ਅਚੇਤ ਮਨ ਹੁੰਦਾ। ਜਿਹੜਾ ਤੁਹਾਡਾ ਅਚੇਤ ਮਨ ਹੈਗਾ ਨਾ, ਉਹ ਸਿਕਿਉਰਿਟੀ ਹੈ। ਜਿੱਦਾਂ ਹੁਣ ਵੀਰ ਜੀ ਖੜੇ, ਆਪਾਂ ਕਹਿ ਲਈਏ ਵੀ ਸਿਕਿਉਰਿਟੀ ਗਾਰਡ ਖੜੇ ਨੇ, ਇੱਦਾਂ ਕਹਿ ਲਓ, ਜਾਂ ਇੱਥੇ ਕੋਈ ਖੜਾ ਗਾਰਡ ਖੜਾ। ਜੇ ਕੋਈ ਥ੍ਰੈਟ ਹੈ, ਕੋਈ ਮਤਲਬ ਡੇਂਜਰ ਆ ਰਿਹਾ, ਉਹਨਾਂ ਨੇ ਰੋਕ ਲੈਣਾ। ਤੁਹਾਡਾ ਕੰਮ ਹੀ ਹੈ, ਉਹ ਅਚੇਤ ਮਨ ਦਾ ਕੰਮ ਇਹ ਹੈ, ਅਨਕੌਂਸ਼ੀਅਸ ਮਾਈਂਡ ਦਾ ਕੰਮ ਇਹ ਹੈ ਕਿ ਮੈਂ ਇਹਨੂੰ ਦੁੱਖ ਨਹੀਂ ਪਹੁੰਚਾਉਣਾ। ਕੋਈ ਵੀ ਅਨਈਜ਼ੀ ਫੀਲਿੰਗ ਆਈ, ਮੈਨੂੰ ਰੋਕ ਲੈਣਾ। ਸਮਝ ਗਏ? ਪਰ ਉਹ ਅਨਈਜ਼ੀ ਫੀਲਿੰਗ ਤਾਂ ਉੱਥੇ ਹੀ ਹੈ ਨਾ, ਹਲੇ ਭਟਕੀ ਜਾ ਰਹੀ ਹੈ ਉੱਥੇ। ਸਾਨੂੰ ਉਹਦੇ ਨਾਲ ਡੀਲ ਕਰਨਾ ਪੈਣਾ, ਅਸੀਂ ਉਹਨੂੰ ਸਪਰੈਸ ਨਹੀਂ ਕਰ ਸਕਦੇ ਐਵੇਂ ਦਬਾ ਕੇ। ਇਸੇ ਕਰਕੇ ਅਸੀਂ ਜਦੋਂ ਮੁਰਝਾਏ ਕਿਉਂ ਹੋ ਜਾਂਦੇ ਹਾਂ, ਜਦੋਂ ਅਸੀਂ ਦਬੇ ਰਹਿੰਦੇ ਹਾਂ, ਆਪਣੇ ਆਪ ਨੂੰ ਘੁੱਟ ਕੇ ਜੀਣਾ ਕਹਿ ਦਿੰਦੇ ਹਾਂ ਨਾ, ਉਹਨੂੰ ਖਿੜ ਕੇ ਨਹੀਂ ਜਿੰਦੇ, ਖੁੱਲ੍ਹ ਕੇ ਨਹੀਂ ਜਿੰਦੇ। ਅਸੀਂ ਜਦੋਂ ਗੁਰਬਾਣੀ ਦੇ ਰਾਹੀਂ ਕੌਨਫੀਡੈਂਸ ਆ ਗਿਆ ਸਾਡੇ ਦੇ ਵਿੱਚ, ਖੇੜਾ ਆ ਗਿਆ ਸਾਡੇ 'ਚੋਂ, ਜਿਹੜਾ ਵੈਰ ਸੀ ਨਿਕਲ ਗਿਆ, ਭੌ ਨਿਕਲ ਗਿਆ, ਫਿਰ ਅਸੀਂ ਗੇਟ ਖੋਲ੍ਹ ਦੇਣੇ। ਫਿਰ ਹੁਣ ਜਿਹੜਾ ਅਚੇਤ ਮਨ ਨੂੰ ਪਤਾ ਲੱਗ ਜਾਣਾ ਇਹ ਤਿਆਰ ਹੈ ਹੁਣ, ਫਿਰ ਇਹਨਾਂ ਨੇ ਪਿੱਛੇ ਹਟ ਜਾਣਾ। ਮੈਂ ਕਹਿੰਦਾ ਇਹ ਤਿਆਰ ਨੇ, ਹੋਰ ਸਾਰੇ ਜੁਝਾਰੂ ਨੇ, ਮੈਨੂੰ ਹੁਣ ਰੋਕਣ ਦੀ ਲੋੜ ਨਹੀਂ, ਇਹ ਆਪੇ ਲੜਨਗੇ। ਪਹਿਲਾਂ ਇਹ ਕਮਜ਼ੋਰ ਸੀਗੇ, ਹੁਣ ਇਹ ਆਪੇ ਲੜਨਗੇ, ਇਹਨਾਂ ਨੇ ਪਿੱਛੇ ਹਟ ਜਾਣਾ। ਉਹ ਆਉਣਗੇ, ਤੁਸੀਂ ਉਹਨਾਂ ਨਾਲ ਡੀਲ ਕਰੋਗੇ। ਉਹਨੂੰ ਲੜਾਈ ਕਹਿ ਲਓ, ਬੰਦੇ ਖੋਜ ਦਿਲ ਹਰ ਰੋਜ਼, ਮਨ ਜੀਤਾ ਜਗ ਜੀਤ ਕਹਿ ਲਓ, ਕਿਵੇਂ ਵੀ ਕਹਿ ਲਓ,
ਇੱਕ ਨੈਗੋਸੀਏਸ਼ਨ ਹੈ, ਇੱਕ ਬੈਟਲ ਹੈ ਜਿਹੜੀ ਅਸੀਂ ਰੋਜ਼ ਲੜਦੇ ਹਾਂ ਨਾ। ਕਿਸੇ ਨੇ ਕੱਲ੍ਹ ਕਿਹਾ ਸੀ 5 ਵਿਕਾਰ ਮੇਰੇ ਤੇ ਹਾਵੀ ਨੇ, ਸਾਡੇ ਸਾਰਿਆਂ ਤੇ ਹੀ ਨੇ, ਪਰ ਲੜਾਈ ਅਸੀਂ ਜੁਝਾਰੂ ਬਣਨਾ, ਉਹ ਤੋਂ ਨਾ ਹੀ ਅਸੀਂ ਉਹਨੂੰ ਦੱਬਣਾ ਹੈ, ਨਾ ਹੀ ਭੱਜਣਾ ਉਹਦੇ ਤੋਂ, ਉਹ ਤੋਂ ਡਰਨਾ ਵੀ ਨਹੀਂ, ਜੁਝਾਰੂ ਬਣਨਾ। ਉਹ ਜਦੋਂ ਅਸੀਂ ਜੁਝਾਰੂ ਬਣ ਗਏ, ਉਹ ਅੰਦਰ ਆਏਗਾ, ਮਨ ਨੂੰ ਪਤਾ ਲੱਗ ਜਾਣਾ, ਚੇਤ ਮਨ ਨੂੰ ਹੁਣੇ ਤਿਆਰ ਹੈ, ਆ ਲੈਣ ਦਿਓ। ਜਦੋਂ ਅਸੀਂ ਇਹਦੇ ਨਾਲ ਡੀਲ ਕਰ ਰਹੇ ਹਾਂ ਨਾ, ਫਿਰ ਜਿਹੜੇ ਅਸੀਂ ਰਿਐਕਸ਼ਨ ਨਹੀਂ ਦਿੰਦੇ ਰੁਕ ਕੇ, ਕਦੀ ਕਿਸੇ ਨਾਲ ਲੜ ਪਏ, ਕਦੀ ਕਿਸੇ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ, ਐਵੇਂ ਚੰਗੇ ਭਲੇ ਅਸੀਂ ਗੁੱਸਾ ਕਰਨਾ ਸ਼ੁਰੂ ਕਰ ਦਿੱਤਾ। ਇੱਦਾਂ ਹੁੰਦਾ ਚੰਗੇ ਭਲੇ ਕੰਮ ਤੇ ਬੜੇ ਹਾਂਜੀ ਹਾਂਜੀ ਬੋਲਦੇ ਸੀ। ਮੈਂ ਵੀ ਦੇਖਿਆ, ਤੁਸੀਂ ਜਦੋਂ ਤੁਹਾਨੂੰ ਫੋਨ ਆਉਂਦਾ ਨਾ ਕਿਸੇ ਦਾ, ਤੁਸੀਂ ਮੈਮ ਕਰਕੇ ਸਰ ਕਰਕੇ ਬੜਾ ਮਿੱਠਾ ਬੋਲਦੇ ਹੋ, ਘਰਦਿਆਂ ਨੂੰ ਮਤਲਬ ਖਾਣ ਨੂੰ ਪੈਂਦੇ ਆਪਾਂ। ਇਹ ਤਾਂ ਗੱਲ ਫਿਰ ਗਲਤ ਹੋ ਗਈ ਨਾ। ਇਹ ਤਾਂ ਅਸੀਂ ਦੋ ਮੂੰਹ ਹੋ ਗਏ, ਐਵੇਂ ਕਹਿ ਲਓ, ਇਹ ਗਲਤ ਹੈ ਸਿਸਟਮ। ਉਹ ਠੀਕ ਹੈ, ਘਰਦਿਆਂ ਨਾਲ ਅਸੀਂ ਖੁੱਲ੍ਹੇ ਹੁੰਦੇ ਹਾਂ, ਕਦੀ ਕਦਾਈ ਹੋ ਗਿਆ, ਪਰ ਜੇ ਅਸੀਂ 24 ਘੰਟੇ ਉਵੇਂ ਹੀ ਬੋਲੀ ਜਾਵਾਂਗੇ, ਫਿਰ ਉਹ ਗੁਰਮਤ ਦਾ ਰਾਹ ਨਹੀਂ ਹੈਗਾ। ਸਾਡੇ ਤਾਂ ਉਹ ਪੰਕਤੀ ਕਿਹੜੀ ਆਉਂਦੀ ਆਨੰਦ ਸਾਹਿਬ 'ਚ, ਨਹੀਂ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ। ਪਹਿਲਾਂ ਸ਼ਬਦ ਸਵਾਰਨਾ ਪਏਗਾ। ਸ਼ਬਦ ਦਾ ਕੀ ਮਤਲਬ ਇੱਥੇ? ਸਾਡਾ ਬੋਲ, ਤਿਨਕਾ ਸ਼ਬਦ ਸੱਚੇ ਸਵਾਰਿਆ। ਉਹ ਸੱਚੇ ਨੇ ਕਿਉਂਕਿ ਅੰਦਰੋਂ ਸਾਡੀਆਂ ਉਹ ਚੀਜ਼ਾਂ ਹੁਣ ਟੁੱਟ ਗਈਆਂ ਨੇ। ਹੁਣ ਸਾਡਾ ਸ਼ਬਦ ਜਿਹੜਾ ਸਵਰ ਗਿਆ। ਜੇ ਸਾਡੇ ਸ਼ਬਦ ਨਹੀਂ ਸਵਰੇ, ਹਾਲੇ ਅਸੀਂ ਬੋਲ ਐਵੇਂ ਰਹੇ ਹਾਂ, ਸਾਡੀ ਉਹ ਲੈਂਗੁਏਜ ਹੀ ਨਹੀਂ ਹੈਗੀ। ਸਾਡੀ ਸਿੱਖਾਂ ਦੀ ਤਾਂ ਬਿਲਕੁਲ ਹੀ ਲੈਂਗੁਏਜ ਨਹੀਂ ਹੈਗੀ। ਉਹ ਕਹਿੰਦੇ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਔਰ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਉਹ ਜੋ ਮਰਜ਼ੀ ਕਰ ਲਓ, ਕੌੜਾ ਨਹੀਂ ਬੋਲਦਾ। ਅਸੀਂ ਮਾੜੀ ਜਿਹੀ ਕੋਈ ਗੱਲ ਹੁੰਦੀ ਆ, ਅਸੀਂ ਤਿਆਰ ਬੈਠੇ ਹਾਂ ਕਿ ਕੱਢੀਏ ਅਸੀਂ ਬਾਹਰ। ਕਿਉਂ? ਕਿਉਂਕਿ ਜੁਝਾਰੂ ਨਹੀਂ ਬਣੇ। ਹਾਲੇ ਉਹ ਚੀਜ਼ਾਂ ਨਾਲ ਅਸੀਂ ਡੀਲ ਨਹੀਂ ਕੀਤਾ, ਅੰਦਰ ਭਰੀਆਂ ਪਈਆਂ, ਉਹਨਾਂ ਨੇ ਕਿਸੇ ਤਰ੍ਹਾਂ ਤਾਂ ਰਿਲੀਜ਼ ਹੋਣਾ ਹੀ ਆ ਨਾ। ਜਿਹੜੇ ਤੁਹਾਡੇ 'ਚ ਸਪੋਰਟਸ ਕਰਦੇ ਆ, ਜਾਂ ਤੁਹਾਡੇ 'ਚ ਕੁਛ ਕਾਫੀਆਂ ਨੇ ਕੱਲ੍ਹ ਦੱਸਿਆ ਸੀ ਆਰਟਸ ਐਂਡ ਕਰਾਫਟ ਕਰਦੇ ਹੋ, ਹੌਬੀਜ਼ ਨੇ, ਉਹ ਤੁਹਾਡਾ ਇੱਕ ਰਿਲੀਜ਼ ਹੈ। ਤੁਸੀਂ ਸ਼ੈਫ ਹੋ ਹੈ ਨਾ, ਤੁਹਾਡਾ ਇੱਕ ਰਿਲੀਜ਼ ਹੈ। ਕਿਸੇ ਨੂੰ ਕੁਛ ਅੱਛੀ ਗੱਲ ਆ, ਉਹ ਅੱਛੀ ਗੱਲ ਹੈ। ਕੁਛ ਨਾ ਕੁਛ ਆਪਣੇ ਆਪ ਨੂੰ ਰਿਲੀਜ਼ ਸਿਸਟਮ ਤੁਹਾਡੀ ਏਜ 'ਤੇ ਉਹ ਜ਼ਰੂਰੀ ਵੀ ਹੈ, ਸਾਡੇ ਲਈ ਵੀ ਜ਼ਰੂਰੀ ਹੈ, ਪਰ ਤੁਹਾਡੇ ਲਈ ਜ਼ਿਆਦਾ ਹੈ ਕਿ ਉਹ ਤੁਹਾਨੂੰ ਰਿਲੀਜ਼ ਚਾਹੀਦਾ ਇੱਕ ਕਿਸ ਔਰ ਅੱਛੇ ਤਰੀਕੇ ਨਾਲ। ਨਹੀਂ ਰਿਲੀਜ਼ ਤਾਂ ਕੀ ਹੋਏਗਾ? ਸੋਸ਼ਲ ਮੀਡੀਆ, ਫਿਰ ਵਾਪਸ ਉੱਥੇ ਆ ਜਾਈਏ। ਕਿਸੇ ਤੁਸੀਂ ਕੁਛ ਨਾ, ਤੁਸੀਂ ਕਹਿਣਾ ਮੇਰਾ ਟਾਈਮ ਹੈ, ਐਂਟਰਟੇਨਮੈਂਟ ਹੈ ਨਾ, ਕਿਸੇ ਦਾ ਤੁਸੀਂ ਰਿਲੀਜ਼ ਕਰਨਾ ਹੈ। ਉਹਨੂੰ ਪ੍ਰੋਡਕਟਿਵਲੀ ਰਿਲੀਜ਼ ਕਰੋ। ਤੁਸੀਂ ਗੱਤਕਾ ਕਰ ਰਹੇ ਹੋ, ਕੀਰਤਨ ਸਿੱਖ ਰਹੇ ਹੋ, ਤਬਲਾ, ਮੈਂ ਕੁੱਟਣ ਕਹਿ ਲਗੀ ਸੀ, ਤਬਲਾ ਕੁੱਟ ਰਹੇ ਹੋ, ਕੁੱਟ ਲਓ, ਕੋਈ ਗੱਲ ਨਹੀਂ, ਕੁੱਟ ਲਓ, ਅੱਛੀ ਗੱਲ ਹੈ। ਕਿਸੇ ਪਰਪਸ ਲਈ ਤਾਂ ਕੁੱਟ ਰਹੇ ਹੋ ਨਾ। ਮਤਲਬ ਅਸੀਂ ਤਾਂ ਤਬਲੇ 'ਤੇ ਹੀ ਡਿਪੈਂਡ ਰਹਿੰਦੇ ਹਾਂ। ਮੈਂ ਤਾਂ ਨਮਸਕਾਰ ਕਰਦੀ ਹਾਂ ਜਿਹੜੇ ਤਬਲਾ ਵਜਾਉਂਦੇ ਨੇ। ਬਹੁਤ ਤੁਹਾਨੂੰ ਕਈ ਵਾਰ ਲੱਭਦੇ ਨਹੀਂ ਹੁੰਦੇ ਤਬਲੇ ਵਾਲੇ ਸਿੰਘ ਜਿਹੜੇ ਕੋਈ ਭਾਵਨਾ ਦੇ ਨਾਲ ਸੇਵਾ ਕਰ ਸਕਣ। ਮੇਰੇ ਤਾਂ ਤੁਹਾਡੇ ਚਰਨਾਂ 'ਚ ਨਮਸਕਾਰ ਹੈ। ਸੋ ਇਹਨੂੰ ਉਵੇਂ ਨਾ ਲਿਓ, ਅੱਛੇ ਤਰੀਕੇ ਨਾਲ ਵੀ ਉਹਨੂੰ ਯੂਜ਼ ਕਰੋ ਆਪਣੀ ਐਨਰਜੀ ਨੂੰ, ਪਰ ਸੋਚੋ ਕਿ ਸਹੀ ਤਰੀਕੇ 'ਚ ਹੈ। ਕੋਈ ਵੀ ਸ਼ੌਂਕ ਹੈ ਉਹਨੂੰ ਪੂਰਾ ਕਰੋ, ਪਰ ਸ਼ੌਂਕ ਨੂੰ ਐਨਾਲਾਈਜ਼ ਜ਼ਰੂਰ ਕਰ ਲਓ। ਇਹ ਨਹੀਂ ਕਿ ਹੁਣ ਮੈਂ ਜਾ ਕੇ ਭੰਗੜਾ ਹੀ ਪਾਉਣਾ ਹੈ ਜਾਂ ਉਹ ਪੁੱਠੇ ਕੰਮ ਕਰਨੇ, ਕਿਉਂਕਿ ਗਰੋਥ ਨਹੀਂ ਉਹਦੇ ਵਿੱਚ। ਠੀਕ ਹੈ, ਜਿਹੜੇ ਕਰ ਰਹੇ ਹਨ ਠੀਕ ਹੈ, ਅਸੀਂ ਉਹਨਾਂ ਨੂੰ ਵੀ ਮਾੜਾ ਨਹੀਂ ਕਹਿਣਾ, ਪਰ ਸਾਡਾ ਰਾਹ ਕੀ ਹੈਗਾ ਸਾਨੂੰ ਸਮਝਣਾ ਪਏਗਾ। ਸੋ ਜਦੋਂ ਅਸੀਂ ਸਪਰੈਸ ਕਰਾਂਗੇ ਉਹ ਰੁਕ ਜਾਏਗਾ, ਇਸ ਕਰਕੇ ਸਪਰੈਸ ਵੀ ਨਹੀਂ ਕਰਨਾ। ਹੁਣ ਇੱਥੋਂ ਇਹ ਸੋਚ ਲਓ ਕਿ ਮੈਂ ਅੱਜ ਤੋਂ ਬਾਅਦ ਸੋਚਣਾ ਕੀ ਹੈ। ਤੇ ਜੇ ਤੁਸੀਂ ਸੋਚਿਆ ਤੇ ਮੂੰਹ ਤੇ ਸਮਾਈਲ ਉਸੇ ਵੇਲੇ ਆ ਗਈ, ਚੰਗਾ ਚੰਗਾ ਫੀਲ ਹੋਇਆ, ਕੌਣ ਤਾਲਾ ਤਾਂ ਨਹੀਂ ਲਾਇਆ ਕਿਸੇ ਨੇ ਤੁਹਾਡੀ ਸੋਚ 'ਤੇ? ਕੌਣ ਇੰਚਾਰਜ ਹੈ? ਹਾਂ, ਔਖਾ ਸਰਕਮਸਟੈਂਸਿਸ ਔਖੇ ਵੀ ਆਉਣਗੇ। ਐਵੇਂ ਨਾ ਸੋਚੋ ਕਿ ਇੱਥੋਂ ਜਾ ਕੇ ਹੁਣ ਇੱਥੇ ਤਾਂ ਬੜਾ ਅੱਛਾ ਨਾ, ਸਾਰੇ ਅੱਛਾ ਬੋਲ ਰਹੇ ਨੇ, ਬਣਿਆ ਬਣਾਇਆ ਮਿਲ ਰਿਹਾ, ਪਿਆਰ ਹੀ ਪਿਆਰ ਹੈਗਾ। ਕੋਈ ਘਰਦਿਆਂ ਨਾਲ ਹੀ ਜ਼ਿਆਦਾ ਅਸੀਂ ਉਲਟਾ ਸਿੱਧਾ ਬੋਲਦੇ ਹਾਂ। ਜਦੋਂ ਤੁਸੀਂ ਕੱਲ੍ਹ ਪੁੱਛ ਰਹੇ ਸੀ ਕੌਣ 24 ਘੰਟੇ 'ਚ ਬੋਲਿਆ, ਮੈਂ ਕਿਹਾ ਮੈਂ ਤਾਂ ਬੋਲੀ ਨਹੀਂ। ਕਿਉਂ ਨਹੀਂ ਬੋਲੀ? ਕਿਉਂਕਿ ਮੇਰੇ ਆਲੇ ਦੁਆਲੇ ਮੇਰੇ ਬੱਚੇ ਨਹੀਂ ਹੈਗੇ ਛੋਟੇ ਛੋਟੇ ਜਿਹੜੇ ਮੈਨੂੰ ਤੰਗ ਕਰਦੇ ਨੇ, ਜਾਂ ਘਰ 'ਚ ਕੋਈ ਚੈਲੰਜਿਸ ਨੇ, ਸੰਗਤ 'ਚ ਬੈਠੇ ਹਾਂ, ਉਹ ਸਰਕਮਸਟੈਂਸਿਸ ਨੇ ਨਾ। ਪਰ ਉੱਥੇ ਜਾ ਕੇ ਵੀ ਅਸੀਂ ਆਪਣੇ ਨਾਲ ਜੂਝਣਾ। ਹਾਂ, ਉਹ ਕਰ ਰਹੇ ਨੇ, ਉਹਨਾਂ ਦਾ ਕੰਮ, ਉਹ ਕੋਈ ਤੁਹਾਨੂੰ ਤੰਗ ਨਹੀਂ ਕਰ ਰਿਹਾ ਹੁੰਦਾ। ਸਾਰਿਆਂ ਦਾ ਆਪਣਾ ਆਪਣਾ ਸਿਸਟਮ ਹੁੰਦਾ, ਪਰ ਜਿਹੜੀ ਸੋਚੀ ਤੁਹਾਨੂੰ ਹੈ ਸ਼ਾਇਦ ਦੂਸਰੇ ਨੂੰ ਨਾ ਹੋਏ। ਤੁਸੀਂ ਉਸ ਅਵੇਅਰਨੈਸ ਨੂੰ ਬੈਸਟ ਯੂਜ਼ ਕਰਕੇ ਤੁਸੀਂ ਉਹਨਾਂ ਨੂੰ ਐਲੀਵੇਟ ਕਰ ਲੈਣਾ। ਐਲੀਵੇਟ ਕਿੱਦਾਂ? ਅੰਦਰੋਂ ਕਰ ਲੈਣਾ ਕਿ ਜੇ ਕੋਈ ਕੌੜਾ ਬੋਲ ਵੀ ਰਿਹਾ, ਕੌੜੇ ਨੂੰ ਕੌੜਾ ਬੋਲ ਕਦੀ ਨਹੀਂ ਤੋੜੇਗਾ। ਤੁਸੀਂ ਕਰਕੇ ਦੇਖ ਲਓ, ਕਿੱਤਾ ਵੀ ਹੋਣਾ। ਇੱਕ ਉੱਚੀ ਬੋਲ ਰਿਹਾ, ਤੁਸੀਂ ਬੋਲ ਪਵੋ, ਅਗਲਾ ਹੋ ਜਾਏਗਾ ਨਿਵਾਣ 'ਚ, ਉਹ ਹੋਰ ਉੱਚੀ ਹੋ ਜਾਏਗਾ, ਹੋਰ ਦੇयर इज़ नो ਵਿਨ। ਅਗਲਾ ਉੱਚਾ, ਤੁਸੀਂ ਉਹ ਹੋ ਜਾਓ। ਤੁਸੀਂ ਕਰਕੇ ਦੇਖਿਓ, ਮੈਂ ਤਾਂ ਡੈਫੀਨਿਟਲੀ ਐਕਸਪੈਰੀਮੈਂਟ ਕੀਤਾ। ਤੁਸੀਂ ਇੱਥੇ ਹੋ, ਉਹ ਇੱਥੇ ਹੈ ਨਾ, ਤੁਸੀਂ ਇੱਥੇ ਆ ਜਾਓਗੇ, ਉਹਨੂੰ ਬਦੋ ਬਦੀ ਤੁਹਾਡੀ ਇਮੇਜ ਮਿਰਰ ਕਰਨੀ ਪੈਣੀ ਹੈ, ਕਾਪੀ ਕਰਨੀ ਪੈਣੀ ਹੈ। ਇਹ ਸਾਈਕੋਲੋਜੀ ਹੈ, ਹਿਊਮਨ ਬਿਹੇਵੀਅਰ। ਕੱਲ੍ਹ ਵੀ ਕਿਸੇ ਨੇ ਗੱਲ ਕੀਤੀ ਸੀ, ਜਿੱਥੇ ਤੁਸੀਂ ਹੈਗੇ ਹੋ ਉਹਨੇ ਮੈਚ ਕਰੀ ਜਾਣਾ। ਤੁਸੀਂ ਹੋਰ ਥੱਲੇ ਚੱਲ ਜਾਓ, ਹੋਰ ਥੱਲੇ ਚੱਲ ਜਾਏਗਾ। ਇਸੇ ਕਰਕੇ ਸਾਨੂੰ ਨਿਮਰਤਾ ਦਿੱਤੀ ਹੈ, ਨਿਵਾਣ ਦਿੱਤੀ ਹੈ ਗੁਰੂ ਸਾਹਿਬ ਨੇ। ਇੰਨੀ ਵੱਡੀ ਸਾਇੰਸ ਹੈ ਇਹਦੇ ਵਿੱਚ। ਜੇ ਅਸੀਂ ਸਾਇੰਸ ਨੂੰ ਵੀ ਪਰੇ ਛੱਡ ਦਈਏ, ਜਿਨ੍ਹਾਂ ਨੂੰ ਕਈ ਵਾਰ ਹੁੰਦਾ ਨਾ ਕਿ ਨਹੀਂ ਸਾਇੰਸ ਠੀਕ ਕਹਿੰਦੀ ਹੈ, ਐਵੇਂ ਕਹਿੰਦਾ, ਸਾਰਾ ਖਜ਼ਾਨਾ ਇੱਥੇ ਪਿਆ, ਸਮਝਣ ਦੀ ਲੋੜ ਹੈਗੀ ਹੈ। ਸੋ ਹੁਣ ਅਸੀਂ ਰੈਪ ਅਪ ਕਰਾਂਗੇ ਕਿ ਅਸੀਂ ਕਰਨਾ ਕੀ ਹੈ। ਸੋ
ਕਿੱਧਰਲੇ ਪਾਸੇ ਅਸੀਂ એનર્ਜੀ ਲਾਣੀ ਹੈ। ਠੀਕ ਹੈ, ਹੈਗੀ ਤਾਂ ਸਾਡੇ ਕੋਲ ਬਹੁਤ ਹੈ। ਇਹ ਕੁਛ ਚੀਜ਼ਾਂ ਲਿਖੀਆਂ ਨੇ, ਕੁਛ ਵੀ ਇੱਕ ਚੀਜ਼ ਇੱਥੋਂ ਲੈ ਲਓ। ਐਕਸੈਪਟੈਂਸ ਸਾਰੇ ਸਮਝਦੇ? ਮੰਨਣਾ ਅਸੀਂ ਉਹਨੂੰ ਕਿਵੇਂ ਐਕਸਪਲੇਨ ਕਰੋਗੇ ਤੁਸੀਂ? ਆਪਣੀ ਮੈਨੂੰ ਦੱਸੋ ਥੋੜ੍ਹਾ ਜਿਹਾ। ਰਜ਼ਾ ਚਾਹ ਜੋ, ਭਾਣਾ ਚਾਹ ਜੋ। ਭਾਣਾ ਕੀ ਹੁੰਦਾ ਹੈ? ਕੀ ਹੁੰਦਾ ਨਾ, ਇਹ ਤਾਂ ਮੈਨੂੰ ਅੱਖਰ ਦੱਸੀ ਜਾਣਾ, ਤੁਸੀਂ ਐਕਸਪਲੇਨ ਕਰੋ। ਇੱਕ ਜਣਾ ਬੋਲੋ, ਮੈਨੂੰ ਸਮਝ। ਹਾਂ ਠੀਕ ਹੈ, ਐਗਜ਼ਾਮਪਲ ਸੁਣੀ ਸੀ। ਹਾਂ ਬਿਲਕੁਲ। ਅੱਛਾ, ਉਹਨੂੰ ਰੈਜ਼ਿਗਨੇਸ਼ਨ ਵੀ ਕਹਿ ਸਕਦੇ? ਰੈਜ਼ਿਗਨੇਸ਼ਨ ਸਮਝਦੇ? ਰੈਜ਼ਿਗਨੇਸ਼ਨ ਹੁੰਦਾ ਵੀ ਹਾਂ ਕੁਇਟ ਕਰਨਾ। ਹਾਂ ਸਰੈਂਡਰ ਨਹੀਂ, ਕੁਇਟ ਕਰਨਾ। ਛੱਡ ਪਰਾਂ, ਕੁਛ ਹੁੰਦਾ ਹੀ ਨਹੀਂ ਇੱਥੇ ਤਾਂ। ਹਾਂ ਉਹ ਡਿਫਰੈਂਟ ਹੈ, ਕੁਇਟ ਕਰਨਾ ਹੋਰ ਹੈ। ਕੁਇਟ ਕਰਨਾ ਇਹ ਹੈ ਵੀ ਮੈਂ ਬੜੀ ਮਿਹਨਤ ਕੀਤੀ ਪਰ ਮੇਰੇ ਮਾਰਕਸ ਨਹੀਂ ਆਉਂਦੇ। ਫੋਰ ਐਗਜ਼ਾਮਪਲ ਮੇਰੀ ਸਕੋਰ ਇੰਨਾ ਹੀ ਆਉਂਦਾ ਤਾਂ ਆਈ ਕੁਇਟ, ਦੁਖੀ ਹਿਰਦੇ ਨਾਲ। ਉਹਨੂੰ ਕਹਿੰਦੇ ਕੁਇਟ, ਛੱਡ ਦੇਣਾ। ਇੱਕ ਹੁੰਦਾ ਕਿ ਹਾਂ ਮੈਂ ਬੜੀ ਮਿਹਨਤ ਕੀਤੀ, ਇਹਦੇ 'ਚ ਮੇਰੇ ਨਹੀਂ ਆ ਰਹੇ ਪਰ ਮੈਨੂੰ ਲੱਗ ਰਿਹਾ ਮੇਰੇ ਲਈ ਫੀਲਡ ਬੈਟਰ ਹੈ, ਹੁਣ ਮੈਂ ਇਹਦੇ 'ਚ ਆਪਣਾ 100% ਪਾਉਣਾ ਹੈ। ਮੈਂ ਕੁਇਟ ਨਹੀਂ ਕਰ ਰਿਹਾ, ਐਕਸੈਪਟ ਕਰ ਰਿਹਾ ਕਿ ਦਿਸ ਇਜ਼ ਨਾਟ ਫॉर ਮੀ, ਪਰ ਆਹ ਚੀਜ਼ ਹੋ ਸਕਦੀ ਹੈ। ਜਾਂ ਜੇ ਮੈਂ ਉਹੀ ਕਰਨਾ ਤਾਂ ਹੋ ਸਕਦਾ ਮੈਨੂੰ ਮਿਹਨਤ ਥੋੜ੍ਹੀ ਜ਼ਿਆਦਾ ਕਰਨੀ ਪੈਣੀ ਹੈ। ਸਮਝੇ? ਉਹ ਰੈਜ਼ਿਗਨੇਸ਼ਨ ਨਹੀਂ ਹੈ, ਕੁਇਟ ਨਹੀਂ ਹੈਗਾ, ਐਕਸੈਪਟ ਕਰਨਾ। ਔਰ ਜਿਹਨੂੰ ਐਕਸੈਪਟ ਕਰਨਾ ਆ ਜਾਂਦਾ ਨਾ ਲਾਈਫ ਦੇ ਵਿੱਚ, ਉਹਦੀ ਜਿਹੜੀ ਅਗੇਂਸਟ ਦਾ ਫਲੋ ਜਿਹੜਾ ਬਲ ਲੱਗ ਰਿਹਾ, ਸਾਡੀ ਐਨਰਜੀ ਲੱਗ ਰਹੀ ਹੈ ਰੋਜ਼ ਰੋਜ਼ ਦੀ, ਉਹ ਟਿਕ ਜਾਂਦੀ ਹੈ। ਕਿਉਂਕਿ ਬਹੁਤ ਦੁਖੀਆਂ ਸੀ, ਇੱਦਾਂ ਕਿਉਂ ਨਹੀਂ ਹੋਇਆ, ਇੱਦਾਂ ਕਿਉਂ ਨਹੀਂ ਹੋਇਆ, ਇਹ ਕੈਂਪ 'ਤੇ ਉਹ ਕਿਉਂ ਨਹੀਂ ਆਇਆ, ਉਹ ਕੈਂਪ 'ਤੇ ਉਹ ਕਿਉਂ ਨਹੀਂ ਆਈ, ਜਾਂ ਕੈਂਪ ਇਹੋ ਜਿਹੀ ਜਗ੍ਹਾ 'ਤੇ ਕਿਉਂ ਹੈ। ਛੋਟੀਆਂ ਛੋਟੀਆਂ ਗੱਲਾਂ, ਜਾਂ ਮੇਰੇ ਪੇਰੈਂਟਸ ਇੱਦਾਂ ਕਿਉਂ ਕਰਦੇ ਨੇ। ਕੁਛ ਚੀਜ਼ਾਂ ਨੂੰ ਅਸੀਂ ਬਦਲ ਨਹੀਂ ਸਕਦੇ ਲਾਈਫ 'ਚ, ਆਪਣੇ ਆਪ ਨੂੰ ਬਦਲ ਸਕਦੇ ਹਾਂ। ਉਹ ਐਕਸੈਪਟੈਂਸ ਆ ਗਈ। ਅੱਗੇ ਕੀ ਲਿਖਿਆ? ਹਾਂ ਗ੍ਰੈਟੀਟਿਊਡ ਸਮਝਦੇ ਹਾਂ ਸਾਰੇ। ਹਾਂ ਸ਼ੁਕਰਾਨਾ ਕਿਵੇਂ ਕਰਦੇ ਹਾਂ ਅਸੀਂ? ਅੱਛਾ ਕੌਣ ਕੌਣ ਸ਼ੁਕਰਾਨੇ 'ਚ ਹੈ? ਆਪਣੇ ਆਪ ਨੂੰ ਐਨਾਲਾਈਜ਼ ਕਰੋ, ਕੌਣ ਕੌਣ ਸ਼ੁਕਰਾਨੇ 'ਚ ਹੈ? ਬਸ ਇਹ ਜ਼ਿਆਦਾ ਹੋਣਗੇ। ਹਾਂਜੀ ਹਾਂ ਹਾਂ ਹਾਂ, ਐਕਸੈਪਟੈਂਸ ਹੈ ਤਾਂ ਸ਼ੁਕਰਾਨਾ ਹੈ। ਅੱਛਾ ਅਸੀਂ ਗ੍ਰੈਟੀਟਿਊਡ ਸਿਰਫ ਸ਼ੁਕਰਾਨਾ ਇਹ ਨਹੀਂ ਕਿ ਸ਼ੁਕਰ ਹੈ, ਆਪਣੇ ਆਪ ਨੂੰ ਇੱਕ ਨਵੀਂ ਗੱਲ ਪੁੱਛਣੀ ਨਾਲ ਕਿਉਂ ਨਹੀਂ। ਜਿਵੇਂ ਮੰਨ ਲਓ ਕਹੋ ਵੀ ਮੈਂ ਪ੍ਰਸ਼ਾਦੇ ਲਈ ਗ੍ਰੈਟੀਟਿਊਡ 'ਚ ਹਾਂ, ਮੈਂ ਸ਼ੁਕਰਾਨੇ 'ਚ ਹਾਂ। ਕਿਉਂ? ਕਿਉਂਕਿ ਪਹਿਲੀ ਗੱਲ ਮੈਨੂੰ ਭੁੱਖ ਲੱਗੀ ਸੀ, ਦੂਸਰੀ ਗੱਲ ਇਹ ਪ੍ਰਸ਼ਾਦਾ ਮੈਨੂੰ ਸਾਫ਼ ਸੁਥਰਾ ਮਿਲਿਆ, ਬਣਿਆ ਬਣਾਇਆ ਮਿਲਿਆ, ਔਰ ਇੱਕ ਅੱਛੇ ਇਨਵਾਇਰਮੈਂਟ ਦੇ ਵਿੱਚ ਮਿਲਿਆ, ਐਨਰਜੀ ਇਹਦੇ 'ਚ ਅੱਛੀ ਹੈਗੀ ਹੈ। ਤੁਸੀਂ ਇਹਦੇ 'ਚ ਕਿੰਨੀ ਲਿਸਟ ਲੰਬੀ ਜਦੋਂ ਪਾਓਗੇ ਨਾ, ਉਹ ਫਿਰ ਅਸਲੀ ਸ਼ੁਕਰਾਨਾ ਹੋਏਗਾ। ਕਿਉਂ ਸ਼ੁਕਰਾਨਾ ਹੈ? ਇੱਕ ਕਹਿ ਦੇਣਾ ਮੈਂ ਸ਼ੁਕਰ ਜਾਂ, ਪਰ ਕਿਉਂ? ਉਹਨੂੰ ਸਮਝਣਾ ਪੂਰਾ। ਹੁਣ ਜਦੋਂ ਤੁਸੀਂ ਵਾਹਿਗੁਰੂ ਲਿਖੋਗੇ ਨਾ ਅੱਜ ਰਾਤ ਨੂੰ, ਉਹਦੇ ਨਾਲ ਜੇ ਠੀਕ ਹੈ ਆਰਗੇਨਾਈਜ਼ਰਸ ਲਈ, ਤਾਂ ਤੁਸੀਂ 3 ਚੀਜ਼ਾਂ ਲਿਖਣੀਆਂ ਨੇ ਕਿ ਮੈਂ ਕਿਹੜੀਆਂ 3 ਚੀਜ਼ਾਂ ਲਈ ਸ਼ੁਕਰਾਨੇ ਚਾਹਾਂ। ਕਿਉਂ, ਵਾਈ, ਵਾਟ ਐਂਡ ਵਾਈ। ਠੀਕ ਹੈ, ਹੋ ਸਕਦਾ ਇੱਦਾਂ? ਠੀਕ ਹੈ, 3 ਕੋਸ਼ਿਸ਼ ਕਰਨੀਆਂ ਨੇ। ਜੇ 3 ਜ਼ਿਆਦਾ ਲੱਗੀਆਂ 1 ਲਿਖ ਲਿਓ, 1 ਨੂੰ ਪਰ ਇੰਨਾ ਕਰੋੜਿਓ, ਮਤਲਬ ਉਹਦਾ ਨਿਚੋੜ ਕੱਢ ਦਿਓ, ਤਾਂ ਕਿ ਤੁਹਾਨੂੰ ਅੰਦਰ ਆਪਣੀ ਸਮਝ ਆ ਸਕੇ ਕਿ ਮੈਂ ਕਿਉਂ ਸ਼ੁਕਰਾਨੇ ਚਾਹਾਂ। ਉਹ ਉੱਦਾਂ ਤਾਂ ਬੜਾ ਅੱਛਾ ਹੈ ਕਹਿ ਦੇਣਾ ਆਹ ਚੀਜ਼ ਆਹ ਚੀਜ਼ ਆਹ ਚੀਜ਼, ਪਰ ਵਾਈ 'ਤੇ ਆ ਕੇ ਫਸ ਜਾਂਦਾ ਬੰਦਾ। ਕਰ ਪਾਓਗੇ? ਫਿਰ ਮੈਂ ਕੱਲ੍ਹ ਨੂੰ ਪੁੱਛ ਲੈਣਾ। ਠੀਕ ਹੈ, ਕੋਸ਼ਿਸ਼ ਕਰਿਓ। ਅੱਗੇ ਕੀ ਲਿਖਿਆ? ਹਜ਼ੂਰੀ। ਹਜ਼ੂਰੀ ਕੀ ਹੈ? ਜਿਹੜੀ ਅਸੀਂ ਹੁਣੇ ਗੱਲ ਕੀਤੀ, ਆਪਣੇ ਪ੍ਰਭਸਿਓ ਹੋ ਸਾਵਧਾਨ। ਜਦੋਂ ਬੈਠਣਾ ਹੈ, ਇੱਥੇ ਬੈਠਣਾ ਹੈ, ਵਿਚਾਰ ਕਰਨੀ ਹੈ, ਕਿਤੇ ਵੀ ਬੈਠਣਾ ਹੈ, ਕੋਸ਼ਿਸ਼ ਕਰਨੀ ਹੈ ਉਹ ਪਾਸਟ ਅਤੇ ਪ੍ਰੈਜ਼ੈਂਟ ਨੂੰ, ਪਾਸਟ ਅਤੇ ਫਿਊਚਰ ਨੂੰ ਸੰਕੋਚ ਕੇ ਪ੍ਰੈਜ਼ੈਂਟ 'ਚ ਆ ਜਾਈਏ। ਹਜ਼ੂਰੀ 'ਚ ਬੈਠਣਾ। ਜੇ ਭਾਈ ਵੀਰ ਸਿੰਘ ਨੂੰ ਪੜ੍ਹੀਏ ਨਾ, ਉਹਨੇ ਹਜ਼ੂਰੀ ਦੀ ਗੱਲ ਬਹੁਤ ਕੀਤੀ ਹੈ, ਬਹੁਤ ਜ਼ਿਆਦਾ ਹਜ਼ੂਰੀ ਦੀ ਗੱਲ। ਪਹਿਲਾਂ ਮੈਨੂੰ ਸਮਝ ਨਹੀਂ ਸੀ ਲੱਗਦੀ ਹੁੰਦੀ, ਏਕ ਓਂਕਾਰ ਕੀ ਚੀਜ਼ ਹੈ, ਹਜ਼ੂਰੀ ਕੀ ਹੈ। ਪਰ ਜਿੱਥੇ ਜਿਹੜਾ ਇਨਸਾਨ ਏਕ ਓਂਕਾਰ 'ਚ ਆ ਗਿਆ ਨਾ, ਉਹ ਹਜ਼ੂਰੀ 'ਚ ਆ ਗਿਆ, ਕਿਉਂਕਿ ਉਹਨੂੰ ਹੋਰ ਕੋਈ ਹੋਰ ਦੇਖ ਹੀ ਨਹੀਂ ਰਿਹਾ, ਹੈ ਨਾ। ਸਭ ਵਿੱਚ ਖੁਦਾ ਨਜ਼ਰ ਆ ਰਿਹਾ, ਸਭ ਮੈਂ ਜੋ ਜੋਤ ਹੈ ਸੋ ਸਿਰਫ ਪੜ੍ਹਦਾ ਨਹੀਂ, ਉਹਨੂੰ ਐਕਸਪੀਰੀਅੰਸ ਹੋਣਾ ਸ਼ੁਰੂ ਹੋ ਗਿਆ। ਉਹ ਹਜ਼ੂਰੀ 'ਚ ਹੈ। ਜਦੋਂ ਅਸੀਂ ਬੈਠਣਾ, ਸਵੇਰੇ ਬੈਠਣਾ, ਸ਼ਾਮੀ ਬੈਠਣਾ, ਤੁਰਦੇ ਫਿਰਦੇ ਨੇਚਰ 'ਚ ਬਲਿਹਾਰੀ ਕੁਦਰਤ ਵਸਿਆ। ਕਿਤੇ ਤੁਸੀਂ ਡਰਾਈਵਿੰਗ ਕਰਦੇ ਕਦੀ ਕਦੀ ਉਹਨੂੰ ਮਹਿਸੂਸ ਕਰ ਲਓਗੇ, ਹੈ ਐਵੇਂ ਰੈਂਡਮ ਤੁਸੀਂ ਐਕਸਪੀਰੀਅੰਸ ਕਰਦੇ ਹੋ ਇੱਕ ਓਂਕਾਰ ਨੂੰ, ਹਜ਼ੂਰੀ ਨੂੰ ਮਹਿਸੂਸ ਕਰਦੇ ਹੋ ਕਿ ਵਾਹਿਗੁਰੂ ਮੇਰੇ ਨਾਲ ਹੈ, ਬਿਲਕੁਲ ਨਾਲ ਹੈ। ਇੱਕਦਮ ਕੋਈ ਇੱਕ ਕਹਿੰਦੇ ਜਿੱਦਾਂ ਵਾਟਰਫਾਲ ਹੁੰਦੀ ਹੈ ਨਾ, ਜਾਂ ਇੱਦਾਂ ਝਰਨਾ, ਜਾਂ ਤੁਸੀਂ ਕੋਈ ਪ੍ਰੈਸ਼ਰ ਰੋਕਿਆ ਹੋਏ ਪਾਣੀ ਦਾ ਇੱਕਦਮ ਖੋਲ੍ਹ ਦਿਓ, ਕੀ ਹੁੰਦਾ? ਉਹਨੂੰ ਕਹਿੰਦੇ ਓਵਰਵੈਲਮਿੰਗ ਗ੍ਰੈਟੀਟਿਊਡ। ਇੰਨਾ ਤੁਸੀਂ ਸ਼ੁਕਰਾਨੇ 'ਚ ਆ ਜਾਂਦੇ ਕਿਉਂਕਿ ਤੁਸੀਂ ਉੱਥੇ ਹਜ਼ੂਰੀ ਨੂੰ ਐਕਸਪੀਰੀਅੰਸ ਕੀਤਾ। ਉਹ ਕਿਵੇਂ ਹੋਏਗਾ? ਜਦੋਂ ਅਸੀਂ ਪਲ ਪਲ ਕੋਸ਼ਿਸ਼ ਕਰਨੀ ਸ਼ੁਰੂ ਕਰ ਦਾਂਗੇ, ਆ ਵੀ ਵਾਹਿਗੁਰੂ, ਆ ਵੀ ਵਾਹਿਗੁਰੂ, ਆ ਵੀ ਬਹੁਤ ਸੋਹਣਾ, ਆ ਵੀ ਬਹੁਤ ਪਿਆਰਾ। ਉਹਦੇ ਅਵਗੁਣ ਨਾ ਚਿਤਾਰ ਕੇ, ਦੇਖ ਕੇ ਅਣਡਿੱਠ ਕਰਕੇ
ਸਮਝਾ ਸਕਦੇ ਹਾਂ ਅਸੀਂ, ਪਰ ਉਹਨੂੰ ਚਿਤਾਰਨਾ ਨਹੀਂ। ਚਿਤਾਰਨਾ ਹੁੰਦਾ ਉਹਨੂੰ ਫਿਰ ਹੋਰ ਇੱਕ ਜ਼ਖਮ ਹੋਏ ਨਾ ਤੇ ਅਸੀਂ ਮਲਮ ਪੱਟੀ ਲਾਉਂਦੇ ਹਾਂ। ਜੇ ਉਹਨੂੰ ਖਰੋਦਣਾ ਸ਼ੁਰੂ ਕਰ ਦਈਏ ਕੀ ਹੁੰਦਾ, ਉਹ ਹੀਲ ਨਹੀਂ ਹੋਏਗਾ। ਅਸੀਂ ਕਿਸੇ ਦੇ ਅਵਗੁਣ ਐਵੇਂ ਨਹੀਂ ਕਰਨਾ ਹੈ, ਆਪਣੇ ਵੀ ਨਹੀਂ ਕਰਨਾ, ਆਪਣੇ ਆਪ 'ਤੇ ਵੀ ਦਇਆ ਕਰਨੀ ਹੈ, ਦੂਸਰੇ 'ਤੇ ਵੀ ਦਇਆ ਕਰਾਂਗੇ ਜੇ ਆਪਣੇ ਆਪ 'ਤੇ ਕਰ ਪਾਵਾਂਗੇ। ਠੀਕ ਹੈ, ਇਸ ਚੀਜ਼ ਦਾ ਧਿਆਨ ਰੱਖਣਾ। ਅੱਗੇ ਲਿਖਿਆ ਲੈਟਿੰਗ ਗੋ। ਲੈਟ ਗੋ ਦਾ ਕੀ ਮਤਲਬ, ਆ ਜਿਹੜਾ ਭਾਰ ਦੀ ਅਸੀਂ ਗੱਲ ਕਰ ਚੁੱਕੇ ਹਾਂ ਨਾ, ਹੈ ਨਾ, ਹੁਣੇ ਕਿਸੇ ਨੇ ਗੱਲ ਕਹਿ ਦਿੱਤੀ, ਉਹਨੂੰ ਭਾਰ ਨਹੀਂ ਚੱਕਣਾ। ਠੀਕ ਹੈ, ਜਿੰਨਾ ਕੁ ਮਹਿਸੂਸ ਹੋਇਆ ਹੋਇਆ, ਹੁਣ ਛੱਡੋ ਪਰੇ, ਮਿੱਟੀ ਪਾਓ, ਕਹਿੰਦੇ ਨਾ ਮਿੱਟੀ ਪਾਓ, ਛੱਡੋ ਪਰੇ। ਓਕੇ, ਲਾਸਟ ਹੈਗਾ ਮਾफ़ ਕਰ ਦੇਣਾ। ਉਹ ਜਦੋਂ ਮਿੱਟੀ ਪਾਵਾਂਗੇ ਤੇ ਮਾफ़ ਕਰ ਪਾਵਾਂਗੇ ਤਾਂ ਹੀ ਹੋਏਗਾ। ਮਾफ़ ਕਿਹਨੂੰ ਕਰਦੇ ਹਾਂ ਅਸੀਂ? ਹਾਂਜੀ, ਹਾਂ, ਉਹਨੂੰ ਕਰਦੇ ਹਾਂ। ਬਿਲਕੁਲ, ਕਿਹਦੇ ਲਈ ਕਰਦੇ ਹਾਂ? ਉਹਦੇ 'ਤੇ ਅਹਿਸਾਨ ਕਰਦੇ ਹਾਂ, ਆਪਣੇ ਆਪ ਲਈ। ਕਿਉਂ? ਨਹੀਂ ਤਾਂ ਆਪਣੇ ਆਪ 'ਤੇ ਭਾਰੇ ਰਵਾਂਗੇ। ਹਾਂ, 10 ਸਾਲ ਬਾਅਦ ਵੀ ਉਹ ਭਾਰ ਚੱਕੀ ਫਿਰਾਂਗੇ। ਕਦੀ ਵੀ ਇਹ ਨਾ ਸੋਚੀਏ ਉਹਨੂੰ ਮਾफ़ ਕਰਕੇ ਮੈਂ ਉਹਦੇ 'ਤੇ ਅਹਿਸਾਨ ਕੀਤਾ। ਮਾफ़ ਕਰਕੇ ਆਪਣਾ ਭਲਾ ਕਰ ਲਿਆ ਤੁਸੀਂ, ਬਹੁਤ ਵੱਡਾ। ਜੇ ਕੋਈ ਹੈਗਾ ਮਾफ़ ਕਰਨ ਵਾਲਾ, ਅੱਜ ਕਰ ਦਿਓ, ਹੌਲੇ ਹੋ ਜਾਓਗੇ, ਕਿਉਂਕਿ ਤੁਸੀਂ ਆਪਣੇ ਹੀ ਵਿਗਾੜ ਰਹੇ ਹੋ। ਠੀਕ ਹੈ, ਸੋ ਆਈ ਥਿੰਕ ਮੇਰੀ ਇੱਕ ਸਲਾਈਡ ਹੋਰ ਸੀਗੀ, ਪਰ ਉਹ ਅਸੀਂ ਹੋਰ ਟਾਈਮ ਡਿਸਕਸ ਕਰਾਂਗੇ, ਉਹਨੂੰ ਟਾਈਮ ਲੱਗ ਜਾਏਗਾ। ਇਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਕਿਉਂਕਿ ਜਿਹੜੀ ਸਿਰਫ ਪਹਿਲੀ ਚੀਜ਼ ਅਸੀਂ ਡਿਸਕਸ ਕਰਾਂਗੇ, ਡਿਸਕਨੈਕਟ ਫਰੋਮ ਯੋਰ ਆਊਟਰ ਵਰਲਡ, ਕਨੈਕਟ ਵਿਦ ਇਨਰ ਵਰਲਡ। ਜਿਹੜੀ ਅਸੀਂ ਐਨਰਜੀ ਦੀ ਗੱਲ ਕੀਤੀ ਸੀ ਨਾ, ਡਾਇਰੈਕਟ ਕਰਨੀ ਹੈਗੀ ਹੈ, ਉਹਦੇ ਲਈ ਪ੍ਰੈਕਟੀਕਲ ਟੂਲਸ ਕੀ ਨੇ? ਕਦੀ ਕਦੀ ਨਾ, ਜਿੱਦਾਂ ਹੁਣ ਤੁਹਾਡੇ ਫੋਨ ਲੈ ਲੈਣੇ, ਕਈਆਂ ਨੂੰ ਔਖਾ ਵੀ ਹੁੰਦਾ ਹੋਏਗਾ। ਮੇਰੇ ਕੋਲ ਹੈਗਾ ਹੈ, ਮੈਂ ਨਹੀਂ ਦਿੱਤਾ ਕਿਉਂਕਿ ਇਹਨਾਂ ਨੇ ਮੇਰੇ ਕੋਲ ਮੰਗਿਆ ਵੀ ਨਹੀਂ, ਪਰ ਮੈਨੂੰ ਇਹਦੀ ਲੋੜ ਵੀ ਹੈਗੀ ਪ੍ਰੈਜੈਂਟੇਸ਼ਨਸ ਲਈ। ਪਰ ਮੈਂ ਕੋਈ ਸਨੈਪਚੈਟ ਨਹੀਂ ਕਰ ਰਹੀ, ਕੁਛ ਹੋਰ ਨਹੀਂ ਕਰ ਰਹੀ ਇਹਦੇ 'ਤੇ। ਇਹ ਮੇਰਾ ਤੁਹਾਡੇ ਨਾਲ, ਮੇਰੇ ਕੋਲ ਹੈ ਵੀ ਨਹੀਂ ਸਨੈਪਚੈਟ ਐਨੀਵੇ। ਮਾਈਟ ਗੋ ਔਨ ਇੰਸਟਾਗ੍ਰਾਮ ਬਾਏ ਦ ਵੇ, ਕਿਉਂਕਿ ਉੱਥੇ ਸੀ ਮੈਂ ਪ੍ਰੋਮਿਸ ਕੀਤਾ ਉੱਥੇ ਦੀਆਂ ਸੰਗਤਾਂ ਨੂੰ ਕਿ ਤੁਹਾਨੂੰ ਇੱਥੇ ਦੀ ਥੋੜ੍ਹੀ ਥੋੜ੍ਹੀ ਖਬਰ ਦੇਵਾਂਗੇ, ਕੈਂਪ 'ਚ ਕਿਵੇਂ ਹੋ ਰਿਹਾ ਹੈ, ਕੀ ਮਾਹੌਲ ਹੈਗਾ, ਕਿਵੇਂ ਦੀ ਐਨਰਜੀ ਹੈ। ਐਨੀਵੇ, ਸੋ ਕੀ ਹੈ ਡਿਸਕਨੈਕਟ ਫਰੋਮ ਯੋਰ ਆਊਟਰ ਵਰਲਡ। ਜਿਹਦਾ ਇੱਕ ਫ਼ੋਨ ਹੋ ਗਏ, ਜਾਂ ਤੁਸੀਂ ਪਾਸਟ ਜਾਂ ਫਿਊਚਰ, ਉਹ ਵੀ ਆਊਟਰ ਵਰਲਡ ਹੈਗਾ। ਥੋੜ੍ਹਾ ਥੋੜ੍ਹਾ ਆਪਣੇ ਆਪ ਨੂੰ ਬ੍ਰੇਕ ਦੇ ਕੇ, ਜਦੋਂ ਅਸੀਂ ਇੱਥੇ ਤਾਂ ਈਜ਼ੀ ਹੋ ਗਿਆ, ਮਜਬੂਰੀ ਹੈ ਫੋਨ ਦੇ ਗਏ, ਜਦੋਂ ਘਰ ਵਾਪਸ ਜਾਣਾ ਹੈ, ਜੋਬ 'ਤੇ ਵਾਪਸ ਜਾਣਾ ਹੈ, 1 ਘੰਟੇ ਦੀ ਬ੍ਰੇਕ ਲੈ ਲਓ। ਲੈ ਸਕਦੇ ਆਪਾਂ, ਲੰਚ ਬ੍ਰੇਕ ਲੈਂਦੇ ਹਾਂ ਨਾ, 1 ਘੰਟੇ ਦੀ ਬ੍ਰੇਕ ਲੈ ਲਓ, 2 ਘੰਟੇ ਦੀ ਬ੍ਰੇਕ ਲੈ ਲਓ। ਸਵੇਰੇ ਆਪਣਾ ਫੋਨ ਉਹਨਾਂ ਚਿਕਰ ਔਨ ਨਹੀਂ ਕਰਨਾ ਜਿੰਨਾ ਚਿਕਰ ਨਿਤਨੇਮ ਨਹੀਂ ਹੁੰਦਾ। ਜਿੱਦਾਂ ਤੁਸੀਂ ਕਿਹਾ ਟਾਈਮ ਨਹੀਂ ਹੈਗਾ, 100% ਤੁਹਾਡੇ ਕੋਲ ਟਾਈਮ ਬਹੁਤ ਜ਼ਿਆਦਾ ਹੈ, ਸਾਰਿਆਂ ਕੋਲ ਹੈਗਾ, ਪਲੈਂਟੀ ਆਫ ਟਾਈਮ। ਉਹਨੂੰ ਯੂਜ਼ ਨਹੀਂ ਕਰਨਾ ਆਇਆ ਸਾਨੂੰ ਹਾਲੇ ਤੱਕ, ਉਹਨੂੰ ਡਾਇਰੈਕਟ ਕਰ ਲਈਏ। ਸੋ ਇਹ ਸਵੇਰੇ ਉਹਨਾਂ ਚਿਕਰ ਅਸੀਂ ਫੋਨ ਔਨ ਨਹੀਂ ਕਰਨਾ, ਅਨਲੈਸ ਕਿ ਤੁਸੀਂ ਕੋਈ ਐਮਰਜੈਂਸੀ ਕਾਲ ਐਕਸਪੈਕਟ ਕਰ ਰਹੇ ਹੋ, ਜਿੰਨਾ ਚਿਕਰ ਮੇਰਾ ਗੁਰੂ ਨਾਲ ਕਨੈਕਸ਼ਨ ਨਹੀਂ ਬਣ ਗਿਆ। ਕਿਉਂਕਿ ਜਦੋਂ ਮੈਂ ਮੰਨ ਲਓ ਔਨ ਕਰ ਲਿਆ, ਇੱਕ ਵੀ ਮੈਸੇਜ ਪੜ੍ਹ ਲਿਆ ਜਾਂ ਦੇਖ ਲਿਆ, ਉਹਨੇ ਇਫੈਕਟ ਤਾਂ ਕਰਨਾ ਹੀ ਹੈ ਨਾ, ਡੈਫੀਨੇਟਲੀ ਇਫੈਕਟ ਕਰੇਗਾ। ਅੱਜ ਕੱਲ੍ਹ ਲੋਕ ਅਖਬਾਰਾਂ ਵੀ ਪੜ੍ਹਦੇ ਨੇ, ਪਹਿਲਾਂ ਨਿਊਜ਼ 'ਤੇ ਚਲੇ ਜਾਂਦੇ ਨੇ, ਉਹ ਪਹਿਲਾਂ ਹੀ ਤਾਂ ਡਿਪਰੈਸ਼ਨ ਸਟ੍ਰੈਸ ਤਾਂ ਪਹਿਲਾਂ ਹੀ ਗੈਦਰ ਕਰ ਲਿਆ। ਉਹ ਹੁਣ ਹਾਲੇ ਅਸੀਂ ਹੋਰ ਕੀ ਗੈਦਰ ਕਰਨਾ ਸੀ, ਪਹਿਲਾਂ ਹੀ ਅਸੀਂ ਡਰੇਨ ਆਊਟ ਕਰ ਲਿਆ, ਲੀਕੇਜਸ ਜ਼ਿਆਦਾ ਹੋ ਗਈਆਂ। ਸੋ ਡੈਫੀਨੇਟਲੀ ਆਪਣੇ ਆਪ ਨੂੰ ਡਿਸਕਨੈਕਟ ਕਰਨਾ ਸ਼ੁਰੂ ਕਰੋ। ਇਹ ਜਿਹੜੀਆਂ ਬਾਕੀ 3 ਚੀਜ਼ਾਂ ਨੇ, ਇਹ ਅਸੀਂ ਹੋਰ ਜਦੋਂ ਸਮਾਂ ਮਿਲੇਗਾ ਕਿਤੇ, ਕਿਉਂਕਿ ਸਾਰਾ ਇੱਕ ਕਨਸੈਪਟ ਹੈਗਾ, ਉਹਦੇ 'ਚ ਅਸੀਂ ਕੋਸ਼ਿਸ਼ ਕਰਾਂਗੇ। ਹੁਣ ਇਹ ਚੀਜ਼ ਅਸੀਂ ਕਰਨੀ ਹੈ, ਇੱਥੇ ਵੀ ਕਰਨੀ ਹੈ, ਜਾ ਕੇ ਵੀ ਕਰਨੀ ਹੈ। ਹੋਰ ਤੁਸੀਂ ਸਿਰਫ ਮੇਰੇ ਨਾਲ 3 ਮਿੰਟ ਦੇ ਵਿੱਚ, 12 ਵੱਜ ਗਏ, 3 ਮਿੰਟ ਆਪਾਂ ਲਵਾਂਗੇ। ਸਿਰਫ 2-3 ਗੱਲਾਂ ਜਸਟ ਫਾਇਰ ਆਊਟ ਕਰੋ ਕਿ ਮੈਂ ਆਹ ਕੋਸ਼ਿਸ਼ ਕਰਨੀ ਹੈ ਇੱਥੇ, ਤਾਂ ਕਿ ਇੱਥੇ ਮੇਰੇ ਖੜੇ ਹੋ ਕੇ ਬੋਲਣ ਦਾ ਕੁਛ ਤਾਂ ਮੈਨੂੰ ਲੱਗੇ ਵੀ ਪ੍ਰੈਕਟੀਕਲ ਕੁਛ ਇੰਪਲੀਮੈਂਟੇਸ਼ਨ ਹੋਣੀ ਹੈ। ਸੋ ਕੁਇਕਲੀ ਕੁਛ ਜਿਹੜਾ ਵੀ ਅਸੀਂ ਡਿਸਕਸ ਕੀਤਾ। ਠੀਕ ਹੈ, ਓਕੇ, ਸ਼ੁਕਰਾਨਾ। ਸ਼ੁਕਰਾਨੇ ਦੇ ਨਾਲ ਕੀ ਸੀ ਹੋਰ? ਹਾਂ, ਇਹ ਅੱਜ ਲਿਖਣੇ ਵੀ ਨੇ, ਮੈਂ ਉਹਨਾਂ ਨੂੰ ਥੋੜ੍ਹਾ ਜਿਹਾ ਐਕਸਟਰਾ ਕੰਮ ਦਿੱਤਾ। ਅੱਛਾ, ਹੋਰ? ਹਾਂਜੀ, ਲੈਟਿੰਗ ਗੋ। ਠੀਕ ਹੈ, ਕਿਉਂਕਿ ਤੁਸੀਂ ਸਾਰੇ ਵੱਖਰੀ ਵੱਖਰੀ ਚੀਜ਼ ਲਓਗੇ ਤੁਹਾਡੀ ਲਾਈਫ ਸਿਚੁਏਸ਼ਨ ਦੇ ਹਿਸਾਬ ਨਾਲ ਨਾ। ਹਾਂਜੀ, ਚੇਂਜ ਇਨ ਮਾਈਂਡ ਸੈਟ। ਹਾਂਜੀ, ਹਾਂ, ਲੈਂਸ ਚੇਂਜ ਕਰਨਾ, ऑप्टिमिज्म। ठीक है, हजूरी। ठीक है, फॉरगिवनेस, अपने आप ते भला करना, फॉरगिवनेस है याद रखना, ये नहीं कहना देख मैनू माफ़ करता। हाँ जी, होर किने की क्या सी? शुकराना। हाँ जी, शुकराना। हाँ जी, सॉरी, मन नू जुझारी बनना। सोशल मीडिया भी किसी ने क्या सी की करना? सोशल मीडिया नू मैनू सुनता नहीं, एक ना बोलो। ठीक है, ठीक है, पहला फोन ही चकना। हाँ जी, इंस्टाग्राम की करना? हाँ, इंस्टाग्राम तो बहुत दूर की गल है, फोन ऑन ही नहीं करना अनलैस कि तुहाडी एमरजेंसी है कोई, वो तो उसी सारे सियाणे कॉमन सेंस है। फोन ये पहला हुंदा नहीं सी, उदों भी जिंदगी चल रही सी। तुसी जे तुहानू बहुत जरूरी है ना भी मैं उठते सार करना है, फिर घंटा पहला उठ जाओ, 2 घंटे पहला उठ जाओ। होर
ਕਿ ਮੈਂ ਉਸ ਤੋਂ ਬਾਅਦ ਹੀ ਕਰਨਾ। ਪਹਿਲਾਂ ਮੇਰਾ ਕਨੈਕਸ਼ਨ ਗੁਰੂ ਨਾਲ ਜੁੜੇ, ਫਿਰ ਮੇਰਾ ਕਨੈਕਸ਼ਨ ਜਦੋਂ ਬਾਹਰ ਖਿੰਡਾ ਤਾਂ ਫਿਰ ਫਰਕ ਤੇ ਪੈਣਾ ਨਾ। ਸੋ ਥੋੜਾ ਆਪਣੇ ਆਪ ਨੂੰ ਹੈਲਪ ਕਰੀਏ ਆਪਾਂ। ਹੋਰ ਪ੍ਰੈਜ਼ੈਂਸ ਆਫ ਮਾਈਂਡ, ਹਾਂਜੀ ਹਾਂਜੀ ਡੈਫੀਨੇਟਲੀ ਪ੍ਰੈਜ਼ੈਂਟ ਦੇ ਵਿੱਚ, ਹਾਂਜੀ। ਹੋਰ ਐਕਸੈਪਟੈਂਸ, ਹਾਂਜੀ 100%। ਮੈਂ ਵੇਟ ਕਰ ਰਹੀ ਸੀ ਕਿ ਕੋਈ ਤਾਂ ਕਵੇ ਕਿ ਇਹ ਵੀ ਜ਼ਰੂਰੀ ਹੈ। ਅਸੀਂ ਬਹੁਤ ਆਪਣੇ ਆਪ ਨੂੰ ਮਧੋਲੀ ਜਾਂਦੇ ਹਾਂ ਕਿ ਮੈਨੂੰ ਕਿਸੇ ਨੇ ਗੱਲ ਸਿਖਾਈ ਸੀਗੀ, ਮੈਂ ਵੀ ਇਸੇ ਸਟੇਟ 'ਚ ਰਹਿੰਦੀ ਹੁੰਦੀ ਸੀ ਕਿ ਸਾਰਿਆਂ ਨੂੰ ਚੰਗਾ ਚੰਗਾ ਕਹਿਣਾ, ਆਪਣੇ ਆਪ ਨੂੰ ਬਹੁਤ ਜ਼ਿਆਦਾ ਮਾੜਾ ਸੋਚੀ ਜਾਣਾ। ਕਿਸੇ ਨੇ ਮੈਨੂੰ ਇੱਦਾਂ ਪੁਆਇੰਟ ਕਰਕੇ ਕਿਹਾ, ਕਹਿੰਦੇ ਤੂੰ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਨਹੀਂ। ਐਂਡ ਦੈਟ ਲਾਈਕ ਐਵੇਂ ਮੈਨੂੰ ਹਿੱਟ ਹੋਇਆ ਨਾ ਕਿ ਵੀ ਮੈਨੂੰ ਕਿੰਨੇ ਉਹ ਦਿੱਤੀ, ਆਗਿਆ ਦਿੱਤੀ ਹੈ ਕਿ ਮੈਂ ਉਹਦੀ ਜੋਤ ਨੂੰ ਮਾੜਾ ਕਹੀ ਜਾਵਾਂ। ਜਿਹੜੇ ਅਵਗੁਣ ਨੇ ਉਹਨਾਂ ਨੂੰ ਰੀਅਲਾਈਜ਼ ਕਰਨਾ, ਪਰ ਐਵੇਂ ਵੀ ਨਾ ਅਨਨੈਸੈਸਰੀ ਆਪਣੇ ਆਪ ਨੂੰ ਥੱਲੇ ਦੱਬੀ ਜਾਈਏ। ਜਦੋਂ ਤੁਸੀਂ ਚੰਗਾ ਚੰਗਾ ਸੋਚਾਂਗੇ ਆਪਣੇ ਬਾਰੇ, ਫਿਰ ਇੱਦਾਂ ਜਿੱਦਾਂ ਤੁਸੀਂ ਖਿੜੇ ਸੀ ਨਾ ਉਸ ਮੂਮੈਂਟ 'ਚ, ਉਹ ਖਿੜੇ ਰਹੋਗੇ। ਹੁਣ ਸੋਚ ਕੇ ਹੱਸੀ ਜਾਂਦੇ ਆ, ਦੇਖੋ ਬਸ ਐਵੇਂ ਹੁਣ ਹੱਸਦੇ ਰਹੋ, ਖਿੜੇ ਰਹੋ ਜੀ। ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।